ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਸਾਰਿਆਂ ਦੇ ਧਿਆਨ 'ਚ ਹੀ ਹੈ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ ਸਮੇਂ ਖੇਤੀ ਆਰਡੀਨੈਂਸ 3 ਲਿਆਂਦੇ ਗਏ, ਜਿਹਦਾ ਵਿਰੋਧ ਸ਼ੁਰੂ ਹੋਇਆ। ਫਿਰ ਕੋਵਿਡ ਕਰਕੇ ਉਹ ਵਿਰੋਧ ਇੱਕ ਸੀਮਤ ਦਾਇਰੇ ਦੇ ਵਿੱਚ ਰਿਹਾ। ਫਿਰ ਉਹਨਾਂ ਆਰਡੀਨੈਂਸਾਂ ਨੂੰ ਕਾਨੂੰਨੀ ਰੂਪ ਦੇਣ ਦਾ ਜਿਹੜਾ ਅਮਲ ਹੈ ਉਹ ਸ਼ੁਰੂ ਕੀਤਾ ਗਿਆ, ਤਾਂ ਉਸ ਦੇ ਪੈਰਲਲੀ ਉਹ ਵਿਰੋਧ ਜਿਹੜਾ ਹੈ ਉਹ ਵੱਧਦਾ ਗਿਆ। ਤੇ ਹੁਣ ਜਦੋਂ ਉਹ ਤਿੰਨੋਂ ਆਰਡੀਨੈਂਸ ਤਕਰੀਬਨ ਕਾਨੂੰਨ ਬਣਨ ਜਾ ਰਹੇ ਨੇ, ਤਾਂ ਇਹ ਜਿਹੜਾ ਸੰਘਰਸ਼ ਹੈ, ਜਿਹੜਾ ਵਿਰੋਧ ਹੈ, ਉਹ ਵੀ ਪੂਰੇ ਜ਼ੋਰਾਂ ਤੇ ਹੋ ਗਿਆ ਹੈ। ਤਕਰੀਬਨ ਸਾਰੀਆਂ ਹੀ ਧਿਰਾਂ, ਭਾਵੇਂ ਕਿਸਾਨ ਯੂਨੀਅਨਾਂ ਨੇ, ਕਿਸਾਨ ਮਜ਼ਦੂਰ ਜਿਹੜੀਆਂ ਜਥੇਬੰਦੀਆਂ ਬਣੀਆਂ, ਉਹ ਸਾਰੀਆਂ, ਤਕਰੀਬਨ ਸਿਆਸੀ ਪਾਰਟੀਆਂ ਵੀ ਸਾਰੀਆਂ ਜਿਹੜੀਆਂ ਉਹ ਇਸ ਸੰਘਰਸ਼ 'ਚ ਆ ਗਈਆਂ ਬੀਜੇਪੀ ਨੂੰ ਛੱਡ ਕੇ, ਕਿਉਂਕਿ ਇਹ ਕਾਨੂੰਨ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਉਹ ਇਹ ਕਾਨੂੰਨ ਲੈ ਕੇ ਆ ਰਹੀ ਹੈ। ਉਹ ਤੋਂ ਇਲਾਵਾ ਸਾਰੀਆਂ ਹੀ ਪਾਰਟੀਆਂ ਇਸ ਮਸਲੇ ਦੇ ਉੱਤੇ ਇੱਕਮਤ ਨੇ। ਇੱਥੋਂ ਤੱਕ ਕਿ ਕਈ ਫਿਲਮੀ ਸ਼ਖਸੀਅਤਾਂ ਵੀ, ਕਈ ਕਲਾਕਾਰ ਵੀ ਇਸ ਸਾਰੇ ਸੰਘਰਸ਼ ਦੇ ਵਿੱਚ ਅੱਗੇ ਆ ਰਹੇ ਨੇ, ਤੇ ਨੌਜਵਾਨ ਜਿਹੜੇ ਹੈਗੇ ਆ, ਯੂਥ ਜਿਹੜਾ ਹੈਗਾ, ਉਹ ਇਸ ਸਾਰੇ ਸੰਘਰਸ਼ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅੱਗੇ ਆ ਰਿਹਾ ਹੈ। ਸੋ ਇਹ ਸਾਰੇ ਦੇ ਚੱਲਦੇ ਆ ਜਿਹੜਾ ਸੰਘਰਸ਼, ਉਹ ਅੱਜ ਜਿਹੜਾ 25 ਤਰੀਕ ਨੂੰ ਵੀ ਇਹ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ, ਉਹਦੇ ਵਿੱਚ ਵੀ ਸਾਰਿਆਂ ਨੇ ਵੱਧ ਚੜ ਕੇ ਇਸ ਦਾ ਯੋਗਦਾਨ ਦਿੱਤਾ ਸੱਦੇ ਦਾ। ਤੇ ਇਸ ਤੋਂ ਇਲਾਵਾ ਜਿਹੜਾ ਇਹ ਆਪਣੀ ਸਾਰੀ ਗੱਲਬਾਤ ਹੈ ਅੱਜ ਦੀ, ਸੰਵਾਦ ਵੱਲੋਂ ਯਤਨ ਕੀਤਾ ਜਾ ਰਿਹਾ ਕਿ ਇਹ ਸਾਰੇ ਮਸਲੇ ਦੇ ਉੱਤੇ, ਜੋ ਖੇਤੀ ਸੰਬੰਧੀ ਮਸਲਾ ਹੈ, ਕਿਸਾਨਾਂ ਦਾ ਮਸਲਾ ਹੈ, ਸਾਰੇ ਸੰਬੰਧੀ ਇੱਕ ਵਿਚਾਰ ਚਰਚਾ ਦੀ ਲੜੀ ਸ਼ੁਰੂ ਕੀਤੀ ਜਾਵੇ, ਜਿਹਦੇ 'ਚ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਕੀਤੀ ਜਾਵੇ, ਉਹਨਾਂ ਦਾ ਪੱਖ ਸੁਣਿਆ ਜਾਵੇ। ਕਿਉਂਕਿ ਸਰਕਾਰ ਜਿਹੜਾ ਕਹਿ ਰਹੀ ਹੈ ਕਿ ਇਹ ਜਿਹੜੇ ਕਾਨੂੰਨ ਹੈ, ਜਿਹੜਾ ਇਹ ਆਰਡੀਨੈਂਸ ਨੇ ਤਿੰਨੋਂ, ਇਹ ਕਿਸਾਨਾਂ ਦੇ ਹੱਕ 'ਚ ਨੇ, ਤੇ ਜਿਹੜੀਆਂ ਸੰਘਰਸ਼ ਕਰ ਰਹੀਆਂ ਧਿਰਾਂ ਆ, ਉਹਨਾਂ ਦਾ ਆਪਣਾ ਇੱਕ ਪੱਖ ਹੈ। ਉਹ ਅੱਜ ਦੀ ਜਿਹੜੀ ਇਸ ਲੜੀ ਦੇ ਵਿੱਚ, ਜਿਹੜੀ ਅੱਜ ਦੀ ਜਿਹੜੀ ਗੱਲਬਾਤ ਹੈ, ਪਹਿਲੀ ਗੱਲਬਾਤ, ਇਹ ਜੋ ਸੰਘਰਸ਼ ਕਰ ਰਹੀਆਂ ਧਿਰਾਂ, ਉਹਨਾਂ ਦੇ ਵਿੱਚੋਂ ਕੁਝ ਸ਼ਖਸੀਅਤਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ, ਉਹਨਾਂ ਦਾ ਪੱਖ ਜਾਣਾਂਗੇ। ਤੇ ਅੱਜ ਦੀ ਇਸ ਗੱਲਬਾਤ ਦੇ ਵਿੱਚ ਸਾਡੇ ਨਾਲ ਦੋ ਸ਼ਖਸੀਅਤਾਂ ਸ਼ਾਮਿਲ ਨੇ, ਜਿਨ੍ਹਾਂ ਦੇ ਵਿੱਚ ਸਤਨਾਮ ਸਿੰਘ ਪੰਨੂ, ਜਿਹੜੇ ਕਿ ਪ੍ਰਧਾਨ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ, ਤੇ ਸਤਨਾਮ ਸਿੰਘ ਬੈਰੂ, ਜਿਹੜੇ ਇੰਡੀਅਨ ਫਾਰਮਰਸ ਐਸੋਸੀਏਸ਼ਨ ਦੇ ਪ੍ਰਧਾਨ ਨੇ। ਦੋਵਾਂ ਦਾ ਅਸੀਂ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਇਸ ਤੋਂ ਇਲਾਵਾ ਸਾਡਾ ਯਤਨ ਹੈ ਕਿ ਸਾਰੀ ਗੱਲਬਾਤ ਨੂੰ ਇੱਕ ਸੰਵਾਦ ਦਾ ਰੂਪ ਦਿੱਤਾ ਜਾਵੇ। ਸੋ ਉਸ ਦੇ ਪ੍ਰਥਾਏ ਸਾਡੇ ਨਾਲ ਕੁਝ ਸ਼ਖਸੀਅਤਾਂ ਹੋਰ ਜੁੜੀਆਂ ਨੇ। ਦਵਿੰਦਰ ਸਿੰਘ ਸਿੱਖੋਂ ਜੁੜ ਚੁੱਕੇ ਆ, ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਸਵਾਗਤ ਕਰਦੇ ਹਾਂ। ਤੇ ਇਸ ਤੋਂ ਇਲਾਵਾ ਇਸ ਗੱਲਬਾਤ ਦੇ ਸੰਚਾਲਨ ਦੇ ਲਈ ਮੇਰੇ ਨਾਲ ਸਰਦਾਰ ਪਰਮਜੀਤ ਸਿੰਘ ਹੋਣੀ ਹੈਗੇ, ਜਿਹੜੇ ਸੰਪਾਦਕ ਨੇ ਸਿੱਖ ਸਿਆਸਤ ਦੇ। ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ, ਉਹਨਾਂ ਨੇ ਸਾਡਾ ਸੱਦਾ ਕਬੂਲਿਆ ਤੇ ਇਸ ਗੱਲਬਾਤ ਦੇ ਸੰਚਾਲਨ ਦੇ ਲਈ ਮੇਰੇ ਨਾਲ ਸਹਿਯੋਗ ਕਰਨਗੇ। ਤੁਹਾਡਾ ਸਵਾਗਤ ਹੈ ਜੀ ਪਰਮਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ, ਗੱਲਬਾਤ ਸ਼ੁਰੂ ਕਰਦੇ ਹਾਂ ਜੀ। ਬੈਰੂ ਸਾਹਿਬ, ਮੈਂ ਤੁਹਾਡੇ ਤੇ ਆਉਣਾ ਹੈ, ਤੁਹਾਡੇ ਤੋਂ ਸਵਾਲ ਕਰਦੇ ਹਾਂ ਜੀ। ਜਿਹੜਾ ਇਹ ਸੰਘਰਸ਼ ਹੋ ਰਿਹਾ ਆ, ਸਰਕਾਰ ਦਾ ਇੱਕ ਆਪਣਾ ਪੱਖ ਹੈ। ਸਰਕਾਰ ਕਹਿ ਰਹੀ ਹੈ ਵਾਰ-ਵਾਰ ਕਿ ਇਹ ਜਿਹੜੇ ਸਾਰੇ ਆਰਡੀਨੈਂਸ ਨੇ ਇਹ ਕਿਸਾਨਾਂ ਦੇ ਹੱਕ 'ਚ ਨੇ। ਇਹ ਤੁਹਾਨੂੰ ਇਹ ਸਾਰੇ ਨਵੇਂ ਪ੍ਰਬੰਧ ਤੋਂ ਕੀ ਖਦਸ਼ੇ ਨੇ? ਇਹਦੇ ਤੇ ਤੁਹਾਡਾ ਕੀ ਖਦਸ਼ੇ ਜਾਪਦੇ ਆ ਸਾਰੇ ਗੱਲਬਾਤ ਦੇ ਵਿੱਚ? ਇਹ ਸਾਰੇ ਆਰਡੀਨੈਂਸ ਜਦੋਂ ਲਿਆਏ ਉਦੋਂ ਹੀ ਨੀਂਦ ਖੋਟੀ ਨਾਲ ਲੈ ਕੇ ਆਏ ਨੇ। ਜਦੋਂ ਦੁਨੀਆ ਦੇ ਵਿੱਚ ਮਹਾਂਮਾਰੀ ਫੈਲੀ ਸੀ, ਕਰੋਨਾ ਦੇ ਕਹਿਰ ਦੇ ਵਿੱਚ ਅਸੀਂ ਭਾਰਤ ਦੇ ਲੋਕ, ਪੰਜਾਬ ਦੇ ਲੋਕ, ਦੁਨੀਆ ਦੇ ਲੋਕ ਪੀੜਤ ਸੀ। ਹੋਣਾ ਤਾਂ ਇਹ ਚਾਹੀਦਾ ਸੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਸਾਡੀ ਕੋਈ ਇਲਾਜ ਦਾ ਪ੍ਰਬੰਧ ਕਰਦਾ, ਕਿਸੇ ਤਰ੍ਹਾਂ ਦਾ ਹੋਰ ਇਸ ਬਿਮਾਰੀ ਨੂੰ ਰੋਕਥਾਮ ਉੱਤੇ ਆਉਂਦਾ। ਪਰ ਇਹਨਾਂ ਨੇ ਤਾਂ 5 ਜੂਨ ਨੂੰ ਐਸਾ ਮਾਰੂ ਹਮਲਾ ਕੀਤਾ, ਜਿਹਦੇ ਨਾਲ ਪੂਰੇ ਪੰਜਾਬ ਨੇ, ਪੂਰੇ ਦੇਸ਼ ਦੇ ਕਿਸਾਨਾਂ 'ਚ ਖਲਬਲੀ ਮਚ ਗਈ। ਤੁਸੀਂ ਵੀ ਪੜ੍ਹਿਆ ਹੈ ਇਹਨੂੰ, ਆਰਥਿਕ ਵਿਗਿਆਨੀ ਨੇ ਪੜ੍ਹਿਆ ਹੈ। ਕਿਸਾਨ ਮਾਰੂ ਹੋਏ, ਅਸੀਂ ਤੇ ਕਿਸਾਨਾਂ ਦੇ ਭਾਅ ਤੇ ਗਰੰਟ ਰੱਖ ਲਿਆ ਪੂਰੇ ਦੇਸ਼ ਦੇ ਕਿਸਾਨਾਂ, ਪਰ ਵਿਸ਼ੇਸ਼ ਕਰਕੇ ਪੰਜਾਬ। ਪਰ ਮੈਨੂੰ ਇਸ ਦੀ ਖੁਸ਼ੀ ਹੈ ਕਿ ਅੱਜ ਜਿਹੜੀਆਂ ਵੀ ਕਿਸਾਨ ਜਥੇਬੰਦੀਆਂ ਸੀ, ਲੰਮੇ ਸਮੇਂ ਤੋਂ 40 ਸਾਲ ਦਾ ਕਿਸਾਨ ਅੰਦੋਲਨ ਸਿਪਾਹੀ ਕੰਮ ਕਰ ਰਿਹਾ, ਕਦੇ ਵੀ ਕਿਸਾਨ ਇੱਕ ਮੁੱਦੇ ਤੇ ਕਿਸਾਨ ਜਥੇਬੰਦੀਆਂ ਇਕੱਠੀਆਂ ਨਹੀਂ ਸੀ ਹੋਈਆਂ। ਵਿਚਾਰਾਂ ਦੇ ਵਿੱਚ ਥੋੜੇ ਮਤਭੇਦ ਹੁੰਦੇ ਸੀ, ਪਰ ਇਸ ਮੌਤ ਦੇ ਬਰੰਟਾਂ ਨੂੰ ਮੁੱਖ ਰੱਖ ਕੇ ਅੱਜ ਸਾਰੇ, ਚਾਹੇ ਪੰਨੂ ਸਾਹਿਬ ਆਏ ਨੇ, ਬਹੁਤ ਜੀ ਆਇਆ, ਧੰਨਵਾਦ ਕਰਦਾ। ਬਹੁਤ ਵੱਡਾ ਦਾ ਲੰਬਾ ਸੰਘਰਸ਼ ਹੈ, ਬਹੁਤ ਧੜੱਲੇ ਦਾ ਲੀਡਰ ਅਸੀਂ ਇਹਨੂੰ ਕਿਸਾਨ ਸਭਾਵਾਂ ਦੇ ਵਿੱਚ ਮੰਨਿਆ ਜਾਂਦਾ ਹੈ। ਸੋ ਅਸੀਂ ਇਹਨੂੰ ਅੱਛੀ ਤਰ੍ਹਾਂ ਸਮਝਦੇ ਹਾਂ
ਵੀ ਜੇ ਇਹ ਆਰਡੀਨੈਂਸ ਆ ਜਾਂਦੇ ਨੇ ਔਰ ਚੌਥਾ ਇੱਕ ਆਰਡੀਨੈਂਸ ਹੋਰ ਇਹ ਪਾਸ ਕਰਨ ਜਾ ਰਹੇ ਨੇ ਜਿਹੜਾ ਬਿਜਲੀ ਸੋਧ ਬਿੱਲ 2020 ਦਾ ਉਹਦਾ ਨਾਂ ਰੱਖਿਆ। ਇਹ ਸਾਰੇ ਸੂਬਿਆਂ ਦੇ ਅਧਿਕਾਰਾਂ ਦੇ ਵਿੱਚ ਬਹੁਤ ਸਿੱਧਾ ਦਖਲ ਔਰ ਸੂਬਿਆਂ ਦੇ ਅਧਿਕਾਰਾਂ ਨੂੰ ਕੁਚਲਣ ਵਾਸਤੇ ਨਰਿੰਦਰ ਮੋਦੀ ਦੀ ਜਾਂ ਬੀਜੇਪੀ ਦੀ ਸੋਚ ਮੁੱਠ ਵਿੱਚ ਸਾਰਾ ਕੁਝ ਲੈਣ ਵਾਸਤੇ ਇਹ ਸਾਰਾ ਕੁਝ ਕਰ ਰਹੇ ਨੇ ਤੇ ਅਸੀਂ ਇਸ ਨੂੰ ਅੱਛੀ ਤਰ੍ਹਾਂ ਸਮਝ ਚੁੱਕੇ ਹਾਂ। ਪੰਜਾਬ ਦੇ ਕਿਸਾਨ, ਹਰਿਆਣਾ ਦੇ ਕਿਸਾਨ, ਯੂਪੀ ਦੇ ਕਿਸਾਨ, ਮੱਧ ਪ੍ਰਦੇਸ਼ ਦੇ ਕਿਸਾਨ ਤੇ ਰਾਜਸਥਾਨ ਦੇ ਕਿਸਾਨ, ਦੱਖਣੀ ਸਟੇਟਾਂ ਵਿੱਚ ਵੀ ਕਿਸਾਨ ਇਸ ਅੱਛੀ ਤਰ੍ਹਾਂ ਕਿਸਾਨ ਮਾਰੂ ਨੀਤੀਆਂ ਨੂੰ ਸਮਝ ਚੁੱਕੇ ਆ। ਭਾਵੇਂ ਵਾਰ-ਵਾਰ ਇਹ ਕਹਿ ਰਹੇ ਨੇ ਐਮਐਸਪੀ ਖਤਮ ਨਹੀਂ ਹੋਵੇਗੀ, ਮੰਡੀਕਰਨ ਨਹੀਂ ਹੋਵੇਗਾ, ਪੁਰਾਣਾ ਸਿਸਟਮ ਚੱਲੇਗਾ। ਸਾਡਾ ਸਵਾਲ ਹੈ ਦੇਸ਼ ਦੇ ਕਿਸਾਨਾਂ ਦਾ ਵੀ ਜਦੋਂ ਇੰਨਾ ਸੰਕਟ ਦੇਸ਼ ਦੇ ਉੱਤੇ ਹੋਵੇ ਤੇ ਸੰਕਟ ਹੋਵੇ ਤੇ ਕੀ ਆਫਤ ਆਈ ਸੀ ਵੀ ਐਡੇ ਸੰਕਟਮਈ ਘੜੀ ਦੇ ਵਿੱਚ ਐਡੇ ਵੱਡੇ ਪਾਰਲੀਮੈਂਟ ਨੂੰ ਪਾਸ ਕਰਕੇ ਉਹਦੇ ਵਿੱਚ ਨਾ ਚਰਚਾ ਹੋਣਾ, ਐਡੇ ਵੱਡੇ ਇਸ਼ੂ ਦੇ ਉੱਤੇ ਇਹਨਾਂ ਖਿਲਾਰਦਾ ਇਹਨਾਂ ਦੀ ਨੀਤ ਤੇ ਛੱਕ ਕੇ ਔਰ ਅਸੀਂ ਇਹਨਾਂ ਦੀ ਨੀਤ ਨੂੰ ਪਹਿਲੋਂ ਅੱਜ ਨਹੀਂ 2014 ਤੋਂ ਨਰਿੰਦਰ ਮੋਦੀ ਦੀ ਨੀਤ ਨੂੰ ਝੂਠ ਦਾ ਪਲੱਦਾ ਇਹਨਾਂ ਦਾ ਜੋ ਉਦੋਂ ਤੋਂ ਇਹਨਾਂ ਸ਼ੁਰੂ ਕੀਤਾ। ਕਦੇ ਕਹਿੰਦੇ ਸੀ ਵੀ ਸਾਨੂੰ ਲੈ ਕੇ ਆਓ ਸਵਾਮੀਨਾਥਨ ਫਾਰਮੂਲਾ ਅਸੀਂ ਲਾਗੂ ਕਰ ਦੇਵਾਂਗੇ ਤੇ ਉਹ ਫਾਰਮੂਲਾ ਤੇ ਅਸੀਂ ਉਦੋਂ ਸੁਪਰੀਮ ਕੋਰਟ ਗਏ ਦੇਖ ਕੇ ਕਿਸਾਨਾਂ ਨਾਲ ਵਾਅਦਾ ਖਿਲਾਫੀ ਕੀਤੀ, ਵਾਅਦਾ ਤੋੜਿਆ ਤੇ ਸਾਨੂੰ ਇਹਨਾਂ ਤੇ ਕੋਈ ਹੁਣ ਭਰੋਸਾ ਨਹੀਂ। ਸਤਨਾਮ ਸਿੰਘ ਪੰਨੂ ਹੁਣ ਦੇ ਨਾਲ ਆਪਾਂ ਗੱਲ ਕਰਦੇ ਹਾਂ ਕਿ ਇਹ ਜਿਹੜਾ ਨਵਾਂ ਪ੍ਰਬੰਧ ਸਰਕਾਰ ਕਹਿ ਰਹੀ ਹੈ ਕਿ ਅਸੀਂ ਲੈ ਕੇ ਆ ਰਹੇ ਹਾਂ, ਤੁਹਾਨੂੰ ਕੀ ਲੱਗਦਾ ਆ ਕਿ ਇਹਦੇ ਵਿੱਚ ਕੀ ਖਦਸ਼ੇ ਨੇ ਜਾਂ ਕਿਸ ਤਰ੍ਹਾਂ ਦੇ ਮਾਰੂ ਅਸਰ ਜਿਹੜੇ ਆ ਉਹ ਹੋ ਸਕਦੇ ਆ? ਜੋ ਖੇਤੀ ਸੁਧਾਰਾਂ ਦੇ ਨਾਮ ਤੇ ਆਰਡੀਨੈਂਸ ਤਿੰਨੋਂ ਕੀਤੇ ਗਏ ਆ, ਇਹ ਕਿਸਾਨੀ ਕਿੱਤੇ ਦੀ ਪੂਰੀ ਤਰ੍ਹਾਂ ਬਰਬਾਦੀ ਹੈ। ਇਹ ਨਿੱਜੀਕਰਨ ਦੀਆਂ ਨੀਤੀਆਂ ਜੋ ਲਾਗੂ ਕਰ ਰਹੀ ਹੈ ਸਰਕਾਰ, ਵਿਸ਼ਵ ਵਪਾਰ ਸੰਸਥਾ, ਵਿਸ਼ਵ ਬੈਂਕ ਦੇ ਦਬਾਅ ਹੇਠ, ਪੂੰਜੀਪਤੀਆਂ ਦੇ ਦਬਾਅ ਹੇਠ, ਨਿੱਜੀ ਆਪਣੀਆਂ ਕੰਪਨੀਆਂ ਜਿਹੜੀਆਂ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਦਬਾਅ ਹੇਠ ਕੀਤੀਆਂ ਜਾ ਰਹੀਆਂ। ਇਹ ਕੋਈ 90 ਤੋਂ ਨੀਤੀ ਬਣੀ ਹੋਈ ਹੈ ਕਿ ਅਸੀਂ ਕਿਤੇ ਨਾ ਕਿਤੇ ਜਾ ਕੇ ਕਿਸਾਨਾਂ ਦੇ ਜਿਹੜੀ ਮੰਡੀ ਤੋੜਨੀ ਆ, ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਕਰਾਉਣੇ ਆ। ਭਾਵੇਂ ਉਹ ਯੂਪੀਏ ਦੀ ਸਰਕਾਰ ਸੀ, ਹੁਣ ਐਨਡੀਏ ਦੀ ਆ ਨੀਤੀ, ਉਹ ਜਿਹੜੀ ਆ ਉਸ ਨੀਤੀ ਨੂੰ ਲਾਗੂ ਕਰਨ ਵਾਸਤੇ ਯੂਪੀਏ ਦੀ ਸਰਕਾਰ ਜਿਹੜਾ ਵਣਜ ਮੰਤਰੀ ਸੀਗਾ ਨੰਦ ਸ਼ਰਮਾ, ਉਹਨਾਂ ਨੇ ਵੀ 2012 ਦੇ ਵਿੱਚ ਆਪਣੀ ਇੰਡੋਨੇਸ਼ੀਆ ਦੀ ਰਾਜਧਾਨੀ ਬਾਲੀ ਦੇ ਵਿੱਚ ਜਾ ਕੇ ਉੱਥੇ ਸਮਝੌਤਾ ਕੀਤਾ ਸੀਗਾ ਵੀ ਅਸੀਂ ਇਹ 5 ਸਾਲਾਂ 'ਚ 2017 ਤੱਕ ਤੋੜ ਦਿਆਂਗੇ। ਉਸ ਤੋਂ ਬਾਅਦ ਮੋਦੀ ਸਾਹਿਬ ਦੀ ਸਰਕਾਰ ਆ ਗਈ, ਸ਼੍ਰੀਸ਼ ਪ੍ਰਭੂ ਗਿਆ, ਉਹ ਉੱਥੇ ਮੰਨ ਕੇ ਆਇਆ ਵੀ ਅਸੀਂ ਇਹ ਜਿਹੜਾ ਇਹ ਸਾਨੂੰ ਵੋਟਾਂ ਲਗਾ ਲੈਣ ਦਿਓ, 2019 ਲੰਘ ਲੈਣ ਦਿਓ, ਫਿਰ ਅਸੀਂ ਤੋੜਾਂਗੇ। ਉਹਨਾਂ ਨੇ ਆਰਡੀਨੈਂਸ ਜਾਰੀ ਕੀਤੇ ਆ। ਵਿਸ਼ਵ ਬੈਂਕ ਦੇ ਵਪਾਰੀਆਂ ਕਾਰਪੋਰੇਟ ਘਰਾਣਿਆਂ ਨੇ ਬਾਹ ਮਰੋੜੀ ਹੋਈ ਆ, ਇਹ ਕਰੋ। ਉਹਦੇ ਵਿੱਚ ਜਿਹੜੇ ਆਰਡੀਨੈਂਸ ਆ ਇਹ 85% ਕਿਸਾਨੀ ਨੂੰ ਖਾ ਜਾਣਗੇ। 5 ਏਕੜ ਤੋਂ ਥੋੜੀ ਘੱਟ ਵਾਲੀ ਆ ਪੰਜਾਬ ਦੇ ਵਿੱਚ, ਮੰਡੀ ਦਾ ਸਾਰਾ ਸਿਸਟਮ ਤੋੜਨਗੇ। 4000 ਕਰੋੜ ਦੀ ਰੁਪਏ ਦੀ ਜਿਹੜੀ ਮੰਡੀ ਫੀਸ ਆਉਂਦੀ ਆ ਆਪਣੇ ਮੰਡੀ ਬੋਰਡ ਨੂੰ, ਉਹ ਖਤਮ ਹੋ ਗਈ। 71000 ਕਿਲੋਮੀਟਰ ਲੰਮੀਆਂ ਸੜਕਾਂ ਖਤਮ ਹੋਣਗੀਆਂ। ਪੰਜਾਬ ਦੀ ਪੂਰੀ ਇਕੋਨਮੀ ਜਿਹੜੀ ਖੇਤੀਬਾੜੀ ਆਧਾਰਿਤ ਆ ਉੱਤੇ ਪੂਰੀ ਤੇ ਅਸਰ ਪਊਗਾ, ਸਾਰੇ ਵਰਗਾਂ ਤੇ ਅਸਰ ਪਊਗਾ। ਇਹ ਪੂਰੀ ਤਰ੍ਹਾਂ ਸਾਡੇ ਜੇ ਕਹਿ ਲਈਏ ਪੰਜਾਬ ਦੇ ਸਾਰੇ ਵਰਗਾਂ ਤੇ ਅਸਰ ਪਾਉਣ ਵਾਲੇ ਆਰਡੀਨੈਂਸ ਆ। ਇਹ ਸੱਭਿਆਚਾਰ ਜਿਹੜਾ ਵਾ ਸਾਡਾ ਉਹਨੂੰ ਬਰਬਾਦ ਕਰਨ ਵਾਲੇ ਆਰਡੀਨੈਂਸ ਆ। ਵਿਰਸੇ ਨੂੰ ਜਿਹੜਾ ਵਾ ਉਹ ਬਰਬਾਦ ਕਰਨ ਵਾਲੇ ਆਰਡੀਨੈਂਸ ਆ। ਇਹ ਪੂਰੇ ਤੇ ਨਾਲ ਹੀ ਸੰਘੀ ਢਾਂਚੇ ਤੇ ਬਹੁਤ ਵੱਡਾ ਹਮਲਾ ਵਾ। ਸੂਬਿਆਂ ਦੇ ਜਿਹੜੇ ਸੰਘੀ ਢਾਂਚਾ ਵਾ, ਜਿਹੜੇ ਕੋਈ ਮਾੜੇ ਮੋਟੇ ਅਧਿਕਾਰ ਮਿਲੇ ਹੋਏ ਆ, ਉਹ ਖੇਤੀ ਦਾ ਵਿਸ਼ਾ ਵਾ, ਕੋਈ ਬਿਜਲੀ ਦਾ ਵਿਸ਼ਾ ਵਾ, ਉਹ ਸੂਬਿਆਂ ਨੂੰ ਮਿਲੇ ਹੋਏ ਆ। ਉਹਦੇ ਉੱਤੇ ਵੀ ਕੇਂਦਰੀਕਰਨ ਕੀਤਾ ਜਾ ਰਿਹਾ। ਕੇਂਦਰੀਕਰਨ ਮੋਦੀ ਸਰਕਾਰ ਕਰ ਰਹੀ ਆ ਤੇ ਸੰਘੀ ਢਾਂਚੇ ਜਿਹੜੀਆਂ ਸੰਵਿਧਾਨ ਦੀਆਂ ਧੱਜੀਆਂ ਡਾ ਰਿਹਾ। ਜਿਸ ਤਰ੍ਹਾਂ ਹੁਣ ਇਹਨਾਂ ਨੇ ਪਾਸ ਕਰਾਇਆ ਰਾਜ ਸਭਾ ਦੇ ਵਿੱਚ, ਰਾਜ ਸਭਾ 'ਚ ਜ਼ਬਾਨੀ ਵੋਟਾਂ ਨਾਲ ਪਾਸ ਕਰਾਇਆ, ਜਦੋਂ ਕਿ ਉੱਥੇ ਇਹਨਾਂ ਦੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਗਿਣਤੀ ਸੀ ਉਹ ਕਿਤੇ ਘੱਟ ਸੀਗੀ, ਪਰ ਫਿਰ ਵੀ ਧੱਕੇ ਦੇ ਨਾਲ ਕਾਨੂੰਨ ਦੀ ਕਿਤਾਬ ਪਾੜ ਕੇ, ਸੰਵਿਧਾਨ ਦੀ ਕਿਤਾਬ ਪਾੜ ਕੇ ਇਹ ਕੀਤਾ। ਇਹ ਅਸੀਂ ਕੋਈ ਡੈਮੋਕ੍ਰੇਸੀ ਨਹੀਂ ਸਮਝਦੇ, ਇਹ ਤਾਨਾਸ਼ਾਹੀ ਆ, ਸਰਮਾਏਦਾਰਾਂ ਦੀ ਤਾਨਾਸ਼ਾਹੀ ਆ, ਜਿਹਨੂੰ ਰੈਪ੍ਰਜੈਂਟ ਜਿਹੜਾ ਵਾ ਉਹ ਮੋਦੀ, ਜਿਹੜਾ ਨਰਿੰਦਰ ਮੋਦੀ ਉਹ ਕਰ ਰਿਹਾ। ਭਾਜਪਾ ਦੀ ਪਾਰਟੀ ਕਰ ਰਹੀ ਆ, ਜਿਹੜੀ ਹੋਰ ਬੜੇ ਕਾਨੂੰਨ ਇਸ ਤਰ੍ਹਾਂ ਦੇ ਲਿਆ ਰਹੀ, ਲੋਕਾਂ ਨੂੰ ਫਿਰਕਾ ਪ੍ਰਸਤ ਦੇ ਨਾਂ ਤੇ, ਧਰਮ ਦੇ ਆਧਾਰ ਤੇ 370 ਧਾਰਾ ਤੋੜ ਦੇਣੀ, 35A ਤੋੜ ਦੇਣੀ, ਹੋਰ ਬੜਾ ਕੁਛ ਜਿਹੜੀ ਆ ਮੋਦੀ ਦੀ ਸਰਕਾਰ ਇਹ ਕਰ ਰਹੀ ਆ। ਇਸ ਕਰਕੇ ਅਸੀਂ
ਇਹ ਰੇਲ ਪਟੜੀਆਂ ਤੇ ਬੈਠੇ ਹੋਏ ਆ। ਪਹਿਲਾਂ ਜਿਹੜੇ ਆ ਲਗਾਤਾਰ 3 ਪੁਲਾਂ ਤੇ ਬੈਠੇ ਹੋਏ ਸੀ। ਉਸ ਤੋਂ ਪਹਿਲਾਂ 7 ਸਤੰਬਰ ਤੋਂ ਅਸੀਂ ਲਗਾਤਾਰ ਜੇਲ੍ਹ ਭਰੋ ਮੋਰਚਾ ਜਿਹੜਾ ਸ਼ੁਰੂ ਕੀਤਾ ਹੋਇਆ ਸੀ, ਜਿਹੜਾ 17 ਦਿਨ ਚੱਲਿਆ ਵਾ। ਤੇ ਹੁਣ ਵੀ ਅਸੀਂ ਜਿਹੜੀ ਆ ਅੱਜ 29 ਤਰੀਕ ਤੱਕ ਇਹਨੂੰ 26 ਤਰੀਕ ਤੋਂ 29 ਤਰੀਕ ਤੱਕ ਆਪਣੇ ਜਿਹੜਾ ਸੰਘਰਸ਼ ਨੂੰ ਵਧਾਤਾ। ਪੰਜਾਬ ਬੰਦ ਰਿਹਾ। ਅੱਜ ਬਹੁਤ ਲੋਕਾਂ ਦਾ ਸਹਿਯੋਗ ਪੂਰੇ ਪੰਜਾਬੀਆਂ ਦਾ ਪੰਜਾਬ ਬੰਦ ਨੂੰ ਮਿਲਿਆ। ਸਾਰੇ ਕਿਸਾਨ ਆਏ ਆ, ਮਜ਼ਦੂਰ ਆਏ, ਸਾਰੇ ਵਰਗ ਆਏ ਆ, ਸਾਰੀਆਂ ਜਨਤਕ ਜਥੇਬੰਦੀਆਂ ਜਿਹੜੀਆਂ ਉਹਨਾਂ ਨੇ ਉਹਦੇ 'ਚ ਬਹੁਤ ਵੱਡਾ ਸਹਿਯੋਗ ਦਿੱਤਾ ਵਾ। ਇੱਕ ਲਹਿਰ ਬਣ ਰਹੀ ਆ ਪੰਜਾਬ ਦੇ ਵਿੱਚ। ਜੇ ਜਿਹੜੀ ਲਹਿਰ ਆ ਇਹ ਮੋਦੀ ਨੂੰ ਜਿਹੜਾ ਵਾ, ਮੋਦੀ ਦੀ ਸਰਕਾਰ ਨੂੰ ਜਿਹੜਾ ਇਹ ਵਾਪਸ ਕਦਮ ਪੁੱਟਣ ਵਾਸਤੇ ਮਜਬੂਰ ਕਰੂਗੀ, ਹਰ ਹਾਲਤ 'ਚ ਕਰੂਗੀ। ਸਾਨੂੰ ਇਹ ਕਿਸੇ ਕੀਮਤ ਤੇ ਮਨਜ਼ੂਰ ਨਹੀਂ ਆਰਡੀਨੈਂਸ। ਅਸੀਂ ਇਹਨਾਂ ਤੱਕ ਜਿਹੜਾ ਆਖਰ ਤੱਕ ਲੜਾਂਗੇ ਤੇ ਆਰਡੀਨੈਂਸ ਹਰ ਹਾਲਤ 'ਚ ਜਿਹੜੇ ਆ ਰੱਦ ਕਰਾਉਣ ਤੱਕ ਅਸੀਂ ਆਪਣਾ ਸੰਘਰਸ਼ ਖੜਾਂਗੇ। ਇਸ ਸੰਬੰਧ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਆਰਡੀਨੈਂਸ ਰੱਦ ਕਰਵਾਉਣ ਤੱਕ ਸੰਘਰਸ਼ ਜਿਹੜਾ ਆ ਉਹ ਜਾਊਗਾ। ਹੁਣ ਦੇਖੋ, ਜਿੰਨਾ ਵੱਡਾ ਸਹਿਯੋਗ ਮਿਲਿਆ ਹੋਇਆ ਉਹ ਇੱਕ ਤਰ੍ਹਾਂ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਪਿਛਲੇ ਸਾਰਾ ਵੀ ਸਮਾਂ ਜਿਹੜਾ ਰਿਹਾ ਆ ਉਹਦੇ ਵਿੱਚ ਇੱਕ ਨਿਵੇਕਲੀ ਗੱਲ ਹੋਈ ਆ ਕਿ ਸਮਾਜ ਦੇ ਸਾਰੇ ਹਿੱਸੇ ਜਿਹੜੇ ਨੇ ਉਹ ਇਸ ਮੁੱਦੇ ਦੇ ਉੱਪਰ ਇਕੱਠੇ ਹੋਏ ਆ। ਬਹਿਰੂ ਸਾਹਿਬ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ, ਤੁਸੀਂ ਵੀ ਕੀਤਾ, ਔਰ ਆਪਾਂ ਸਾਰੇ ਦੇਖ ਵੀ ਰਹੇ ਹਾਂ। ਤਾਂ ਅਜਿਹੇ ਵਿੱਚ ਇੱਕ ਅਜਿਹੀ ਮਹੱਤਵਪੂਰਨ ਗੱਲ ਇਹ ਹੁੰਦੀ ਕਿ ਸੰਘਰਸ਼ ਆਖਰ ਕਿਹੜੇ ਨੁਕਤਿਆਂ ਦੇ ਵਾਸਤੇ ਹੋ ਰਿਹਾ ਆ। ਸੋ ਉਹ ਪਰਟੀਕੂਲਰ ਜੇ ਪਿਨ ਪੁਆਇੰਟ ਕਰਕੇ ਦੱਸਣਾ ਹੋਵੇ ਕਿ ਆਹ ਨੁਕਤੇ ਨੇ ਸਾਡੇ ਸਾਰੇ ਸੰਘਰਸ਼ ਦੇ, ਤੇ ਉਹ ਕਿਹੜੀਆਂ ਐਸੀਆਂ ਮੰਗਾਂ ਨੇ, ਕਿਹੜੇ ਐਸੇ ਨੁਕਤੇ ਨੇ, ਬਿਲਕੁਲ ਪਿਨ ਪੁਆਇੰਟ ਕਰਕੇ ਦੱਸਣਾ ਹੋਵੇ ਤੇ ਉਹ ਕਿਹੜੇ ਆ। ਤੁਸੀਂ ਕੀ ਸਮਝਦੇ ਹੋ ਵੀ 10 ਕਿਸਾਨ ਜਥੇਬੰਦੀਆਂ ਦਾ ਵੀ ਪਲੇਟਫਾਰਮ ਉਸਰਿਆ ਹੋਇਆ, ਔਰ ਉਸ ਤੋਂ ਇਲਾਵਾ ਸਾਰੀਆਂ ਰਾਜਨੀਤਿਕ ਪਾਰਟੀਆਂ ਵੀ ਸ਼ਾਮਲ ਹੋਈਆਂ ਨੇ, ਪਰ ਇਸ ਸਾਰੇ ਕਾਸੇ ਦੇ ਵਿੱਚੋਂ ਤੁਹਾਨੂੰ ਲੱਗਦਾ ਕਿ ਕੁਝ ਇੱਕ ਪੁਆਇੰਟਡ ਮੁੱਦੇ ਹੈਗੇ ਆ ਜਾਂ ਮੰਗਾਂ ਹੈਗੀਆਂ ਨੇ ਜਿਹੜੀਆਂ ਇਸ ਸੰਘਰਸ਼ ਦੇ ਵਿੱਚ ਸਾਹਮਣੇ ਆਈਆਂ ਨੇ? ਮੇਰੇ ਖਿਆਲ ਪੰਨੂ ਸਾਹਿਬ ਹੋਣਾ ਦਾ ਇੰਟਰਨੈਟ ਦਾ ਕੋਈ ਲੱਗ ਰਹੀ ਦਿੱਕਤ। ਜੇ ਬਹਿਰੂ ਸਾਹਿਬ ਇਹ ਗੱਲ ਸੁਣ ਰਹੇ ਨੇ ਤਾਂ ਉਹ ਜਵਾਬ ਦੇ ਸਕਦੇ ਆ ਇਸ ਗੱਲ ਦਾ। ਜੀ ਨਹੀਂ, ਇਹ ਤਾਂ ਸਾਫ਼ ਹੋ ਗਿਆ। ਜਿਹੜੇ ਤਿੰਨੇ ਆਰਡੀਨੈਂਸ ਨੇ ਇਹ ਕੋਈ ਇਹਨਾਂ ਦੀ ਘੜੀ ਇਕੱਠੀ ਹੈ। ਇਹਨਾਂ ਦਾ ਭੁਲੇਖਾ ਪਾਓ ਵੀ ਇਹ 3 ਆਰਡੀਨੈਂਸ ਇਹ ਤਾਂ ਖੇਤੀ ਕਾਰੋਬਾਰ ਦੇ ਉੱਤੇ ਕਾਰਪੋਰੇਟ ਘਰਾਣਿਆਂ ਦਾ ਸਮੁੱਚਾ ਕਬਜ਼ਾ ਕਰਾਉਣ ਜਾ ਰਹੇ। ਕਦੇ ਸਾਡੀਆਂ ਮੰਗਾਂ ਵੀ ਫਸਲ ਪੈਦਾ ਕਰਦੇ ਹੋ ਤੇ ਪੂਰੀ ਕੀਮਤ ਨਹੀਂ ਮਿਲਦੀ, ਖਰਚੇ ਵੱਧ ਗਏ। ਹੁਣ ਤਾਂ ਸਾਨੂੰ ਇਹ ਖਤਰਾ ਪੈ ਗਿਆ ਵੀ ਜ਼ਮੀਨ ਅਸੀਂ ਜਿਹੜੀ ਪਿਤਾ ਪੁਰਖੀ ਜ਼ਮੀਨ ਹੈ, ਜਿਹਨੂੰ ਆਪਾਂ ਮਾਂ ਦਾ ਨਾਮ, ਦੂਜੀ ਮਾਂ ਦਾ ਵੀ ਨਾਂ ਦਿੰਦੇ ਆ, ਵੀ ਇਹਨੂੰ ਅਸੀਂ ਕਿਵੇਂ ਬਚਾਉਣਾ ਹੈ। ਇਹ ਇਸ ਲਈ ਸਾਡੀ ਨੌਜਵਾਨ ਪੀੜ੍ਹੀ ਸਮਝ ਗਈ ਹੈ ਵੀ ਇਹ ਤਾਂ ਸਾਡੇ ਪਿਤਾ ਪੁਰਖੀ ਕਿਤੇ ਵਕਤ ਪੈਣ ਵਾਲਾ ਹੈ। ਹੁਣ ਇਹ ਜਦੋਂ ਮੰਡੀਕਰਨ ਟੁੱਟ ਗਿਆ, MSC ਖਤਮ ਹੋ ਗਈ। ਦਰਅਸਲ ਮੈਂ ਪਿਛਾ ਥੋੜਾ ਧਿਆਨ ਦਿਵਾਉਣਾ ਚਾਹੁੰਦਾ ਵੀ 2014 ਵਿੱਚ ਨਰਿੰਦਰ ਮੋਦੀ ਨੇ ਇਹਦਾ ਮੁੱਢ ਬੱਧਾ ਸੀ। ਸ਼ਾਂਤਾ ਕੁਮਾਰ ਕਮਿਸ਼ਨ ਇੱਕ ਬਣਾਤਾ ਸੀ ਕਿ ਇਸ ਕਮਿਸ਼ਨ ਰਾਹੀਂ ਇੱਕ ਰਿਪੋਰਟ ਕਰਾਈ ਜਾਏ ਵੀ FCI ਜਿਹੜਾ ਪੂਰੀ ਖਰੀਦ ਪ੍ਰਬੰਧ 'ਚ ਲੱਗੀ ਹੋਈ ਹੈ, ਇਹਨੂੰ ਕਿਉਂ ਨਾ ਭੰਗ ਕੀਤਾ ਜਾਏ। ਤੇ ਉਹਨਾਂ ਦਾ ਆਪਦਾ ਹੀ ਸਾਬਕਾ ਮੁੱਖ ਮੰਤਰੀ ਸੀ, ਉਹਨੇ ਕਹਿਤਾ ਵੀ FCI ਨੂੰ ਖਤਮ ਕਰੋ, ਖੁੱਲੀ ਮੰਡੀ, ਜਿਹੜਾ ਹੁਣ ਇਹਨਾਂ ਨੇ ਨਾਅਰਾ ਦਿੱਤਾ ਇੱਕ ਦੇਸ਼ ਇੱਕ ਮੰਡੀ। ਇਸ ਲਈ ਇਹ ਬਹੁਤ ਸਾਡਾ ਵਿਸਫੋਟਕ ਮਸਲਾ ਬਣ ਗਿਆ, ਪਰ ਅਸੀਂ ਅੱਜ ਸਮਝ ਗਏ ਹਾਂ। ਔਰ ਸਭ ਤੋਂ ਪਹਿਲਾਂ ਮੈਂ ਚਰਚਾ ਦੇ ਵਿੱਚ ਸਭ ਪੰਜਾਬੀਆਂ ਦਾ, ਵਿਸ਼ੇਸ਼ ਕਰਕੇ ਕਿਸਾਨ ਜਥੇਬੰਦੀਆਂ, ਸਮੁੱਚੀਆਂ ਕਿਸਾਨ ਜਥੇਬੰਦੀਆਂ ਦਾ ਮੈਂ ਧੰਨਵਾਦ ਕਰਦਾ, ਸਾਰੇ ਸ਼ਹਿਰੀਆਂ ਦਾ, ਜਿਨ੍ਹਾਂ ਨੇ ਇੱਕ ਮੁੱਠਤਾ ਹੋ ਕੇ ਭਾਰਤ ਸਰਕਾਰ ਨੂੰ, ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਇੱਕ ਲੀਹ ਖਿੱਚ ਦਿੱਤੀ ਕਿ ਪੰਜਾਬ ਦੇ ਅਣਖੀ ਲੋਕ ਏਡਾ ਵੱਡਾ ਵਾਰ ਚੁੱਪ ਕਰਕੇ ਨਹੀਂ ਸਹਿਣਗੇ। ਸੜਕਾਂ ਤੇ ਹਾਲੀ ਤੇ ਅਸੀਂ ਆਏ ਆ, ਰੇਲਾਂ, ਪੰਨੂ ਸਾਹਿਬ ਕਹਿ ਰਹੇ ਨੇ ਰੇਲਾਂ ਰੁਕੀਆਂ, ਰੇਲਾਂ ਬੰਦ ਨੇ, 6 ਤੱਕ ਰਹਿਣੀਆਂ ਨੇ। ਤੇ 31 ਕਿਸਾਨ ਜਥੇਬੰਦੀਆਂ ਨੇ ਵੀ ਫੈਸਲਾ ਕਰ ਲਿਆ ਵੀ 1 ਤਰੀਕ ਤੋਂ ਅਣਮਿੱਥੇ ਸਮੇਂ ਤੱਕ ਅਸੀਂ ਉਹ ਰੇਲਾਂ, ਇਹ ਪੰਨੂ ਸਾਹਿਬ ਦਾ, ਦੂਜਿਆਂ ਦਾ, ਅਗਰਾਂ ਗਰੁੱਪ ਦਾ ਸਾਰਾ ਸਹਿਯੋਗ ਲੈ ਕੇ ਲੰਮਾ ਸਮਾਂ ਅਸੀਂ ਉਦੋਂ ਤੱਕ ਇਹ ਰੇਲਾਂ ਰੋਕਾਂਗੇ ਜਿੰਨਾ ਚਿਰ ਕੋਈ ਸਾਡੀ ਸੈਕਟਰ ਵਿੱਚ ਜਾਂ ਸੂਬਾ ਸਰਕਾਰ ਦੇ ਵਿੱਚ, ਮੁੱਖ ਮੰਤਰੀ ਨੂੰ ਵੀ ਅਸੀਂ ਅਪੀਲ ਕਰਦੇ ਆਪਣੇ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਵੀ ਜਿਸ ਤਰ੍ਹਾਂ ਤੁਸੀਂ ਸਾਡੀ ਮੰਗ ਤੇ ਕਿਸਾਨ ਜਥੇਬੰਦੀਆਂ ਦੇ ਸੁਝਾਅ ਕਰਕੇ ਤੁਸੀਂ ਵਿਧਾਨ ਸਭਾ 'ਚ 28 ਤਰੀਕ ਨੂੰ ਪਿਛਲੇ ਮਹੀਨੇ ਪਤਾ ਪਾ ਦਿੱਤਾ, ਇਹ ਆਰਡੀਨੈਂਸ ਸਾਨੂੰ ਨਾ ਕਰ ਦਿੱਤੀ ਵੀ ਪੰਜਾਬ ਸਰਕਾਰ ਦੀ ਨਿੰਦਿਆ ਕਰਕੇ ਖਤਮ ਕਰੋ, ਅਸੀਂ ਨਹੀਂ ਲਾਗੂ ਕਰਾਂਗੇ। ਇਸ ਤਰ੍ਹਾਂ ਹੁਣ ਜਦੋਂ ਕਾਨੂੰਨ ਬਣ ਗਿਆ, ਹੁਣ ਧਰਾਲੇਦਾਰ ਸਾਡਾ ਮੁੱਖ ਮੰਤਰੀ, ਉਦੋਂ ਪਾਵਰਫੁੱਲ ਪ੍ਰਧਾਨ ਮੰਤਰੀ ਹੈ ਕਿ ਇਹਨਾਂ ਦੀ ਸਥਿਤੀ ਅਸੀਂ ਹੁਣ ਨਹੀਂ ਖਿੱਚਦੇ ਨਹੀਂ। ਵੀ ਮੁੱਖ ਮੰਤਰੀ ਸਾਹਿਬ ਇੱਕ ਹੁਣ ਵਿਧਾਨ ਸਭਾ ਦਾ ਸਪੈਸ਼ਲ ਅਜਲਾਸ ਬਣਾ ਕੇ ਹੁਣ ਇਹ 2 ਟੁਕ
ਪੰਜਾਬ ਸਰਕਾਰ ਵੱਲੋਂ ਜਾਏ, ਸਾਡੀਆਂ ਭਾਵਨਾਵਾਂ ਮੁਤਾਬਕ ਜਾਏ ਵੀ ਅਸੀਂ ਇਹ ਕਿਸੇ ਵੀ ਕੀਮਤ ਤੇ ਪੰਜਾਬ ਸਰਕਾਰ ਨੂੰ ਲਾਗੂ ਕਰਾਂਗੇ। ਆਪਦੇ ਕਿਸਾਨਾਂ ਤੇ ਸੂਬਿਆਂ ਦੇ ਸਾਰਾ ਸਿਸਟਮ ਹੀ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਸੋ ਇਹ ਬਹੁਤ ਵੱਡਾ ਮਸਲਾ ਹੈ। ਔਰ ਦੇਸ਼ ਦੇ ਵਿੱਚ ਮੈਂ ਇੰਨਾ ਕਦੇ ਗੁੱਸਾ ਸਰਕਾਰ ਸਾਹਮਣੇ ਵੇਖਿਆ ਔਰ ਕਦੇ ਮੈਂ ਇੰਨਾ ਲੋਕਾਂ ਦਾ ਸਹਿਯੋਗ ਨਹੀਂ ਵੇਖਿਆ। ਤੇ ਅੱਜ ਅਸੀਂ ਬੜੀ ਚੜ੍ਹ ਦੇ ਵਿੱਚ, ਬੜੀ ਦਲੇਰੀ ਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇੱਕ ਵਿਸ਼ਵਾਸ, ਭਾਈਚਾਰੇ ਵੱਲੋਂ ਤਾਂ ਵਿਸ਼ਵਾਸ ਹੀ ਆਮ। ਜੀ ਬੈਰੂ ਸਾਹਿਬ, ਮੈਂ ਮਾਫੀ ਚਾਹੁੰਦਾ ਤੁਹਾਡੇ ਤੋਂ ਜੀ। ਮੈਂ ਤੁਹਾਡੀ ਗੱਲ ਸਾਡੇ ਕੋਲ ਆ ਗਈ ਹੈ ਜੀ। ਹੁਣ ਮੈਂ ਤੁਹਾਨੂੰ ਪੁੱਛਣਾ ਕਿ ਇਹ ਸਾਰੇ ਸੰਘਰਸ਼ 'ਚ ਜਿੱਦਾਂ ਹੁਣ ਅਗਲੇ ਵੀ ਤੁਸੀਂ ਦੱਸਿਆ ਕਿ ਜੋ ਤੁਹਾਡੀ ਰਣਨੀਤੀ ਹੈ, ਪਰ ਇਹ 'ਚ ਮੰਗਾਂ ਤੁਹਾਡੀਆਂ ਕੀ ਨੇ? ਜੇ ਬਿਲਕੁਲ ਜਿੱਦਾਂ ਪਰਮਜੀਤ ਸਿੰਘ ਉਹਨਾਂ ਨੇ ਕਿਹਾ ਕਿ ਪਿੰਨ ਪੁਆਇੰਟ ਕਰਨੀਆਂ ਹੋਣ ਕਿ ਕਿਹੜੀਆਂ ਮੋਟੇ ਜਿਹੇ ਰੂਪ 'ਚ ਤੁਹਾਡੀਆਂ ਮੰਗਾਂ ਕੀ ਨੇ? ਸੰਘਰਸ਼ ਜਿਹੜਾ ਕਰ ਰਹੇ ਆ ਇਹਦੇ 'ਚ ਮੰਗਾਂ ਆਪਣੀਆਂ ਕੀ ਨੇ ਜੀ? ਮੋਟੇ ਤੌਰ ਤੇ ਇਹ ਵੀ ਅੱਜ ਦੇ ਜਿਹੜੇ ਕਿਸਾਨ ਬਹੁਤ ਦੇ ਬ੍ਰੰਟ ਸਮਝ ਕੇ ਇਹਨਾਂ ਨੂੰ ਖਤਮ ਕੀਤਾ ਜਾਏ। ਉਹ ਬਿਜਲੀ ਕਿਸਾਨ ਦਾ ਜਿਹੜਾ ਆਜ ਘਾਟੇ ਦਾ ਪੈਦਾ ਕਰਾ ਮੰਡੀ ਦੇ ਵਿੱਚ ਰੁਲੇ ਨਾ, ਖੁੱਲੀ ਮੰਡੀ ਜਿਹੜੀ ਉਹਨੂੰ ਸਮਝੇ, ਕਿਉਂਕਿ ਸਾਡੀ ਨੈਸ਼ਨਲ ਜਥੇਬੰਦੀ ਮੇਰੀ ਮੈਂ ਕੰਮ ਕਰਦਾ, ਮੈਨੂੰ ਰਾਜਸਥਾਨ ਪਤਾ ਹੈ ਇੱਕ ਕਿਸਾਨ ਮੂੰਗਫਲੀ ਪੈਦਾ ਕਰਦਾ ਤੇ ਉਹਦੀ 25 ਕੁਆਂਟਲ ਹੀ ਖਰੀਦਦੇ ਨੇ, 75 ਜਿੱਥੇ ਮਰਜ਼ੀ ਲੈ ਜਾਏ। ਸੋ ਮੰਡੀਕਰਨ ਹੀ ਸਾਰਾ ਜੇ ਖਤਮ ਹੋ ਗਿਆ। ਔਰ ਪੰਜਾਬ ਦਾ ਮੰਡੀਕਰਨ ਤਾਂ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਬਹੁਤ ਲਿੰਕ ਸੜਕਾਂ ਔਰ ਜਿਹੜਾ ਖੁੱਲਾ ਵਪਾਰ ਇਹਨਾਂ ਨੇ ਕਿਹਾ ਵੀ ਮੰਡੀ ਤੇ ਬਾਹਰਲੀ ਚਾਰ ਦੀਵਾਰੀ ਤੋਂ ਉਹਨਾਂ ਨੂੰ ਕੋਈ ਲਾਇਸੈਂਸ ਨਹੀਂ, ਕੋਈ ਉਹਨਾਂ ਤੇ ਟੈਕਸ ਨਹੀਂ ਔਰ ਕੋਈ ਸਟੋਰੇਜ ਤੇ ਪਾਬੰਦੀ ਨਹੀਂ। ਉਹ ਭਾਵੇਂ ਲੱਖਾਂ ਟਨ ਸਟੋਰ ਕਰਕੇ ਫਿਰ ਆਪਣੀ ਮਰਜ਼ੀ ਨਾਲ ਉਹ ਵੇਚੀ ਨਾਗਰਿਕਤਾ ਨੂੰ ਮਹਿੰਗਾਈ ਲਾ ਕੇ ਕਾਰਗੁਜ਼ਾਰੀ ਕਰੇ। ਸੋ ਇਹਨਾਂ ਚਿੰਤਾ ਨੂੰ ਲੈ ਕੇ ਅਸੀਂ ਸੜਕਾਂ ਤੇ ਆਏ। ਸਾਡਾ ਕੋਈ ਸ਼ੌਂਕ ਨਹੀਂ ਹੈਗਾ। ਅੱਜ ਅਸੀਂ ਸਾਰਾ ਦਿਨ ਸੜਕਾਂ ਤੇ ਬੈਠੇ ਆ ਤੇ ਕੱਲ ਨੂੰ ਅਸੀਂ ਤਿਆਰੀ ਕਰਨੀ ਹੈ ਔਰ ਉਹ ਜਿਹੜੀਆਂ ਰੇਲਾਂ ਅਸੀਂ ਚੱਲ ਰੋਕੀਆਂ ਹੋਈਆਂ ਨੇ ਇਹਦੀ ਵੀ ਸਾਨੂੰ ਸਾਰੀ ਸਪੋਰਟ ਹੈ। ਅਸੀਂ ਸਾਰੇ ਮਿਲ ਕੇ ਚੱਲ ਰਹੇ ਹਾਂ। ਜਦੋਂ ਅਸੀਂ 2-4 ਜਥੇਬੰਦੀਆਂ ਇਕੱਠੀਆਂ ਹੋ ਕੇ ਫਿਰ ਉਹ ਅੱਜ 31 ਹੋ ਗਏ ਜਿਹੜੇ ਪੰਨੂ ਸਾਹਿਬ ਦੀ ਅਗਵਾਈ ਵਿੱਚ ਨੇ, ਉਹ ਵੀ ਅਸੀਂ ਅੰਤ ਨੂੰ ਸਾਰਾ ਥੋੜੇ ਦਿਨਾਂ ਵਿੱਚ ਹੀ ਦਿੱਲੀ ਜਾਣ ਵਾਸਤੇ ਸਾਰਿਆਂ ਨੇ ਸਿਰ ਜੋੜ ਕੇ ਇਕੱਠਾ ਇੱਕ ਹੱਲਾ ਬੋਲਣਾ ਹੈ। ਔਰ ਸਾਡਾ ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਨੇ। ਅੱਜ ਭਾਰਤ ਵੀ ਬੰਦ ਸੀ, ਪੰਜਾਬ ਵੀ ਬੰਦ ਸੀ, ਹਰਿਆਣਾ ਵੀ ਬੰਦ ਸੀ ਔਰ ਅਸੀਂ ਛੇਤੀ ਹੀ ਇੱਕ ਕੌਮੀ ਕਿਸਾਨ ਕੋਆਰਡੀਨੇਸ਼ਨ ਕਮੇਟੀ, ਜਿਵੇਂ ਅਸੀਂ ਪੰਜਾਬ ਵਿੱਚ ਪੰਜਾਬ ਦੀ ਬਣਾਈ ਕੋਆਰਡੀਨੇਸ਼ਨ ਕਮੇਟੀ, ਅਸੀਂ ਉਹ ਇੱਕ ਐਡਾ ਮਜ਼ਬੂਤ ਕਰਾਂਗੇ ਜਿਹੜਾ ਕਿ ਮੋਦੀ ਨੂੰ ਖੋਡੇ ਟੇਕਣੇ ਪੈਣਗੇ ਔਰ ਸਾਡੀਆਂ ਮੰਗਾਂ ਸੰਵਿਧਾਨਕ ਮੰਨਣੀਆਂ ਪੈਣਗੀਆਂ ਔਰ ਸੂਬਿਆਂ ਦੇ ਅਧਿਕਾਰਾਂ ਤੇ ਜਿਹੜਾ ਅੱਖ ਰੱਖ ਰਿਹਾ ਮੁੱਠੀ 'ਚ ਲੈਣ ਤੇ। ਇਹ ਅਸੀਂ ਜੰਮੂ ਕਸ਼ਮੀਰ ਦੀ ਗੱਲ ਪੰਨੂ ਸਾਹਿਬ ਕਰ ਰਹੇ ਸੀ। ਜਦੋਂ 370 ਧਾਰਾ ਤੋੜਤੀ ਤੇ ਜਿਹੜੇ ਵੱਧ ਅਧਿਕਾਰਾਂ ਦੀ ਮੰਗ ਇੱਥੇ ਸਾਡੀਆਂ ਰਾਜਨੀਤਿਕ ਪਾਰਟੀਆਂ, ਮੁੱਖ ਪਾਰਟੀਆਂ ਜਿਹਨਾਂ ਨੂੰ ਅਕਾਲੀ ਦਲ ਵੀ ਕਿਹਾ ਜਾ ਸਕਦਾ ਹੈ, ਉਹ ਮੁੱਖ ਦਰਸ਼ਕ ਬਣ ਕੇ ਉੱਥੇ ਵੋਟਾਂ ਪਾ ਕੇ ਆ ਜਾਂਦੇ ਨੇ ਔਰ ਬਹੁਤ ਚਿੰਤਾ ਦੀ ਵਿਸ਼ਾ ਹੈ। ਹੁਣ ਇੱਥੋਂ ਦੇ ਲੋਕ ਹੀ ਆਪਦੇ ਮਸਲਿਆਂ ਦੇ ਉੱਤੇ ਆਪਣੇ ਹੱਥੀਂ ਆਪਣਾ ਆਪੇ ਸਵਾਰੀਏ ਦੇ ਸਿਧਾਂਤ ਦੇ ਉੱਤੇ ਅਸੀਂ ਆ ਕੇ ਸਾਡਾ ਵਿਸ਼ਵਾਸ ਉੱਠ ਗਿਆ ਰਾਜਸੀ ਪਾਰਟੀਆਂ ਤੋਂ ਔਰ ਅਸੀਂ ਇੱਕ ਕਿਸਾਨ ਅੰਦੋਲਨ ਦੇ ਰੂਪ ਵਿੱਚ ਆਪਣਾ ਮੱਕਾ ਬਦਵਾਵਾਂਗੇ। ਸਤਨਾਮ ਸਿੰਘ ਪੰਨੂ ਜੀ, ਮੈਂ ਕਿਉਂਕਿ ਪਹਿਲੋਂ ਵੀ ਤੁਹਾਡੇ ਨਾਲ ਇਹੀ ਸਵਾਲ ਕੀਤਾ ਸੀਗਾ, ਮੈਂ ਚਾਹੁੰਦਾ ਕਿ ਸੰਖੇਪ ਦੇ ਵਿੱਚ ਕਿ ਕਿੰਨਾ ਨੁਕਤਿਆਂ ਦੇ ਉੱਪਰ ਸੰਘਰਸ਼ ਲੜਿਆ ਜਾ ਰਿਹਾ ਹੈ, ਜਾਂ ਆਪਾਂ ਮੋਟੇ ਲਫ਼ਜ਼ਾਂ ਦੇ ਵਿੱਚ ਕਹਿ ਲੈਂਦੇ ਹਾਂ ਕਿ ਮੰਗਾਂ ਕੀ ਨੇ, ਇਹ ਇੱਕ ਵਾਰ ਦੱਸੋ, ਫਿਰ ਆਪਾਂ ਆਪਣੀ ਗੱਲਬਾਤ ਅੱਗੇ ਚਲਾਉਂਦੇ। ਸਾਡੇ ਨਾਲ ਕੁਝ ਸਰੋਤੇ ਵੀ ਜੁੜੇ ਨੇ ਔਰ ਉਹਨਾਂ ਦੇ ਵੱਲੋਂ ਵੀ ਸਵਾਲ ਆ ਰਹੇ, ਫਿਰ ਉਹਨਾਂ ਨੂੰ ਵੀ ਆਪਾਂ ਮੁਖਾਤਿਬ ਹੋਵਾਂਗੇ ਤੇ ਹੋਰ ਵੀ ਸਾਡੇ ਨਾਲ ਕੁਝ ਮਾਹਰ ਹਨ, ਉਹਨਾਂ ਨੂੰ ਵੀ ਆਪਾਂ ਗੱਲਬਾਤ ਦੇ ਵਿੱਚ ਸ਼ਾਮਲ ਕਰਨਾ। ਪਰ ਪਹਿਲਾਂ ਮੈਂ ਚਾਹੁੰਦਾ ਵੀ ਇਹ ਗੱਲ ਤੁਸੀਂ ਦੱਸੋ ਕਿ ਨੁਕਤੇ ਕਿਹੜੇ ਨੇ ਜਿਨ੍ਹਾਂ ਦੇ ਉੱਪਰ ਸੰਘਰਸ਼ ਹੋ ਰਿਹਾ, ਜਾਂ ਬਿਲਕੁਲ ਪਿਨ ਪੁਆਇੰਟ ਕਹਿ ਕੇ ਕਹਿਣਾ ਹੋਵੇ ਕਿ ਮੰਗਾਂ ਕਿਹੜੀਆਂ ਨੇ? ਹਾਂ ਪਰਮਜੀਤ ਜੀ, ਆਪਣਾ ਦੇਖੋ ਮੰਗਾਂ ਤੇ ਇਸ ਵੇਲੇ ਤੇ ਜਿਹੜੀ ਆ ਮੰਗਾਂ ਕਿਸਾਨਾਂ ਦੀਆਂ ਬਹੁਤ ਆ। ਕਿਸਾਨੀ ਕਿਤੇ ਨੂੰ ਬਹੁਤ ਬੁਰੀ ਤਰ੍ਹਾਂ ਤਬਾਹ ਕੀਤਾ ਇਹਨਾਂ ਨੇ ਸਾਮਰਾਜੀ ਨੀਤੀਆਂ ਦੇ ਤਹਿਤ ਇਹਨਾਂ ਸਰਕਾਰਾਂ ਨੇ, ਭਾਵੇਂ ਉਹ ਸਰਕਾਰ ਕਿਸੇ ਦੀ ਹੋਵੇ, ਚਾਹੇ ਯੂਪੀਏ ਦੀ ਰਹੀ ਹੋਵੇ, ਚਾਹੇ ਉਹ ਐਨਡੀਏ ਦੀ ਸਰਕਾਰ ਆ, ਚਾਹੇ ਉਹ ਬਾਦਲ ਦੀ ਸਰਕਾਰ ਰਹੀ ਹੋਵੇ, ਚਾਹੇ ਇੱਥੇ ਅਮਰਿੰਦਰ ਦੀ ਸਰਕਾਰ ਆ ਕੈਪਟਨ ਦੀ। ਮਤਲਬ ਇਹਨਾਂ ਦੀ ਨੀਤੀ 'ਚ ਕੋਈ ਅੰਤਰ ਨਹੀਂ ਹੈਗਾ ਬਹੁਤਾ। ਸਾਡੀ ਮੰਗ ਜਿਹੜੀ ਇਸ ਟਾਈਮ ਦੇ ਉੱਤੇ ਆ ਉਹ ਇਹੀ ਆ ਵੀ ਜਿਹੜੇ ਤਿੰਨੋਂ ਆਰਡੀਨੈਂਸ ਆ, ਜਿਹੜਾ ਜੂਰੀ ਵਸਤਾ ਨਿਯਮ ਆਪਣਾ 1955 ਸੋਧ ਬਿੱਲ 2020, ਕਿਸਾਨ ਉਪਜ ਵਣਜ ਵਪਾਰ ਆਰਡੀਨੈਂਸ 2020, ਇਸ ਤਰ੍ਹਾਂ ਕੀਮਤ ਗਰੰਟੀ ਖੇਤੀ ਸੇਵਾਵਾਂ ਆਰਡੀਨੈਂਸ 2020, ਇਹ ਤਿੰਨੋਂ ਜਿਹੜੇ ਇੱਕ ਸੋਧ ਦੇ ਵਿੱਚ ਆਰਡੀਨੈਂਸ ਕੀਤੇ ਗਏ ਆ, ਇਹਨਾਂ ਨੂੰ ਰੱਦ ਕੀਤਾ ਜਾਵੇ। ਸਾਡੀ ਇਹ ਮੰਗ ਆ, ਇਸ ਮੰਗ ਨੂੰ ਲੈ ਕੇ ਅਸੀਂ ਲੜ ਰਹੇ ਹਾਂ।
ਦੂਸਰੇ ਪਾਸੇ ਜਿਹੜੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਜਾਂ ਉਹਨਾਂ ਦੇ ਜਿਹੜੇ ਹੈਗੇ ਆ ਮੰਤਰੀ ਸਾਹਿਬ 6 ਕਾਨਫਰੰਸਾਂ ਕਰ ਰਹੇ ਆ। ਪ੍ਰਧਾਨ ਮੰਤਰੀ ਰੋਜ਼ ਬੋਲ ਰਿਹਾ ਵੀ MSP ਜਿਹੜੀ ਆ ਜਾਰੀ ਰਹੇਗੀ, MSP ਜਾਰੀ ਰਹੇ। MSP ਜੇ ਜਾਰੀ ਰਹੇਗੀ ਤੇ ਉਹ MSP ਉਹਦਾ ਕੋਈ ਲਿਖਤੀ ਕਰੋ ਆਰਡੀਨੈਂਸਾਂ ਦੇ ਵਿੱਚ, ਉਹਦਾ ਕੋਈ ਜ਼ਿਕਰ ਕਰੋ। ਤਿੰਨੋਂ ਆਰਡੀਨੈਂਸਾਂ ਦੇ ਵਿੱਚ ਕਿਤੇ ਵੀ MSP ਬਾਰੇ ਜ਼ਿਕਰ ਤੱਕ ਨਹੀਂ ਹੈਗਾ। ਜੋ ਚ ਲਿਖਿਆ ਜਾਏ ਵੀ 23 ਫਸਲਾਂ ਜਿਹੜੀਆਂ ਜਿਹਦਾ MSP ਸਰਕਾਰ ਲਾਉਂਦੀ ਆ, ਉਹ MSP ਤੋਂ ਘੱਟ ਕੋਈ ਵੀ ਵਪਾਰੀ ਜੇ ਕੋਈ ਖਰੀਦੇਗਾ ਤਾਂ ਉੱਤੇ ਫੌਜਦਾਰੀ ਮੁਕੱਦਮਾ ਦਰਜ ਹੋਏਗਾ। ਤੇ MSP ਜਿਹੜੀ ਆ 23 ਫਸਲਾਂ ਦੀ ਜਿਹੜੀ ਆ ਸਰਕਾਰੀ ਖਰੀਦ ਜਾਰੀ ਰਹੇਗੀ। ਇਹ ਲਿਖਣ ਚ ਕੀ ਅਰਜ਼ ਹੈ? ਜੇ ਅਸੀਂ ਉਸ ਤਰ੍ਹਾਂ ਕਹਿ ਰਹੇ ਹਾਂ ਵੀ ਇਹ ਜਾਰੀ ਰਹੇਗੀ ਤੇ ਫਿਰ ਉਹ ਚ ਲਿਖਣ ਚ ਕੀ ਅਰਜ਼ ਬਣਦਾ? ਇਹਦਾ ਮਤਲਬ ਵੀ ਪਿੱਛੋਂ ਕਾਰਪੋਰੇਟ ਘਰਾਣੇ ਨੇ ਇਹਨਾਂ ਦੀ ਬਾਹ ਮਰੋੜੀ ਹੈ, ਬਿਲਕੁਲ ਲਿਖਣ ਨੂੰ ਤਿਆਰ। ਤੇ ਸਾਡੇ ਮੰਗ ਆ ਵੀ ਤਿੰਨੋਂ ਆਰਡੀਨੈਂਸ ਜਿਹੜੇ ਆ ਇਹ ਵਾਪਸ ਲੈ ਜਾਣ। ਇਹ ਕਿਸਾਨਾਂ ਦੇ ਵੈਰੀ ਆ, ਕਿਸਾਨਾਂ ਦੇ ਕਿੱਤੇ ਦੇ ਦੁਸ਼ਮਣ ਆ, ਪੰਜਾਬ ਦੇ ਪੰਜਾਬੀ ਵੈਰੀ ਆ, ਸੰਘੀ ਦੁਸ਼ਮਣ ਆ, ਸੰਘੀ ਢਾਂਚੇ ਨੂੰ ਜਿਹੜੇ ਕੇਂਦਰੀਕਰਨ ਕਰਨ ਵਾਲੇ ਆ। ਤੇ ਪੂਰੇ ਪੰਜਾਬ ਦੇ ਸਾਰੇ ਵਰਗਾਂ ਦਾ ਅਸਰ ਪੈਣਾ, ਦੁਕਾਨਦਾਰਾਂ ਦਾ ਅਸਰ ਪੈਣਾ, ਦਸਤਕਾਰਾਂ ਦੇ ਅਸਰ ਪੈਣਾ, ਆੜਤੀਆਂ ਦਾ ਅਸਰ ਪੈਣਾ, ਮੁਨੀਮਾਂ ਤੇ ਅਸਰ ਪੈਣਾ, ਪੱਲੇਦਾਰਾਂ ਤੇ ਮਜ਼ਦੂਰਾਂ ਦੇ ਅਸਰ ਪੈਣਾ, ਪੂਰੇ ਜੇ ਕਹਿ ਲਈਏ ਵਰਗਾਂ ਤੇ ਅਸਰ ਪੈਣਾ। ਇਸ ਕਰਕੇ ਅਸੀਂ ਤਿੰਨੋਂ ਆਰਡੀਨੈਂਸ ਰੱਦ ਕਰਨ ਦੀ ਮੰਗ ਕਰ ਰਹੇ ਹਾਂ। ਪਰ ਜੀ, ਸੋ ਮੁੱਖ ਰੂਪ ਦੇ ਵਿੱਚ ਦੋ ਨੁਕਤੇ ਜਿਹੜੇ ਨੇ ਉਹ ਮੈਂ ਤੁਹਾਡੀ ਗੱਲ ਦੇ ਵਿੱਚੋਂ ਸਮਝ ਸਕਿਆ ਕਿ ਇੱਕ ਤਾਂ ਜਿਹੜੀ ਘੱਟੋ ਘੱਟ ਸਮਰਥਨ ਮੁੱਲ ਹੈ ਉਹ ਜਾਰੀ ਰਹਿਣਾ ਚਾਹੀਦਾ ਔਰ ਸਰਕਾਰੀ ਖਰੀਦ ਜਿਹੜੀ ਹੈ ਉਹ ਜਾਰੀ ਰਹਿਣੀ ਚਾਹੀਦੀ ਹੈ। ਇਹ ਮੈਂ ਦਰੁਸਤ ਸਮਝ ਸਕਿਆ ਜੀ ਇਸ ਗੱਲ ਨੂੰ? ਹਾਂ, ਠੀਕ ਹੈ ਜੀ, ਬਿਲਕੁਲ ਠੀਕ ਹੈ। ਹੁਣ ਦੇਖੋ, ਦੋਵੇਂ ਇਹ ਵਿਵਸਥਾਵਾਂ ਪਿਛਲੇ ਸਾਰੇ ਸਮੇਂ ਦੇ ਦੌਰਾਨ ਲਾਗੂ ਰਹੀਆਂ ਨੇ। ਆਪਾਂ ਨੂੰ ਪਤਾ ਹੈ ਕਿ ਵੈਸੇ ਤਾਂ ਜਦੋਂ ਆਪਾਂ ਅੰਕੜੇ ਦੇਖਦੇ ਆ ਤਾਂ ਪੂਰੇ ਇਸ ਖਿੱਤੇ ਦੇ ਵਿੱਚ ਪੰਜਾਬ ਤੇ ਹਰਿਆਣਾ ਜਾਂ ਕੁਝ ਸੂਬੇ ਹੁਣ ਪਿਛਲੇ ਕੁਝ ਸਾਲਾਂ ਦੇ ਵਿੱਚ ਆ ਕੇ ਰਲੇ ਆ ਜਿੱਥੇ ਘੱਟੋ ਘੱਟ ਸਮਰਥਨ ਮੁੱਲ ਮਿਲਦਾ ਰਿਹਾ। ਨਹੀਂ ਤਾਂ 90% ਤੱਕ ਵੀ ਅੰਕੜੇ ਦੱਸਦੇ ਆ ਵੀ ਕਿਸਾਨ ਇਸ ਤਰ੍ਹਾਂ ਦੇ ਰਹੇ ਜਿਨ੍ਹਾਂ ਨੂੰ ਇਹ ਨਹੀਂ ਮਿਲਦਾ ਰਿਹਾ। ਪਰ ਜੇਕਰ ਇਹ ਗੱਲ ਠੀਕ ਆ, ਆਪਾਂ ਸਾਰੇ ਇਹ ਗੱਲ ਨੂੰ ਸਮਝਦੇ ਵੀ ਇਹ ਦੋ ਗੱਲਾਂ ਵੀ ਜੇਕਰ ਜਾਂਦੀਆਂ ਨੇ ਤੇ ਫਿਰ ਪਿੱਛੇ ਕੁਝ ਨਹੀਂ ਬਚਦਾ। ਪਰ ਇਹਨਾਂ ਦੋਵਾਂ ਗੱਲਾਂ ਦੇ ਹੁੰਦਿਆਂ ਹੋਇਆਂ ਵੀ ਤਾਂ ਕਿਸਾਨਾਂ ਦੀ ਹਾਲਤ ਪਿਛਲੇ ਸਾਰੇ ਸਮੇਂ ਦੇ ਦੌਰਾਨ ਤਰਾਸਦਿਕ ਬਣੀ ਰਹੀ ਹੈ ਨਾ। ਹਾਂ, ਬਿਲਕੁਲ ਬਣੀ ਰਹੀ ਹੈ ਜੀ, ਬਿਲਕੁਲ ਬਣੀ ਰਹੀ ਆ। ਡਾਕਟਰ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਵੀ 2006 ਦੀ ਪਈ, ਉਹ ਵੀ ਲਾਗੂ ਨਹੀਂ ਕੀਤੀ। ਫਿਰ ਸੂਚਕ ਅੰਕ ਨਾਲ ਜਿਹੜੀ ਜੋੜ ਕੇ ਅਸੀਂ ਗੱਲ ਆਉਂਦੇ ਆ ਵੀ ਸੂਚਕ ਅੰਕ ਨਾਲ ਭਾਅ ਨਾਲ ਜੋੜ ਕੇ ਕਿਸਾਨਾਂ ਨੂੰ ਭਾਅ ਦਿੱਤੇ ਜਾਣ, ਉਹ ਵੀ ਕਿਤੇ ਗੱਲ ਨਹੀਂ ਮੰਨੀ ਗਈ। ਹੁਣ ਜਿਹੜਾ ਥੋੜਾ ਬੜਾ ਘੱਟੋ ਘੱਟ ਸਮਰਥਨ ਮੁੱਲ ਮਿਲਦਾ ਸੀਗਾ ਉਸ ਤੋਂ ਵੀ ਸਰਕਾਰ ਭੱਜ ਰਹੀ ਆ। ਜਿਹੜੀ ਹਾਲਤ ਕਿਸਾਨਾਂ ਦੀ ਕਰਜ਼ੇ ਨਾਲ ਹੋਈ ਆ, ਹਿੰਦੁਸਤਾਨ ਦੇ ਵਿੱਚ ਲੱਖਾਂ ਕਿਸਾਨ, 46 ਕਿਸਾਨ ਰੋਜ਼ ਖੁਦਕੁਸ਼ੀ ਕਰ ਰਹੇ ਆ, 4.25 ਲੱਖ ਕਿਸਾਨ ਖੁਦਕੁਸ਼ੀ ਕਰ ਗਿਆ। ਪੰਜਾਬ 'ਚ ਜਿਹੜੇ 5-4 ਕਿਸਾਨ ਰੋਜ਼ ਖੁਦਕੁਸ਼ੀ ਕਰ ਰਹੇ ਆ। 4 ਇੰਤਜ਼ਾਜ ਜਿੱਥੇ ਖੁਦਕੁਸ਼ੀਆਂ ਹੋਈਆਂ ਵਾ, ਉਹ ਕਿਸਾਨੀ ਕਿੱਤੇ ਦਾ ਜਿਹੜਾ ਵਾ ਉਹ ਜਿਹੜਾ ਘਾਟੇ ਬੰਦਾ ਤਾਂ ਕਰਕੇ ਹੋ ਰਹੀ ਆ। ਉਹਦੇ ਲਈ ਤੇ ਜਿਹੜਾ ਵਾ ਕਿਸਾਨ ਜਿਹੜਾ ਇੱਕ ਮਾਡਲ ਬਣਾਇਆ ਜਾਵੇ, ਖੇਤੀ ਕਿਸਾਨ ਪੱਖੀ ਮਾਡਲ ਬਣਾਇਆ ਜਾਵੇ, ਕੁਦਰਤ ਪੱਖੀ ਜਿਹੜਾ ਖੇਤੀ ਮਾਡਲ ਬਣਾਇਆ ਜਾਵੇ। ਪਰ ਇਧਰਲੇ ਬੰਨੇ ਤੇ ਉਹ ਜਿਹੜੀ MSP ਘੱਟੋ ਘੱਟ ਮਿਲਦੀ ਸੀ ਉਹ ਵੀ ਖੋਣ ਦੀ ਤਿਆਰੀ ਆ। ਹੁਣ ਤੁਸੀਂ ਵੇਖੋ ਹਰਿਆਣੇ ਦੇ ਆਪਣੇ ਬਿਹਾਰ ਦੇ ਕਿਸਾਨਾਂ ਦਾ ਕੀ ਹਾਲ ਹੋਇਆ 2006 ਚ ਜਦੋਂ ਇਹਨਾਂ MSP ਤੋੜਤੀ, ਉੱਥੇ ਉਹਦਾ ਜਿਹੜਾ ਮੰਡੀਆਂ ਤੋੜਤੀਆਂ, APMC ਐਕਟ ਖਤਮ ਕਰਤਾ। ਤੇ ਤੁਸੀਂ ਬਿਹਾਰ ਦੇ ਕਿਸਾਨਾਂ ਦਾ ਹਾਲਤ ਆਪਾਂ ਦੇਖ ਸਕਦੇ ਹਾਂ ਵੀ ਉਹਨਾਂ ਦੀ ਕੀ ਹਾਲਤ ਬਣੀ ਹੈ। ਅੱਜ ਉਹਨਾਂ ਦੀ ਸਭ ਤੋਂ ਜਿਹੜੀ ਸਾਲਾਨਾ ਘੱਟ ਆਮਦਨ ਆ, ਫਿਰ ਉਹਨਾਂ ਦੀ ਚੀਜ਼ ਜਿਹੜੀ 1000-1200 ਨੂੰ ਲੈ ਕੇ ਉਹੀ ਚੀਜ਼ ਜਿਹੜੀ ਇੱਥੇ ਵਪਾਰੀ ਲਿਆ ਕੇ ਇੱਥੇ MSP ਦੇ ਆਧਾਰ ਤੇ ਵੇਚਦੇ ਆ। ਮਤਲਬ ਜੇ ਬਿਹਾਰ ਦਾ ਕਿਸਾਨ ਦਾ ਇਹ ਹਾਲ ਜੇ 2006 ਚ ਇਹ ਮੰਡੀ ਨਿੱਜੀਕਰਨ ਕਰਕੇ ਨਹੀਂ ਬਦਲਿਆ ਤੇ ਬਾਕੀ ਪੰਜਾਬ 'ਚ ਜਿਹੜਾ ਵਾ ਬਾਕੀ ਜਿਹੜੇ ਪੂਰੇ ਦੇਸ਼ 'ਚ ਲਾਗੂ ਕਿਉਂ ਕੀਤਾ ਜਾ ਰਿਹਾ? ਫਿਰ ਇਹ ਅਮਰੀਕਾ ਦੇ ਵਿੱਚ ਵੀ ਇਹ ਜਿਹੜੀ ਖੁੱਲੀ ਮੰਡੀ ਵਾਲੀ ਨੀਤੀ ਆ ਫੇਲ ਹੋ ਚੁੱਕੀ ਹੈ। ਇਹ ਯੂਰਪ ਦੇ ਵਿੱਚ ਫੇਲ ਹੋ ਚੁੱਕੀ ਹੈ, ਬਿਹਾਰ 'ਚ ਫੇਲ ਹੋ ਚੁੱਕੀ ਆ। ਫਿਰ ਇਹ ਸਾਰੇ ਦੇਸ਼ 'ਚ ਲਾਗੂ ਕਿਉਂ ਕੀਤੀ ਜਾ ਰਹੀ ਹੈ? ਫਿਰ ਦੂਜੇ ਬੰਨੇ ਕਹਿ ਰਹੇ ਵੀ ਕਿਸਾਨਾਂ ਦੇ ਫਾਇਦੇ 'ਚ ਹੈ। ਜੇ ਕਿਸਾਨ ਚਾਹੁੰਦੇ ਵੀ ਸਾਡੇ ਇਹ ਫਾਇਦੇ 'ਚ ਨਹੀਂ, ਫਿਰ ਤੁਸੀਂ ਇਹਨੂੰ ਲਾਗੂ ਕਿਉਂ ਕਰ ਰਹੇ ਹੋ? ਤੇ ਕੋਈ ਆਂਦੇ ਜੋ ਫਾਇਦੇ 'ਚ ਆ, ਜਦੋਂ ਉਹ ਨਹੀਂ ਉਹਨਾਂ ਨੂੰ ਉਹ ਜਿਹੜੀ ਉਹ ਵਟਾ ਨਹੀਂ ਖਾ ਰਹੀ ਤੇ ਫਿਰ ਤੁਸੀਂ ਲਾਗੂ ਕਿਉਂ ਕਰ ਰਹੇ ਜੋ? ਇਸ ਕਰਕੇ ਜਿਹੜੀ ਸਰਕਾਰ ਆ ਬਿਲਕੁਲ ਹਾਂ, ਇਹ ਦੋਵੇਂ ਨੁਕਤੇ ਤੁਹਾਡੀ ਗੱਲਬਾਤ ਦੇ ਵਿੱਚ ਵੀ ਆਏ, ਸਤਨਾਮ ਸਿੰਘ ਬਹਿਰੂ ਹੋਣਾ ਦੀ ਦੇ ਵਿੱਚ ਵੀ ਆ, ਔਰ ਜਿਹੜਾ ਢੰਗ ਤਰੀਕਾ ਆ ਉਹ ਆਪਣੇ ਆਪ ਦੇ ਵਿੱਚ ਹੀ ਇਹ ਗੱਲ ਦੱਸਦਾ ਆ। ਆਪਣੇ ਨਾਲ ਸਰਦਾਰ ਅਜੇਪਾਲ ਸਿੰਘ ਬਰਾੜ ਨੇ, ਉਹ ਲੇਖਕ ਨੇ, ਵਿਸ਼ਲੇਸ਼ਕ ਨੇ ਔਰ ਕਾਫੀ ਇਹਨਾਂ ਮਾਮਲਿਆਂ ਦੇ ਉੱਪਰ ਨਜ਼ਰ ਰੱਖਦੇ ਆ। ਔਰ ਦਵਿੰਦਰ ਸਿੰਘ ਸੇਖੋਂ ਵੀ ਨੇ, ਮੈਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿਣਾ। ਸੋ ਆਪਾਂ ਇਹ ਚਾਹਾਂਗੇ ਵੀ ਹੁਣ ਅੱਗੇ ਦੀ ਜਿਹੜੀ ਗੱਲਬਾਤ ਆ ਆਪਾਂ ਉਹਨਾਂ ਦੀਆਂ ਵੀ ਟਿੱਪਣੀਆਂ ਲਈਏ ਔਰ ਉਹਨਾਂ ਦੇ ਜੋ ਇਸ ਬਾਰੇ ਦੇ ਵਿੱਚ ਸਵਾਲ ਹੋਣ ਜਾਂ ਸਾਡੇ ਕਿਸਾਨ ਆਗੂ ਜਿਹੜੇ ਜੁੜੇ ਹੋਏ ਨੇ ਨਾਲ, ਉਹਨਾਂ ਨੂੰ ਵੀ ਆਪਾਂ ਮੁਖਾਤਬ ਹੋ ਸਕਦੇ ਹਾਂ।
ਸੋ ਅਜੇਪਾਲ ਸਿੰਘ ਬਰਾੜ ਜੀ, ਮੈਂ ਇਹ ਜਾਨਣਾ ਚਾਹੁੰਦਾ ਕਿ ਦੇਖੋ ਜਿਸ ਤਰ੍ਹਾਂ ਦੀ ਹੁਣ ਸਿਚੁਏਸ਼ਨ ਬਣੀ ਹੈ, ਇੱਕ ਬੜਾ ਅਨਪ੍ਰੈਸੀਡੈਂਟਡ ਰਿਸਪੌਂਸ ਜਿਹੜਾ ਹੈ ਉਹ ਸਮਾਜ ਦੇ ਸਾਰੇ ਹਿੱਸਿਆਂ ਦੇ ਵੱਲੋਂ ਮਿਲਿਆ ਆ, ਔਰ ਉਹਦੇ ਵਿੱਚ ਵੀ ਜੋ ਹੁਣ ਤੱਕ ਮੁੱਖ ਗੱਲ ਸਾਹਮਣੇ ਆ ਰਹੀ ਆ ਉਹ ਪਿਛਲੇ ਪ੍ਰਬੰਧ ਨੂੰ ਲਾਗੂ ਰੱਖਣ ਦੀ ਆ ਰਹੀ ਹੈ। ਤੁਹਾਡੀ ਕੀ ਟਿੱਪਣੀ ਹੈ ਇਸ ਮਾਮਲੇ ਦੇ ਵਿੱਚ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਇਹਨਾਂ ਨੂੰ ਆਪਾਂ ਨੂੰ ਥੋੜਾ ਜਿਹਾ ਨਾ ਜੀ ਪਿੱਛੇ ਜਾ ਕੇ ਦੇਖਣਾ ਪਊਗਾ ਆਰਡੀਨੈਂਸਸ ਤੋਂ ਤੇ ਹੋਰ ਤੋਂ। ਜਿਹੜਾ ਗੁੱਸਾ ਬਣਿਆ ਹੋਇਆ ਲੋਕਾਂ ਚੋਂ ਕੱਲਾ ਇਹ ਫਾਰਮਿੰਗ ਆਰਡੀਨੈਂਸਸ ਕਰਕੇ ਨਹੀਂ ਬਣਿਆ, ਉਹ ਇਹਦੀ ਮੈਨੀਫੈਸਟੇਸ਼ਨ ਹੈ ਕਿ ਉਹਨੇ ਸਾਰੇ ਲੋਕਾਂ ਨੂੰ ਇਕੱਠਾ ਕਰਤਾ। ਜਿਹੜਾ ਪਿੱਛੇ ਸਰਕਾਰਾਂ ਦਾ, ਸਪੈਸ਼ਲੀ ਮੋਦੀ ਸਰਕਾਰ ਦਾ ਜੋ ਨੀਤੀ ਰਹੀ ਆ ਮਾਈਨੋਰਿਟੀਜ਼ ਨਾਲ, ਜਾਂ ਜੋ ਬਸਤੀਵਾਦੀ ਅਪਰੋਚ ਜਾਂ ਕੇਂਦਰੀਕਰਨ ਦੀ ਅਪਰੋਚ ਉਹਨੇ ਰੱਖੀ ਆ ਇਹਨਾਂ ਸਟੇਟਾਂ ਨਾਲ, ਉਹਦਾ ਗੁੱਸਾ ਕਿਤੇ ਨਾ ਕਿਤੇ ਨਿਕਲ ਰਿਹਾ। ਜਿਵੇਂ ਕੋਵਿਡ ਉਹਨੇ ਹੈਂਡਲ ਕੀਤਾ, ਜਾਂ ਰੋਜ਼ਗਾਰ ਦੀ ਜੋ ਦਿੱਕਤਾਂ ਉਹ ਵੀ ਨਿਕਲ ਰਹੀਆਂ। ਹੁਣ ਆਪਾਂ ਆਈਏ ਖੇਤੀਬਾੜੀ ਤੇ। ਜਿਵੇਂ ਤੁਸੀਂ ਇਹਨਾਂ ਨੂੰ ਪੁੱਛਿਆ ਸਰਦਾਰ ਸਤਨਾਮ ਸਿੰਘ ਹੋਰਾਂ ਨੂੰ ਕਿ ਵੀ ਸਾਡਾ ਟੀਚਾ ਕੀ ਆ, ਜੇ ਟੀਚਾ ਸਿਰਫ ਆਰਡੀਨੈਂਸਸ ਹੀ ਖਤਮ ਕਰਨਾ ਹੈ ਫਿਰ ਉਹ ਕੋਈ ਟੀਚਾ ਨਹੀਂਗਾ, ਕਿਉਂਕਿ ਮਸਲਾ ਆਰਡੀਨੈਂਸਸ ਦਾ ਨਹੀਂਗਾ। ਮਸਲਾ ਇਹ ਹੈ ਕਿ ਕੀ ਐਮਐਸਪੀ ਤੇ ਪਰਚੇਜ਼ ਹੁੰਦੀ ਰਹੂਗੀ ਕਿ ਨਹੀਂ ਹੁੰਦੀ ਰਹੂਗੀ, ਤੇ ਜੇ ਹੁੰਦੀ ਰਹੂਗੀ ਤਾਂ ਕੀ ਐਮਐਸਪੀ ਦਾ ਲਿੰਕ ਕਿਸੇ ਤਰੀਕੇ ਨਾਲ ਤੁਹਾਡਾ ਜਿਹੜੀ ਮਹਿੰਗਾਈ ਦਰ ਆ ਉਹਦੇ ਨਾਲ ਹੁੰਦਾ ਹੈ ਕਿ ਨਹੀਂ ਹੁੰਦਾ। ਜੇ ਉਹ ਹਾਂ ਵੀ ਕਰ ਦਿੰਦੇ ਆ ਕਿ ਐਮਐਸਪੀ ਤੇ ਪਰਚੇਜ਼ ਹੁੰਦੀ ਰਹੂਗੀ, ਤੇ ਕਰਦੇ ਵੀ ਰਹਿਣ, ਤੇ ਐਮਐਸਪੀ ਜਿਵੇਂ ਐਤਕੀ ਵਾਰ 50 ਰੁਪਏ ਵਧਾਈ ਹੈ, 2.2% ਵਧਾਈ ਹੈ ਜੀ ਉਹਨਾਂ ਨੇ ਵੀਟ ਦੀ ਐਮਐਸਪੀ। ਦੂਜੇ ਪਾਸੇ ਇਨਫਲੇਸ਼ਨ ਜਿਹੜੀ ਆ ਕੰਟਰੀ ਦੇ ਵਿੱਚ, ਜਿਹੜੀ ਮਹਿੰਗਾਈ ਦਰ ਕਹਿੰਦੇ ਉਹ 6% ਹੈਗੀ ਆ। ਸੋ ਲਾਗਤ ਤੁਹਾਡੀ 6% ਵਧੀ ਆ, ਤੁਹਾਡੀ ਜਿਹੜੀ ਕੀਮਤ ਆ ਵੇਚਣ ਦੀ ਉਹ 2% ਵਧੀ ਹੈ, 2.5% ਵਧੀ ਆ। ਤਾਂ 5-7 ਸਾਲਾਂ ਦੇ ਵਿੱਚ ਐਮਐਸਪੀ ਤੇ ਵੀ ਨਹੀਂ ਤੁਸੀਂ ਵੇਚਣ ਨੂੰ, ਤੁਹਾਨੂੰ ਐਮਐਸਪੀ ਘਾਟਾ ਹੀ ਦਿਆ ਕਰੂਗੀ। ਤਾਂ ਐਮਐਸਪੀ ਨਹੀਂ ਕੋਈ ਹੱਲ ਹੈਗਾ ਇਕੱਲਾ, ਇਹ ਸਮੁੱਚਾ ਮੰਗ ਰੱਖਣੀ ਚਾਹੀਦੀ ਇਹਨਾਂ ਨੂੰ। ਤੇ ਜਿੱਥੋਂ ਤੱਕ ਮੈਨੂੰ ਜਿਵੇਂ ਗੱਲਬਾਤ ਤੋਂ ਇਹ ਸਮਝ ਆ ਰਿਹਾ, ਤੇ ਅੱਜ ਜੋ ਮੈਂ ਪ੍ਰਦਰਸ਼ਨ ਵੇਖੇ, ਹਲੇ ਤੱਕ ਸਿਰਫ ਗੁੱਸਾ ਜ਼ਾਹਰ ਹੋ ਰਿਹਾ ਹੈ, ਹਲੇ ਤੱਕ ਕੋਈ ਮੰਗ ਨਹੀਂ ਨਿਕਲ ਕੇ ਆ ਰਹੀ। ਇਹ ਇੱਕ ਰੋਹ, ਇੱਕ ਗੁੱਸਾ, ਇੱਕ ਕਿ ਵੀ ਸਾਡੇ ਨਾਲ ਧੱਕਾ ਹੋ ਰਿਹਾ ਉਹ ਸਾਹਮਣੇ ਆ ਰਿਹਾ, ਤੇ ਉਹ ਧੱਕਾ ਕਿਤੇ ਨਾ ਕਿਤੇ ਕਾਰਪੋਰੇਟ ਸਾਲ ਨੂੰ ਡਾਇਰੈਕਟ ਹੋ ਕੇ ਤੇ ਹੋਰ ਹੀ ਪਾਸੇ ਚੱਲ ਗਿਆ। ਹਾਲਾਂਕਿ ਇਹ ਗੱਲ ਆਪਾਂ ਨੂੰ ਸਮਝਣੀ ਚਾਹੀਦੀ ਹੈ ਕਿ ਵੀ ਫੂਡ ਸਿਕਿਉਰਿਟੀ ਜਿਹੜੀ ਹੈ ਜਾਂ ਖਾਣੇ ਦਾ ਜਿਹੜਾ ਮਸਲਾ ਹੈ, ਉਹਦੇ ਵਿੱਚ ਦੇਸ਼, ਕੋਈ ਦੇਸ਼ ਵੀ ਹੋਵੇ, ਉਹ ਉਹਨੂੰ ਸਬਸਿਡਾਈਜ਼ ਕਰਦਾ ਹੈ। ਇੱਥੋਂ ਅਮਰੀਕਾ ਦਾ, ਜੇ ਅਮਰੀਕਾ ਨੇ WTO ਦੇ ਵਿੱਚ ਕੀਤਾ ਹੋਇਆ, ਤਾਂ ਅਮਰੀਕਾ ਨੇ ਆਪਦੇ ਜਿਹੜਾ ਕਿਸਾਨ ਆ ਉਹਨੂੰ ਤਕਰੀਬਨ $60,000 $62,000 ਦੀ ਮਦਦ ਕਰਦਾ, ਜਿਹੜੀ 3.5 ਲੱਖ ਰੁਪਇਆ ਇੱਕ ਮਹੀਨੇ ਦੀ ਬਣਦੀ ਆ। ਭਾਰਤ ਸਰਕਾਰ ਕੀ ਦਿੰਦੀ ਆ ਆਪਦੇ ਫਾਰਮਰ ਨੂੰ, ਜਿਹਨੇ ਉਹਨੂੰ ਫੂਡ ਸਿਕਿਉਰਿਟੀ ਦਿੱਤੀ ਵੀ ਆ? ਕੁਛ ਵੀ ਨਹੀਂ। ਉਸੇ WTO ਜਾਂ ਐਗਰੀਮੈਂਟ ਆਫ ਐਗਰੀਕਲਚਰ ਦੇ ਵਿੱਚ ਪੈਨਸ਼ਨਾਂ ਦਿੱਤੀਆਂ ਜਾ ਸਕਦੀਆਂ, ਬਿਜਲੀ ਘਰਾਂ ਦੀ ਫ੍ਰੀ ਦਿੱਤੀ ਜਾ ਸਕਦੀ, ਬਹੁਤ ਕੁਝ ਦਿੱਤਾ ਜਾ ਸਕਦਾ। ਫਿਰ ਇਹ ਜੇ ਆਰਡੀਨੈਂਸ ਆਉਂਦੇ ਰਹਿਣਗੇ ਤਾਂ ਚਲੋ ਫਿਰ ਵੀ ਮੰਨਿਆ ਜਾ ਸਕਦਾ ਕਿ ਇਨਕਮ ਸਿਕਿਉਰ ਕਰਤੀ ਫਾਰਮਰ ਦੀ। ਹੁਣ ਤਾਂ ਇਹ ਆਰਡੀਨੈਂਸ ਤਾਂ ਲਾਸਟ ਸਟ੍ਰੋ ਹੈਗਾ, ਜਿਹਨੂੰ ਆਪਾਂ ਕਹਿੰਦੇ ਨਾ ਅੰਗਰੇਜ਼ੀ ਚ ਕਿ ਲਾਸਟ ਸਟ੍ਰੋ ਇਨ ਦੀ ਕੈਮਲਸ ਬੈਕ, ਕਿ ਵੀ ਅਖੀਰਲੀ ਲੱਕ ਭੰਨਣਾ ਉਹਨੇ, ਕਿ ਵੀ ਤੁਹਾਡੀਆਂ ਮੰਡੀਆਂ ਵੀ ਖਤਮ ਕਰ ਦੇਣੀਆਂ ਤਾਂ ਕਿ ਤੁਹਾਡੀ ਪ੍ਰੋਟੈਸਟ ਦਾ ਵੀ ਆਪਣਾ ਤਰੀਕਾ ਖਤਮ ਹੋ ਜੇ। ਤੇ ਸਰਦਾਰ ਸਤਨਾਮ ਸਿੰਘ ਹੋਰਾਂ ਨੂੰ, ਪੰਨੂ ਸਾਹਿਬ ਨੂੰ ਵੀ, ਤੇ ਸਰਦਾਰ ਸਤਨਾਮ ਸਿੰਘ ਨੂੰ ਵੀ ਮੈਂ ਇਹ ਕਹਿਣਾ ਚਾਹੂੰਗਾ ਕਿ ਵੀ ਇਕੱਲਾ ਤੁਹਾਡਾ ਟੀਚਾ ਆਰਡੀਨੈਂਸਸ ਖਤਮ ਕਰਨਾ ਨਹੀਂ ਹੋਣਾ। ਜੇ ਆਰਡੀਨੈਂਸ ਖਤਮ ਹੋਣ ਨਾਲ ਕੀ ਤੁਹਾਡੇ ਮਸਲੇ ਹੱਲ ਨਹੀਂ ਹੋਣੇ, ਉਹ ਫਿਰ ਕਿਸੇ ਹੋਰ ਰੰਗ ਰੂਪ ਚ ਆ ਜਾਣਗੇ, ਜਾਂ ਆਰਡੀਨੈਂਸ ਚ ਕੋਈ ਸੋਧ ਵੀ ਕਰ ਦੇਣਗੇ ਤਾਂ ਕਿਸੇ ਹੋਰ ਰੂਪ ਚ ਆ ਜਾਣਗੇ, ਜਿਵੇਂ ਐਮਐਸਪੀ ਨੂੰ ਉਹਨਾਂ ਨਹੀਂ ਵਧਾਉਣਗੇ, ਜਾਂ ਐਮਐਸਪੀ ਪਹਿਲਾਂ ਵੀ ਤਾਂ 23 ਚੀਜ਼ਾਂ ਤੇ ਹੈਗੀ ਆ, ਸਿਰਫ 2 ਤੇ ਉਹ ਜਾਰੀ ਕਰਦੇ ਆਰਡਰ। ਐਮਐਸਪੀ ਕੋਈ ਲੀਗਲ ਵੈਲਿਡਿਟੀ ਹੈ ਨਹੀਂ ਉਹਦੀ, ਜਾਂ ਕੋਈ ਉਹ ਕਿਹੜਾ ਕੋਈ ਕਨਸਟੀਟਿਊਸ਼ਨਲ ਗਾਰੰਟੀ ਹੈਗੀ ਆ ਪਰਚੇਜ਼ ਦੀ। ਸੋ ਇਹ ਚੀਜ਼ਾਂ ਇਹਨਾਂ ਨੂੰ ਦੇਖਣੀਆਂ ਚਾਹੀਦੀਆਂ। ਲੋਕਾਂ ਦੇ ਵਿੱਚ ਜ਼ਰੂਰ ਲੋਕੀ ਇਹਨਾਂ ਦਾ ਸਾਥ ਦੇ ਰਹੇ ਆ, ਅੱਗੇ ਵਧ ਰਹੇ ਆ, ਪਰ ਜੇ ਇਹ ਥੋੜਾ ਜਿਹਾ ਸਲਿਪ ਕਰ ਗਏ ਜਾਂ ਨਹੀਂ ਹੱਕ ਲੈ ਕੇ ਦੇ ਸਕੇ ਤਾਂ ਲੋਕਾਂ ਨੂੰ ਗੁੱਸਾ ਵੀ ਰਹੂਗਾ ਇਹਨਾਂ ਨਾਲ। ਦਵਿੰਦਰ ਸਿੰਘ ਸੇਖੋਂ ਵੀ ਸਾਡੇ ਨਾਲ ਜੁੜੇ ਨੇ, ਔਰ ਇਹਨਾਂ ਮਾਮਲਿਆਂ ਦੇ ਉੱਪਰ ਉਹਨਾਂ ਦਾ ਇੱਕ ਆਪਣਾ ਵਿਸ਼ਲੇਸ਼ਣ ਹੁੰਦਾ। ਮੈਂ ਬੇਨਤੀ ਕਰਦਾ ਕਿ ਉਹਨਾਂ ਦੀ ਵੀ ਟਿੱਪਣੀ ਲਈਏ, ਫਿਰ ਆਪਾਂ ਕੁਛ ਇੱਕ ਨੁਕਤੇ ਇਸ ਗੱਲਬਾਤ ਚੋਂ ਆਏ ਆ ਉਹ ਆਪਾਂ ਬਹਿਰੂ ਸਾਹਿਬ, ਪੰਨੂ ਸਾਹਿਬ ਨੂੰ ਵੀ ਮੁਖਾਤਿਬ ਹੋ ਕੇ ਕਰਾਂਗੇ। ਦਵਿੰਦਰ ਸਿੰਘ ਸੇਖੋਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਜੇਪਾਲ ਸਿੰਘ ਹੋਣਾ ਦੀ ਗੱਲ ਨੂੰ ਹੀ ਅੱਗੇ ਕੰਟੀਨਿਊ ਕਰਦਾ। ਦਰਅਸਲ ਅੱਜ ਵਾਲਾ ਜਿਹੜਾ ਆਰਡੀਨੈਂਸ ਦਾ ਰੌਲਾ ਜਿਹੜਾ ਪੈ ਰਿਹਾ, ਠੀਕ ਹੈ, ਕਿਉਂਕਿ ਖੀਰ ਤੇ ਵਰਤ ਕੇ ਸਾਨੂੰ ਸਿੱਟ ਰਹੇ ਆ, ਪਰ ਜੋ ਮੈਂ ਵੇਖਦਾ, ਮੈਂ ਕਿਸਾਨੀ ਦੀ, ਤੇ ਮੈਂ ਤੁਹਾਨੂੰ ਸਨ 2000 ਤੋਂ ਪਿੱਛੇ 95-96 ਤੋਂ ਲੈ ਕੇ ਚੱਲਦਾ। ਸਭ ਤੋਂ ਪਹਿਲਾਂ ਜਿਹੜੇ ਸਾਡੇ ਕਿਸਾਨ ਦਾ ਜਿਹੜੀ ਦੁਰਦਸ਼ਾ ਸ਼ੁਰੂ ਹੋਈ ਆ, ਜਦੋਂ ਸਾਡੇ ਜਿਹੜੇ ਉੱਪਰਲੇ ਐਕੁਆਫਾਇਰ ਸੀਗੇ ਪਾਣੀ ਦੇ, ਉਹ ਖਤਮ ਹੋਣੇ ਸ਼ੁਰੂ ਹੋਏ ਆ, ਪਾਣੀ ਡੂੰਘੇ ਹੋਣ ਲੱਗਿਆ। ਮੈਂ ਦੇਖਦਾ ਰਿਹਾ ਕਿ ਅੱਗੇ ਤਾਂ ਸਾਡੇ 20-25 ਹਜ਼ਾਰ ਜਿਹੜਾ ਬੋਰ ਹੋ ਜਾਂਦਾ ਸੀ, ਉਹ ਤੇ ਉਸ ਟਾਈਮ ਖਰਚਾ 2-2 ਲੱਖ ਰੁਪਈਆ ਸ਼ੁਰੂ ਹੋਇਆ। 2000 ਦੇ ਵਿੱਚ
ਕਿਸਾਨ ਦੀ ਇਨਕਮ ਜਿਹੜੀ ਸੀ ਉਹ ਕੋਈ 20,000 25,000 ਏਕੜ ਦੀ ਸੀਗੀ। ਜਦੋਂ ਛੋਟੇ ਜ਼ਿਮੀਂਦਾਰ ਦਾ ਬੋਰ ਖਰਾਬ ਹੋ ਜਾਂਦਾ ਸੀਗਾ ਤਾਂ ਉਹ ਉਸ ਕਰਜ਼ੇ 'ਚ ਹੀ ਮਾਰਿਆ ਗਿਆ। ਉੱਥੋਂ ਇਸ ਦੀ ਸ਼ੁਰੂਆਤ ਹੋਈ ਆ। ਉਸ ਟਾਈਮ ਤੋਂ ਲਗਾਤਾਰ ਜ਼ਮੀਨਾਂ ਵਿਕ ਰਹੀਆਂ। ਬਹੁਤ ਸਾਰੇ ਜ਼ਿਮੀਂਦਾਰ ਜਿਹੜੇ ਛੋਟਾ ਫਾਰਮਰ ਆ ਉਹ ਲੈਂਡਲੈਸ ਹੋ ਰਹੇ ਆ। ਤੇ ਇਹ ਇੱਕ ਸਟੇਜ ਉਦੋਂ ਅਗਲੀ ਆਈ ਹੈ ਜਦੋਂ 2005-6 ਤੋਂ ਬਾਅਦ ਇੱਕੋ ਦਮ ਜ਼ਮੀਨਾਂ ਦੇ ਰੇਟ ਵਧੇ ਆ। ਉਸ ਤੋਂ ਬਾਅਦ ਸਾਰੇ ਵਰਲਡ 'ਚ ਮੰਦੀ ਆਈ ਹੈ। ਜਿਹੜਾ ਅਸੀਂ ਕਹਿ ਦਿੰਦੇ ਹਾਂ ਕਿ ਭਾਰਤ ਵਿੱਚ ਮੰਦੀ ਨਹੀਂ ਆਈ, ਤੇ ਉਦੋਂ ਕੀ ਹੋਇਆ, ਪ੍ਰਾਈਵੇਟ ਬੈਂਕਸ ਆ ਗਈਆਂ ਪੰਜਾਬ ਦੇ ਵਿੱਚ। ਮੈਂ ਪੰਜਾਬ ਸਪੈਸੀਫਿਕ ਗੱਲ ਕਰ ਰਿਹਾ, ਬਾਕੀ ਸਟੇਟਾਂ 'ਚ ਵੀ ਇਹੀ ਹੋਇਆ ਹੋਵੇਗਾ ਜਿਹੜਾ ਸਾਡੇ ਨਾਲ ਹੋਇਆ। ਉਹਨਾਂ ਨੇ ਆ ਕੇ 1 ਏਕੜ ਤੇ 2-2 ਲੱਖ ਰੁਪਏ ਦਾ ਲੋਨ ਐਡਵਾਂਸ ਕੀਤਾ ਹੈ। ਉਸ ਟਾਈਮ ਜਿਹੜੀ ਇਨਕਮ ਸੀ ਉਹ 30-35,000 ਏਕੜ ਦੀ ਸੀ, ਤੇ 2 ਲੱਖ ਦੇ ਲੋਨ ਦਾ ਵਿਆਜ ਤੁਸੀਂ ਗਿਣੋ 12% ਦੇ ਹਿਸਾਬ ਨਾਲ 24,000 ਬਣ ਜਾਂਦਾ। ਫਾਰਮਰ ਕੋਲੇ 10-12,000 ਹੀ ਬਚਿਆ। ਇਸ ਦੇ ਵਿੱਚ ਫਾਰਮਰ ਤਾਂ ਲਗਾਤਾਰ ਕੰਗਾਲ ਹੁੰਦਾ ਆਇਆ ਹੈ, ਪਰ ਇਹਦਾ ਫਾਇਦਾ ਉਦੋਂ ਬਾਜ਼ਾਰ ਨੂੰ ਬਹੁਤ ਹੋਇਆ। ਜਿਹੜਾ ਪੈਸਾ ਇਹਨਾਂ ਨੇ ਫਾਰਮਰ ਨੂੰ ਸਿੱਟਿਆ, ਫਾਰਮਰ ਨੂੰ ਵਰਤਿਆ ਉਸ ਟਾਈਮ ਦਾ, ਉਹ ਪੈਸਾ ਮੁੜ ਕੇ ਮਾਰਕੀਟ 'ਚ ਆਇਆ, ਫਾਰਮਰ ਨੇ ਤਾਂ ਕੋਲੇ ਰੱਖਿਆ ਨਹੀਂ, ਕਿਉਂਕਿ ਕਰੋਪ ਵਾਸਤੇ ਤਾਂ ਇਹ ਇਨਵੈਸਟਮੈਂਟ ਹੈ ਨਹੀਂ ਸੀਗੀ। ਉਹਨੇ ਕੋਈ ਕਾਰ ਲਈ ਹੈ, ਕਿਸੇ ਨੇ ਕੋਠੀ ਪਾਈ ਹੈ, ਕਿਸੇ ਨੇ ਜਿਹੜੇ ਕੋਈ ਥੋੜਾ ਤਕੜਾ ਜ਼ਿਮੀਂਦਾਰ ਸੀ ਉਹਨੇ ਚੰਡੀਗੜ੍ਹ ਵੱਲ ਨੂੰ ਮੁਹਾਨ ਕੀਤਾ, ਉੱਥੇ ਆ ਕੇ ਫਲੈਟ ਲਏ, ਹੋਰ ਕੀਤੇ। ਇਹ ਹੁਣ ਪੋਜੀਸ਼ਨ ਇਹ ਆ ਗਈ ਹੈ ਕਿ ਉਹ ਸਾਰਾ ਜ਼ਿਮੀਂਦਾਰ ਨੂੰ ਵਰਤ ਲਿਆ ਇਹਨਾਂ ਨੇ, ਇੱਕਦਮ ਸਾਰੇ ਪਾਸਿਓਂ ਕੰਗਾਲ ਕਰਤਾ, ਤੇ ਹੁਣ ਇਹ ਖਰੀਦ ਤੋਂ ਭੱਜਦੇ ਆ, MSP ਤੋਂ ਭੱਜਦੇ ਆ। ਤੇ ਜਿਹੜੀਆਂ ਸੰਘਰਸ਼ ਕਰ ਰਹੀਆਂ ਧਿਰਾਂ ਹੁਣ ਜਿਹੜਾ ਮੰਗ ਰੱਖ ਰਹੀਆਂ ਕਿ ਆਰਡੀਨੈਂਸ ਰੱਦ ਕਰ ਦਿੱਤੇ ਜਾਣ, ਉਹ ਚਾਹੇ ਰੱਦ ਵੀ ਕਰ ਦੇਣ, ਪਰ ਜਿਹੜਾ ਇਸ ਟਾਈਮ ਕਿਸਾਨ ਦੀ ਜਿੰਨਾ ਚਿਰ ਅਸੀਂ ਜਿਹੜਾ ਕਰਜ਼ੇ ਵਾਲੇ ਪਾਸਿਓਂ ਧਿਆਨ ਨਹੀਂ ਦਿੰਦੇ, ਉਹ ਬਚ ਹੀ ਨਹੀਂ ਸਕਦਾ ਜੋ ਪੋਜੀਸ਼ਨ ਹੈ। ਦੇਖੋ, ਇਸ ਸਬੰਧ ਦੇ ਵਿੱਚ ਇੱਕ ਗੱਲ ਹੈਗੀ ਹੈ, ਅਸੀਂ ਤਕਰੀਬਨ ਜਿੰਨੇ ਵੀ ਹਾਲਾਤ ਦੇ ਵਿੱਚੋਂ ਪੈਦਾ ਹੋਈਆਂ ਪ੍ਰੋਬਲਮਸ ਨੇ, ਤਕਰੀਬਨ ਹਰ ਵਾਰ ਮਸਲਾ ਉਹਨੂੰ ਹੀ ਮੁਖਾਤਬ ਹੁੰਦਾ ਆ। ਕਿਸਾਨ ਖੁਦਕੁਸ਼ੀਆਂ ਦਾ ਮਸਲਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਉੱਭਰ ਕੇ ਸਾਹਮਣੇ ਆਇਆ, ਤੇ ਮੰਗ ਆਈ ਕਿ ਕਰਜ਼ੇ ਜਿਹੜੇ ਨੇ ਉਹ ਮਾਫ ਹੋਣੇ ਚਾਹੀਦੇ ਆ। ਸਰਕਾਰ ਨੇ ਕਿਹਾ ਕਿ ਠੀਕ ਹੈ, ਉਹ ਕਰਜ਼ੇ ਉਹਨਾਂ ਨੇ ਕਾਰਪੋਰੇਟਿਵ ਸੁਸਾਇਟੀਆਂ ਕੋਲੋਂ ਜਿਹੜੇ ਲਏ ਹੋਏ ਸੀਗੇ, ਜਾਂ ਫਸਲੀ ਕਰਜ਼ਾ ਕਹਿ ਦਿੱਤਾ ਗਿਆ, ਉਹ ਮਾਫ ਕੀਤੇ। ਹੁਣ MSP ਦੇ ਮਾਮਲੇ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਦੇਖੋ, ਘੱਟੋ ਘੱਟ ਸਮਰਥਨ ਮੁੱਲ, ਜੇ ਮੈਂ ਗਲਤ ਨਾ ਹੋਵਾਂ ਤਾਂ 22 ਚੀਜ਼ਾਂ ਦਾ ਨਿਰਧਾਰਿਤ ਕੀਤਾ ਹੋਇਆ। ਝੋਨੇ ਤੇ ਕਣਕ ਤੋਂ ਇਲਾਵਾ ਪੰਜਾਬ ਦੇ ਵਿੱਚ ਕਿਹਦੇ ਉੱਪਰ ਉਹ ਮਿਲਦਾ ਆ? ਔਰ ਜਿਹੜੀ ਤੁਸੀਂ ਪਾਣੀ ਵਾਲੀ ਗੱਲ ਕੀਤੀ ਹੈ, ਇਸੇ ਫਸਲੀ ਚੱਕਰ ਨੇ ਹੀ ਪੰਜਾਬ ਦੇ ਜ਼ਮੀਨੀ ਪਾਣੀ ਦੇ ਉੱਪਰ ਖਾਸ ਕਰਕੇ ਜਿਹੜਾ ਵਜ਼ਨ ਆ ਉਹ ਵਧਾਇਆ, ਜਿਹੜੇ ਓਵਰਆਲ ਹਾਲਾਤ ਇਹ ਬਣੀ ਕਿ ਜਿਹਦੇ ਵਿੱਚੋਂ ਮਤਲਬ ਖਰਚੇ ਜਿਹੜੇ ਨੇ ਉਹ ਵਧੇ ਆ। ਪਰ ਆਪਾਂ ਹੁਣ ਜੇ ਦੇਖੀਏ ਕਿ ਜੇਕਰ ਸਿਰਫ ਮੈਂ ਸਤਨਾਮ ਸਿੰਘ ਪੰਨੂ, ਸਤਨਾਮ ਸਿੰਘ ਬਹਿਰੂ ਦੋਵਾਂ ਨੂੰ ਮੁਖਾਤਬ ਹੋ ਕੇ ਪੁੱਛਣਾ ਚਾਹੁੰਦਾ ਕਿ ਰਿਸਪੌਂਸ ਦੀ ਗੱਲ ਅਸੀਂ ਕਰ ਰਹੇ ਹਾਂ, ਉਹ ਇੱਕ ਵਾਕਿਆ ਹੀ ਲਾ ਮਿਸਾਲ ਹੈਗਾ ਆ। ਪਰ ਜਿਹੜੀ ਗੱਲ ਅਜੇਪਾਲ ਸਿੰਘ ਬਰਾੜ ਹੋਣਾ ਨੇ ਕਹੀ ਹੈ ਕਿ ਪਿਨ ਪੁਆਇੰਟਡ ਨੁਕਤੇ ਨਹੀਂ ਸਾਹਮਣੇ ਆਏ ਕਿ ਜਿਨ੍ਹਾਂ ਗੱਲਾਂ ਦੀ ਆਪਾਂ ਕਹੀਏ ਕਿ ਇਹ ਯਕੀਨੀ ਬਣਾਉਣੀਆਂ ਨੇ ਕਿ ਇਹ ਗੱਲਾਂ ਲਾਗੂ ਹੋਣ। ਪਹਿਲੀ ਗੱਲ ਕਿ ਕੀ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ? ਔਰ ਦੂਸਰੀ ਗੱਲ ਕਿ ਕੀ MSP ਤੇ ਖਰੀਦ ਵੀ ਜੇਕਰ ਬਰਕਰਾਰ ਰਹਿੰਦੀ ਹੈ, ਸਰਕਾਰ ਮੰਨ ਲੈਂਦੀ ਹੈ ਜਾਂ ਕਾਨੂੰਨ ਦੇ ਵਿੱਚ ਇਨਸ਼ੋਰ ਕਰ ਦਿੰਦੀ ਹੈ, ਤਾਂ ਕੀ ਇਹਦੇ ਨਾਲ ਕਿਸਾਨੀ ਨੂੰ ਠੀਕ ਹੈ ਹੁਣ ਵਾਲੀ ਸਿਚੁਏਸ਼ਨ ਦੇ ਵਿੱਚ ਅਸੀਂ ਵਾਪਸ ਆ ਜਾਾਂਗੇ? ਪਰ ਤੁਹਾਨੂੰ ਲੱਗਦਾ ਕਿ ਇਹਦੇ ਵਿੱਚੋਂ ਰਾਹ ਅਗਲਾ ਨਿਕਲ ਜਾਊਗਾ? ਜੇ ਰਾਹ ਨਹੀਂ ਨਿਕਲੂਗਾ ਤੇ ਉਹਦੇ ਬਾਰੇ ਦੇ ਵਿੱਚ ਸਾਡੀ ਕੀ ਨੀਤੀ ਹੈਗੀ ਹੈ? ਇਹ ਦੇਖੋ, ਜਿਹੜਾ ਕਾਰਪੋਰੇਟ ਖੇਤੀ ਮਾਡਲ ਜਿਹੜਾ ਸ਼ੁਰੂ ਕੀਤਾ, ਜਿਹੜਾ ਆਪਣਾ ਜਿਹੜਾ ਲੈ ਕੇ ਆਏ ਆ, ਇਹ ਪਹਿਲਾ ਰਨ ਕਲਾਬ ਲੈ ਕੇ ਆਏ ਆ, ਇਹ ਉਹਦੀ ਸਾਰੀ ਦੇਣ ਆ ਵੀ ਪਾਣੀ ਥੱਲੇ ਜਾਣਾ, ਕਣਕ ਝੋਨੇ ਦਾ ਫਸਲੀ ਚੱਕਰ ਚ ਕਿਸਾਨਾਂ ਨੂੰ ਫਸਾਉਣਾ, ਤੇ ਉਹਨਾਂ ਨੂੰ ਜਿਹੜੇ ਆ ਮੰਡੀ ਦਾ ਇੱਕ ਸੰਦ ਬਣਾਉਣਾ, ਮੰਡੀ ਦੀ ਲੁੱਟ ਦਾ ਸੰਦ ਬਣਾ ਦੇਣਾ। ਇਹ ਸਾਰਾ ਕਾਰਪੋਰੇਟ ਘਰਾਣਿਆਂ ਨੂੰ ਲੁੱਟਣ ਵਾਸਤੇ ਜਿਹੜੀ ਫੇਲ ਤਕਨੀਕ ਸੀ ਅਮਰੀਕਾ ਦੀ, ਉਹ ਇਹਨਾਂ ਨੇ ਅਡਾਪਟ ਕੀਤੀ। ਨਾਜ ਤੇ ਕਿਸਾਨਾਂ ਨੇ ਵਾਧੂ ਕਰਤਾ, ਔਰ ਜੋ ਕਿਸਾਨਾਂ ਦੀ ਹਾਲਤ ਅੱਜ ਹੋਈ ਆ ਉਹ ਉਸੇ ਪਹਿਲੇ ਹਰੇ ਇਨਕਲਾਬ ਦੀ ਜਿਹੜੀ ਆ ਉਹ ਸਾਰੀ ਦੇਣ ਆ। ਜੋ ਅੱਜ ਸਮਾਜ ਦੇ ਵਿੱਚ ਪਾਣੀ ਖਰਾਬ ਹੋ ਗਿਆ, ਜਿਸ ਤਰ੍ਹਾਂ ਪਾਣੀ ਥੱਲੇ ਚਲਾ ਗਿਆ, ਪਾਣੀ ਖਰਾਬ ਹੋ ਗਿਆ, ਪੰਜਾਬ ਦਾ ਵਾਤਾਵਰਨ ਬਦਲ ਗਿਆ, ਸਾਰਾ ਬਿਮਾਰੀਆਂ ਵੱਧ ਗਈਆਂ, ਐਡੀ ਮੈਡੀਸਨ ਜਿਹੜੀ ਆ ਅਰਬਾਂ ਰੁਪਏ ਕਰੋੜਾਂ ਰੁਪਏ ਲੁੱਟ ਕੇ ਲੈ ਗਏ, ਜਿਹੜੀਆਂ ਦਵਾਈਆਂ ਬਣਾਉਣ ਵਾਲੇ, ਇਹ ਸਾਰਾ ਉਹ ਪਹਿਲੇ ਹਰੇ ਇਨਕਲਾਬ ਦਾ ਸਿੱਟਾ ਨਾ, ਜਿਹੜਾ ਉਹ ਰਸਾਇਣਕ ਖੇਤੀ ਮਾਡਲ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਸੀਗਾ। ਹੁਣ ਉਹ ਜਿਹੜਾ ਕਾਰਪੋਰੇਟ ਖੇਤੀ ਮਾਡਲ ਅੱਗੇ ਲੈ ਰਹੇ, ਇਹ ਉਹਦਾ ਅਗਲਾ ਪੜਾਅ ਵਾ। ਕਾਰਪੋਰੇਟ ਖੇਤੀ ਮਾਡਲ ਜਿਹੜਾ ਲੈ ਕੇ ਆ ਰਹੇ ਆ, ਉਹ ਤੋਂ ਅਗਲਾ ਪੜਾਅ ਵਾ। ਉਹਦੇ ਤਹਿਤ
ਜਿਹੜਾ MSP ਦੀ ਗੱਲ ਅਸੀਂ ਕਰ ਰਹੇ ਹਾਂ ਵੀ ਜੇ MSP ਵੀ ਇਹ ਕਰਦੇ ਆ ਤੇ ਫਿਰ ਕਾਰਪੋਰੇਟ ਖੇਤੀ ਮਾਡਲ ਵੱਲ ਸਿੱਧਾ ਜਾ ਰਿਹਾ ਵਾ। ਕਿਸਾਨ ਦੀ ਹੋਂਦ ਮਿਟ ਜਾਣੀ ਆ, ਇਹ ਜ਼ਮੀਨਾਂ ਕਾਰਪੋਰੇਟ ਘਰਾਣੇ ਦੇ ਥੱਲੇ ਚੱਲ ਜਾਣੀਆਂ। ਲੜਾਈ ਇਹ ਬਹੁਤ ਵੱਡੀ ਆ। ਸਾਡੀ ਤੇ ਇਹੀ ਆ ਵੀ ਇਹਦੇ ਥਾਂ ਦੇ ਉੱਤੇ ਮੈਂ ਪਹਿਲਾਂ ਵੀ ਗੱਲ ਕੀਤੀ ਆ, ਕੁਦਰਤ ਪੱਖੀ ਜਿਹੜਾ ਖੇਤੀ ਵਿਕਾਸ ਮਾਡਲ ਆ ਉਹ ਲਾਗੂ ਹੋਣਾ ਚਾਹੀਦਾ। ਕੁਦਰਤ ਪੱਖੀ ਵਿਕਾਸ ਮਾਡਲ ਲਾਗੂ ਹੋਵੇ ਜਿਹਦੇ ਨਾਲ ਸਾਡਾ ਪਾਣੀ ਵੀ ਬਚੇ, ਜਿਹਦੇ ਨਾਲ ਸਾਡੀ ਹਵਾ ਵੀ ਬਚੇ, ਜਿਹਦੇ ਨਾਲ ਸਾਡੀ ਜ਼ਮੀਨ ਵੀ ਬਚੇ, ਜਿਹਦੇ ਨਾਲ ਸਾਡੇ ਲਾਗਤ ਖਰਚੇ ਘਟਣ, ਜਿਹਦੇ ਨਾਲ ਸਾਡਾ ਜਿਹੜਾ ਮੰਡੀ ਦਾ ਪ੍ਰਬੰਧ ਆ, ਜਿਹੜਾ ਸਾਡਾ ਕੋਪ ਜਿਹੜਾ ਹੈਗਾ ਵਾ ਖੇਤੀ ਦਾ ਪ੍ਰਬੰਧ ਆ, ਉਹ ਵਧੀਆ ਤਰੀਕੇ ਦੇ ਨਾਲ ਉਹਦੀ ਜਿਹੜੀ ਆ ਉਹ ਕਿਸਾਨ ਨੂੰ ਉਹਦੀ ਕੋਈ ਸੈਟੀ ਬਣਾਈ ਜਾਵੇ, ਉਹਨੂੰ ਫਸਲ ਦਾ ਭਾਅ ਮਿਲੇ। ਜਿਹੜੇ ਹੈਗੇ ਆ ਮਤਲਬ ਜਿਹੜੀ ਛੋਟੀਆਂ ਸਨਅਤਾਂ ਵਾ ਖੇਤੀਬਾੜੀ ਆਧਾਰਿਤ ਉਹ ਲਗਾਈਆਂ ਜਾਣ। ਉਹ ਕਿਸਾਨ ਪੱਖੀ ਖੇਤੀ ਮਾਡਲ ਤੇ ਬਣਾਇਆ ਜਾਵੇ। ਪਰ ਉਹ ਇਹ ਜਿਹੜੀਆਂ ਸਰਕਾਰ ਆ, ਇਹ ਤੇ ਕੋਈ ਵੀ ਸਰਕਾਰ ਰਹੀ ਹੋਵੇ ਜਾਂ 1947 ਤੋਂ ਬਾਅਦ ਗਿਣ ਲਓ, ਇਹ ਕਾਰਪੋਰੇਟ ਪੱਖੀ ਮਾਡਲ ਲੈ ਕੇ ਆ ਰਹੇ ਆ। ਇਹ ਸਾਮਰਾਜੀ ਕੰਪਨੀਆਂ ਦੇ ਜਿਹੜੇ ਆ ਉਹਨਾਂ ਦੇ ਇੱਕ ਏਜੰਟ ਵਾਂਗੂ ਕੰਮ ਕਰਦੇ ਆ। ਜਿੰਨੇ ਵੀ ਇਹ ਕਾਰਪੋਰੇਟ ਘਰਾਣੇ ਆਪਣੇ ਪੋਲੀਟੀਕਲੀ ਲੀਡਰ ਆ ਜਾਂ ਜਿਹੜੇ ਵੋਟਾਂ ਲੜਦੇ ਆ, ਇਹ ਵੱਡੀ ਲੜਾਈ ਦਾ ਜਿਹੜਾ ਵਾ ਉਹ ਵੱਡੀ ਲੜਾਈ ਮੰਗ ਕਰ ਰਹੀ ਆ। ਵੱਡੀ ਲੜਾਈ ਕਿਸਾਨਾਂ ਦੀ ਜਿਹੜੀ ਆ ਉਹ ਆਪਣੀ ਹੋਂਦ ਨੂੰ ਬਚਾਉਣ ਦੀ ਲੜਾਈ ਆ, ਆਪਣੀ ਜਿਹੜੀ ਆ ਕਿਸਾਨੀ ਨੂੰ ਬਚਾਉਣ ਦੀ ਲੜਾਈ ਆ, ਜਿਹਦੇ ਤਹਿਤ ਕਿਸਾਨ ਪੱਖੀ ਮਾਡਲ ਜਿਹੜਾ ਵਾ ਉਹ ਸ਼ੁਰੂ ਕੀਤਾ ਜਾਵੇ। ਇਹ ਸਾਡੀ ਮੰਗ ਦਾ ਹਿੱਸਾ ਹੈਗਾ, ਇਹ ਸਾਡੀ ਮੰਗ ਦਾ ਹਿੱਸਾ। ਜੇ ਆਪਾਂ ਇਸੇ ਨੁਕਤੇ ਦੇ ਉੱਪਰ ਹੀ ਆਉਣਾ ਹੋਵੇ ਕਿ ਇੱਕ ਵੱਡਾ ਸੰਘਰਸ਼ ਜਾਂ ਇਹਨਾਂ ਬਿੱਲਾਂ ਤੋਂ ਪਾਰ ਦੀ ਜਿਹੜੀ ਗੱਲ ਆ ਉਹ ਸੰਘਰਸ਼ ਸਾਡੇ ਸਾਹਮਣੇ ਹੈ, ਤਾਂ ਫਿਰ ਉਹਦੇ ਵਾਸਤੇ ਸਾਡਾ ਵਿਜ਼ਨ ਕੀ ਹੈ, ਸਾਡੇ ਪੁਆਇੰਟਸ ਆਫ ਐਕਸ਼ਨ ਕੀ ਨੇ, ਸਾਡੀ ਨੀਤੀ ਪੈਂਤੜਾ ਕੀ ਇਸ ਸੰਬੰਧ ਦੇ ਵਿੱਚ ਹੈਗਾ ਆ। ਕਿਉਂਕਿ ਜੇਕਰ ਦੇਖੀਏ, ਦੇਖੋ ਇਹ ਕਿਸਾਨੀ ਦੀ ਜਿਹੜੀ ਇਹ ਹਾਲਤ ਆ ਉਹ ਆਪਾਂ ਸਾਰੇ ਮੰਨਦੇ ਕਿ ਅੱਜ ਦੀ ਨਹੀਂ ਹੋਈ, ਪਰ ਪਿਛਲੇ ਸਾਰੇ ਸਮੇਂ ਦੇ ਦੌਰਾਨ ਜੇਕਰ ਸਰਕਾਰਾਂ ਦੇ ਵੱਲੋਂ ਕੀਤਾ ਜਾਣਾ ਹੁੰਦਾ ਤਾਂ ਇਹ ਗੱਲ ਉਹਨਾਂ ਦੇ ਵੱਲੋਂ ਕਰ ਦਿੱਤੀ ਗਈ ਹੁੰਦੀ, ਬਲਕਿ ਉਹਨਾਂ ਨੇ ਤਾਂ ਦੂਜਾ ਰਾਹ ਅਪਣਾਇਆ ਹੋਇਆ। ਤਾਂ ਫਿਰ ਕਿਸਾਨੀ ਦੇ ਸਾਹਮਣੇ ਕਿਹੜਾ ਰਾਹ ਬਚਦਾ ਆ? ਕਿਸਾਨੀ ਦੇ ਸਾਹਮਣੇ ਇੱਕ ਹੀ ਰਾਹ ਵਾ ਵੀ ਜਥੇਬੰਦ ਹੋਣ, ਆਪਣਾ ਜਿਹੜਾ ਗਿਆਨਵਾਨ ਹੋ ਕੇ ਜਥੇਬੰਦ ਹੋ ਕੇ ਇਹਨਾਂ ਨੂੰ ਪਛਾਣਨ। ਜਿਹੜੀ ਰਾਜਨੀਤਿਕ ਧਿਰਾਂ ਵਾ, ਜਿਹੜੀਆਂ ਰਾਜਨੀਤਿਕ ਪਾਰਟੀਆਂ ਰਾਜ ਕਰ ਰਹੀਆਂ ਵਾ, ਉਹਨਾਂ ਦਾ ਮੂੰਹ ਪਛਾਣਨਾ ਪੈਣਾ ਵੀ ਇਹ ਜਿਹੜੇ ਆ ਸਾਡੇ ਕਿਸਾਨਾਂ ਦੇ ਕਦੀ ਕਿਸਾਨ ਪੱਖੀ ਨਹੀਂ ਹੋ ਸਕਦੇ, ਕਦੀ ਉਹ ਮਜ਼ਦੂਰ ਪੱਖੀ ਨਹੀਂ ਹੋ ਸਕਦੇ। ਇਸ ਲਈ ਸਾਨੂੰ ਪੈਂਤੜਾ ਬਣਾ ਕੇ ਆਪਣਾ ਜਥੇਬੰਦ ਹੋ ਕੇ ਇਹ ਸੰਘਰਸ਼ ਦੇ ਮੈਦਾਨ 'ਚ ਇਹਨਾਂ ਨਾਲ ਟੱਕਰਨਾ ਹੀ ਪੈਣਾ ਵਾ। ਹੋਰ ਕੋਈ ਸਾਨੂੰ ਰਾਹ ਨਹੀਂ ਲੱਗਦਾ ਵੀ ਅਸੀਂ ਵੋਟਾਂ ਨਾਲ ਜਾਂ ਕੋਈ ਵੋਟਾਂ ਪਾ ਕੇ ਜਾਂ ਕੋਈ ਨਵੀਂ ਹੋਰ ਕੋਈ ਪਾਰਟੀ ਦੀ ਰਾਜ ਸਰਕਾਰ ਲਿਆ ਕੇ ਅਸੀਂ ਕੁਝ ਆਪਣੇ ਪੱਖੀ ਬਣਾ ਲਾਂਗੇ। ਬਿਲਕੁਲ ਨਹੀਂ ਹੋਣਾ। ਕਿਸਾਨਾਂ ਨੂੰ ਆਪਣੇ ਜਥੇਬੰਦ ਹੋ ਕੇ ਹੀ ਜਿੰਨੇ ਵੀ ਆਪਣੀ ਲੜਾਈ ਆਪ ਲੜਨੀ ਪੈਣੀ। ਮੈਂ ਬਿਲਕੁਲ ਇੱਕ ਪੁਆਇੰਟਡ ਕੁਐਸਚਨ ਤੇ ਉਸ ਤੋਂ ਬਾਅਦ ਦੇ ਵਿੱਚ ਬਰਾੜ ਸਾਹਿਬ ਦਾ ਇਸ਼ਾਰਾ ਆਇਆ, ਆਪਾਂ ਉਹਨਾਂ ਨੂੰ ਵੀ ਮੌਕਾ ਦੇਵਾਂਗੇ, ਪਰ ਮੇਰਾ ਪਹਿਲਾਂ ਇੱਕ ਪੁਆਇੰਟਡ ਕੁਐਸਚਨ ਹੈ, ਤੁਹਾਨੂੰ ਸਵਾਲ ਹੈ, ਉਹ ਇਹ ਹੈ ਕਿ ਆਪਾਂ ਇਹ ਕਹਿੰਦੇ ਕਿ ਸੰਘਰਸ਼ ਕਰਕੇ ਆਪਾਂ ਆਪਣੀ ਗੱਲ ਮਨਵਾਉਣੀ ਹੈ। ਉਸ ਗੱਲ ਦੇ ਵਿੱਚ ਕਿਹੜੇ ਐਸੇ ਨੁਕਤੇ ਨੇ ਜਿਹੜੇ ਆਪਾਂ ਮਨਵਾਉਣੇ ਆ, ਕਿਹੜੀ ਮਤਲਬ ਉਹ ਪਾਲਿਸੀ ਕਿਹੜੀ ਹੈ ਜਿਹੜੀ ਆਪਾਂ ਲਾਗੂ ਕਰਵਾਉਣੀ ਹੈ, ਉਹ ਕੁਝ ਦੱਸ ਸਕਦੇ ਤੁਸੀਂ? ਹਾਂ, ਜਿਹੜੀ ਕਿਸਾਨ ਪੱਖੀ ਜਿਹੜੀ ਪਾਲਿਸੀ ਇਹ ਵੈਸੇ ਭਾਜੀ ਕਾਫੀ ਵਾਈਡ ਗੱਲ ਆ ਕਿ ਕਿਸਾਨ ਪੱਖੀ ਪਾਲਿਸੀ ਦੀ ਸਾਡੇ ਕੋਲ ਰੂਪਰੇਖਾ ਕੀ ਆ, ਉਹਦੇ ਚ ਕਿਹੜੇ ਪੁਆਇੰਟ ਨੇ ਜਿਹੜੇ ਅਸੀਂ ਇੰਪਲੀਮੈਂਟ ਕਰਵਾਉਣੇ ਚਾਹੁੰਦੇ ਆ? ਉਹ ਚ ਅਸੀਂ ਇਹੀ ਕਰਾਉਣਾ ਚਾਹੁੰਦੇ ਆ ਕਿ ਜਿਹੜੇ ਕੋਆਪਰੇਟਿਵ ਅਦਾਰੇ ਆ ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਫੀਲਡ 'ਚ ਲਿਆਂਦਾ ਜਾਵੇ। ਛੋਟੀਆਂ ਸਨਅਤਾਂ ਜਿਹੜੀਆਂ ਖੇਤੀਬਾੜੀ ਆਧਾਰਿਤ ਛੋਟੀਆਂ ਸਨਅਤਾਂ ਲੱਗਣ, ਜਿਸ 'ਚ ਕਿਸਾਨ ਦਾ ਆਪਣਾ ਹਿੱਸਾ ਹੋਵੇ, ਜਿਸ 'ਚ ਕਿਸਾਨ ਵੀ ਭਾਈਵਾਲ ਹੋਵੇ, ਜਿਹੜਾ ਮੁਨਾਫਾ ਆਵੇ ਉਹ ਕਿਸਾਨ ਦੇ ਵਿੱਚ ਵੰਡਿਆ ਜਾਵੇ, ਉਹਦੇ ਬੱਚਿਆਂ ਨੂੰ ਛੋਟੀਆਂ ਸਨਅਤਾਂ ਦੇ ਵਿੱਚ ਜਿਹੜਾ ਵਾ ਕੰਮ ਮਿਲੇ, ਰੁਜ਼ਗਾਰ ਮਿਲੇ, ਤੇ ਉਹਦੀ ਜਿਹੜੀ ਜਿਸ ਤਰ੍ਹਾਂ ਆਪਣੇ ਦੱਸਿਆ ਬਰਾੜ ਸਾਹਿਬ ਨੇ, ਜਿਹੜਾ ਆਪਣਾ ਉਹਦੀ ਸਿਕਿਉਰ ਕੀਤੇ ਜਾਣ। ਉਹਨਾਂ ਨੂੰ ਕੋਈ ਜਿਹੜਾ ਵਾ 60 ਸਾਲ ਤੋਂ ਬਾਅਦ ਸਰਕਾਰ ਉਹਨਾਂ ਨੂੰ ਸਿਕਿਉਰਿਟੀ ਦੇ ਤੌਰ ਤੇ ਸਮਾਜਿਕ ਸੁਰੱਖਿਆ ਦੇਵੇ, ਕੋਈ ਪੈਨਸ਼ਨ ਦੇਵੇ ਜਿਹੜੇ ਕਿਸਾਨਾਂ ਨੂੰ, ਇਸੇ ਤਰ੍ਹਾਂ ਮਜ਼ਦੂਰਾਂ ਨੂੰ। ਤੇ ਤਾਂ ਕਰਕੇ ਹੀ ਜੇ ਸਰਕਾਰ ਦੀ ਨੀਤੀ ਪਾਲਿਸੀ ਜਿਹੜੀ ਕਿਸਾਨ ਪੱਖੀ ਹੋਵੇ ਤਾਂ ਹੀ ਇਹ ਬਚ ਸਕਣਗੇ, ਨਹੀਂ ਤੇ ਇਹ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ 'ਚ ਗਦਰ ਮਚੂਗਾ। ਤੁਹਾਡੀ ਗੱਲ ਦੇ ਵਿੱਚੋਂ ਪੰਨੂ ਸਾਹਿਬ ਇੱਕ ਸਵਾਲ ਹੈ ਜਿਹੜਾ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਇਹ 4-5 ਨੁਕਤੇ ਜਿਹੜੇ ਨੇ ਉਹ ਗਿਣਾਏ ਆ, ਆਪਾਂ ਬਿਲਕੁਲ ਇੱਕ ਸੰਘਰਸ਼ ਦੇ ਵਿੱਚ ਆ ਇਸ ਵੇਲੇ, ਪਰ ਜਿੰਨਾ ਕੁ ਅਬਜ਼ਰਵ ਕਰ ਰਹੇ ਆ ਕਿ ਕੋਈ ਸਾਡੇ ਕੋਲ ਇਸ ਤਰ੍ਹਾਂ ਦਾ ਚਾਰਟਰ ਨਹੀਂ ਹੈਗਾ। ਤੁਸੀਂ ਮੰਨਦੇ ਹੋ ਇਸ ਗੱਲ ਨੂੰ ਕਿ ਸਾਡੇ ਕੋਲ ਕੋਈ ਇਸ ਤਰ੍ਹਾਂ ਦਾ ਚਾਰਟਰ ਹੈ ਕਿ ਜੇਕਰ ਕੱਲ ਨੂੰ ਸਰਕਾਰ ਕਿਸਾਨਾਂ ਨੂੰ ਸਾਦੀ ਹੈ ਕਿ ਆਓ ਆਪਾਂ ਗੱਲਬਾਤ ਕਰੀਏ, ਦੱਸੋ ਕਿਹੜਾ ਮਾਡਲ ਹੈ,
ਕਿ ਕੀ ਸਾਡੇ ਕੋਲ ਕੋਈ ਉਸ ਤਰ੍ਹਾਂ ਦਾ ਇੱਕ ਚਾਰਟਰ ਹੈਗਾ ਆ? ਜੇ ਨਹੀਂ ਹੈਗਾ ਤਾਂ ਸੰਘਰਸ਼ ਜਿਹੜੇ ਲੈਵਲ ਤੇ ਜਾ ਚੁੱਕਿਆ, ਤੁਹਾਨੂੰ ਨਹੀਂ ਲੱਗਦਾ ਕਿ ਆਪਾਂ ਪਛੜ ਚੁੱਕੇ ਹਾਂ ਇਸ ਵਕਤ ਤੋਂ? ਬਿਲਕੁਲ ਉਹ ਚਾਰਟਰ ਹੈਗਾ ਜੀ ਪਰਮਜੀਤ ਜੀ, ਬਿਲਕੁਲ ਉਹ ਚਾਰਟਰ ਹੈਗਾ। ਸਾਡੇ ਕੋਲ ਸਾਰਾ ਆਪਣਾ ਚਾਰਟਰ ਆ, ਸਾਡੇ ਕੋਲ ਕਿਸਾਨ ਪੱਖੀ ਇੱਕ ਪੂਰਾ ਪਲੈਨਿੰਗ ਆ, ਯੋਜਨਾ ਵਾ। ਅਸੀਂ ਉਹ ਸਾਡੇ ਕੋਲ ਇੱਕ ਪੂਰਾ ਚਾਰਟਰ ਆ, ਮੰਗਾਂ ਦਾ ਇੱਕ ਪੂਰਾ ਚਾਰਟਰ ਆ, ਪੂਰਾ ਇੱਕ ਵਿਜ਼ਨ ਆ। ਵਿਜ਼ਨ ਤੋਂ ਬਗੈਰ ਕਿਸ ਤਰ੍ਹਾਂ ਲੜਾਂਗੇ ਅਸੀਂ, ਕਿਸ ਤਰ੍ਹਾਂ ਲੋਕਾਂ 'ਚ ਗੱਲ ਖੜਾਂਗੇ? ਬਿਲਕੁਲ ਉਹ ਸਾਡੇ ਕੋਲ ਵਿਜ਼ਨ ਆ, ਉਸ ਵਿਜ਼ਨ ਤੇ ਲੜ ਰਹੇ ਆ, ਉਸ ਤਰ੍ਹਾਂ ਲੜ ਰਹੇ ਆ, ਹਵਾ 'ਚ ਨਹੀਂ ਲੜ ਰਹੇ। ਬਿਲਕੁਲ ਆਪਣਾ ਪਰਮਜੀਤ ਜੀ, ਅਸੀਂ ਕੋਈ ਹਵਾ 'ਚ ਨਹੀਂ ਲੜ ਰਹੇ। ਉਸੇ ਦੇ ਮੈਂ ਇਸੇ ਗੱਲ ਦੇ ਉੱਪਰ ਹੀ ਆਪਾਂ ਆਉਣਾ ਚਾਹੁੰਦੇ ਹਾਂ ਵੀ ਕਿਹੜੇ ਪੁਆਇੰਟ, ਇੱਕ ਤਾਂ ਤੁਸੀਂ ਮਤਲਬ ਪੈਨਸ਼ਨ ਦੀ ਜਾਂ ਹੋਰ ਜਿਹੜੇ ਨੁਕਤੇ ਬਰਾੜ ਸਾਹਿਬ ਨੇ ਚੁੱਕੇ ਸੀ ਉਹ ਆਏ ਆ। ਬੁਨਿਆਦੀ ਗੱਲ ਕਿਸੇ ਵੀ ਵਿਜ਼ਨ ਦੇ ਵਿੱਚ ਜਿਹੜੀ ਹੁੰਦੀ ਹੈ, ਉਹਦੇ ਵਿੱਚ ਬੁਨਿਆਦੀ ਨੁਕਤਾ ਕੀ ਆ, ਔਰ ਉਹਦੇ ਨਾਲ ਸਪਲੀਮੈਂਟਰੀ ਨੁਕਤੇ ਹੋਰ ਸਾਡੇ ਕਿਹੜੇ ਨੇ? ਬੁਨਿਆਦੀ ਨੁਕਤੇ ਇਹ ਆ ਵੀ ਕਿਸਾਨੀ ਨੂੰ ਬਚਾਉਣਾ, ਜਿਹਦੇ ਸਾਰੇ ਜਿਹਦੇ ਆਲੇ ਦੁਆਲੇ ਦੇਸ਼ ਦਾ ਅਰਥਚਾਰਾ ਘੁੰਮਦਾ, ਪੰਜਾਬ ਦਾ ਅਰਥਚਾਰਾ ਘੁੰਮਦਾ, ਉਹਨੂੰ ਬਚਾਉਣ ਵਾਸਤੇ ਜਿਹੜੇ ਉਹਦੀ ਖੇਤੀਬਾੜੀ ਆ ਉਹਨੂੰ ਲਾਹੇਵੰਦ ਕਰਨਾ ਪਊਗਾ। ਤੇ ਲਾਹੇਵੰਦ ਕਰਨ ਵਾਸਤੇ ਜਿਹੜੀ ਉਹਦੀ ਪ੍ਰੋਸੈਸਿੰਗ ਆ, ਜਿਹੜੀ ਆਪਣੇ ਖੇਤੀਬਾੜੀ ਦੋ ਛੋਟੀਆਂ ਸਨਅਤਾਂ ਜਿਹੜੀਆਂ ਪਿੰਡਾਂ ਦੇ ਵਿੱਚ ਲਗਾਈਆਂ ਜਾਣ। ਮੈਂ ਭਾਈ ਉਹੀ ਨੁਕਤੇ ਤੁਹਾਨੂੰ ਦੱਸ ਰਿਹਾ ਵਾਂ। ਤੇ ਉਹ ਕਿਸਾਨ ਦੇ ਬੱਚੇ ਆਪਣੇ ਖੇਤਾਂ 'ਚ ਕੰਮ ਕਰਨ, ਉਹਦੀ ਆਮਦਨ ਵਧੇ, ਉਹਦੀ ਜਿਹੜੀ ਚੀਜ਼ ਆ ਪ੍ਰੋਸੈਸ ਕਰਕੇ ਜਾਵੇ। ਇਸ ਤਰੀਕੇ ਨਾਲ ਸਰਕਾਰ ਜਿਹੜੀ ਆ ਕਿਸਾਨ ਪੱਖੀ ਨੀਤੀ ਜਿਹੜੀ ਆ ਉਹਦੇ ਤੇ ਅਮਲ ਕਰੇ। ਜਿਹੜਾ ਕਾਰਪੋਰੇਟ ਖੇਤੀ ਮਾਡਲ ਆ ਉਹ ਕਿਸਾਨਾਂ ਦੇ ਕਦੀ ਪੱਖ 'ਚ ਨਹੀਂ ਹੋ ਸਕਦਾ ਜੀ। ਅਜੇਪਾਲ ਬਰਾੜ ਹੋਣਾ ਦਾ ਇਸ਼ਾਰਾ ਸੀ, ਮੈਂ ਬੇਨਤੀ ਕਰਦਾ ਕਿ ਉਹ ਆਪ ਦਾ ਨੁਕਤਾ ਸਾਂਝਾ ਕਰਨ। ਦੇਖੋ ਜੀ, ਪੰਨੂ ਸਾਹਿਬ ਨੇ ਜਿਹੜੀ ਇਹ ਗੱਲ ਆਖੀ ਕਿ ਵੀ ਸਰਕਾਰ ਦੀ ਨੀਅਤ ਸਾਫ਼ ਨਹੀਂ, ਇਹਦੇ ਵਿੱਚ ਬਿਲਕੁਲ ਸਹੀ ਹੈਗੇ ਆ ਕਿ ਸਾਡੇ ਨਾਲ ਇਸ ਸਰਕਾਰ ਦੀ ਨੀਅਤ ਹੀ ਸਾਫ਼ ਨਹੀਂ ਗੀ। ਦੂਸਰੀ ਗੱਲ ਜੋ ਸਾਨੂੰ ਸਮਝ ਆਉਂਦੀ ਹੈ ਇਹਨਾਂ ਦੀ ਗੱਲ ਤੋਂ ਇਹ ਹੈ ਕਿ ਇਹਨਾਂ ਦਾ ਟੀਚਾ ਜੋ ਆ ਉਹ ਹੈਗਾ ਕਿ ਕਿਸਾਨ ਆਪਦੇ ਪੈਰਾਂ ਤੇ ਖੜਾ ਹੋ ਜਾਏ। ਇਹ ਟੀਚਾ ਬ੍ਰੌਡਲੀ ਜਿਹਨੂੰ ਆਪਾਂ ਕਹਿੰਦੇ, ਜਿਵੇਂ ਤੁਸੀਂ ਗੱਲ ਆਖੀ ਕਿ ਵੀ ਇਹ ਬਿਲਕੁਲ ਸਪੈਸੀਫਿਕ ਨਹੀਂ ਗਾ, ਬ੍ਰੌਡਲੀ ਠੀਕ ਆ। ਉਧਰੋਂ ਇਹਨਾਂ ਨੇ ਮਰਜ਼ ਵੀ ਸਹੀ ਫੜਿਆ ਕਿ ਸਰਕਾਰ ਦੀ ਨੀਅਤ ਸਾਫ਼ ਨਹੀਂ। ਦੂਜਾ ਗੱਲ, ਅਸੀਂ ਚਾਹੁੰਦੇ ਸਾਡਾ ਕਿਸਾਨ ਇਕਨੋਮਿਕਲੀ ਠੀਕ ਹੋ ਜਾਏ, ਪਰ ਜਿਹੜਾ ਵਿਚਲਾ ਪ੍ਰੋਸੈਸ ਆ ਉਹਨੂੰ ਇਹ ਪ੍ਰੋਬਬਲੀ ਕਿਸੇ ਤਰੀਕੇ ਨਾਲ ਸਮਝ ਨਹੀਂ ਰਹੇ, ਜਾਂ ਇਹ ਕਹਿ ਲਓ ਕਿ ਕਾਰਪੋਰੇਟ ਨੇ ਕੀ ਮਾਰ ਮਾਰੀ ਆ ਉਹ ਨਹੀਂ ਇਹ ਸਮਝ ਰਹੇ। ਉਹਨੂੰ ਸਮਝਣ ਵਾਸਤੇ ਸਾਨੂੰ 91-92 ਦੇ ਸਮੇਂ ਦੇ ਵਿੱਚ ਜਾਣਾ ਪਊਗਾ, ਜਦੋਂ ਭਾਰਤ ਪੂਰਾ ਪੂੰਜੀਵਾਦ ਪੱਖ 'ਚ ਚਲਾ ਗਿਆ, ਉਸ ਖੇਮੇ 'ਚ ਚਲਾ ਗਿਆ। ਫਿਰ ਜਦੋਂ ਉਸ ਪੂੰਜੀਵਾਦ ਨੂੰ ਖਤਰਾ ਹੋਇਆ ਤਾਂ ਸੰਨ 2000 ਦੇ ਵਿੱਚ ਤੁਸੀਂ ਵੇਖੋ, ਸਾਰਾ 2000 ਤੋਂ ਲੈ ਕੇ 2007-8 ਤੱਕ ਦਾ ਸਮਾਂ ਰਿਹਾ। ਉਹਦੇ ਵਿੱਚ ਅੱਡ ਜਗ੍ਹਾ ਤੇ ਕੀਮਤਾਂ ਵੀ ਵਧੀਆਂ ਬਹੁਤ ਜ਼ਮੀਨ ਦੀਆਂ, ਪਰ ਤੁਹਾਨੂੰ ਨਾਲ ਲੋਨ ਵੀ ਬਹੁਤ ਦਿੱਤੇ ਗਏ ਪ੍ਰਾਈਵੇਟ ਅਦਾਰਿਆਂ ਤੋਂ। ਜਦੋਂ ਤੁਸੀਂ ਕਰਜ਼ਾਈ ਹੋ ਗਏ ਤਾਂ ਪੰਨੂ ਸਾਹਿਬ ਨੂੰ ਤਾਂ ਪਤਾ ਹੀ ਹੋਊਗਾ ਕਿ ਜਿਹੜਾ ਆਪਣੇ ਆਰਡੀਨੈਂਸ ਹੁਣ ਲਿਆਂਦੇ ਜਾ ਰਹੇ ਆ, ਇਹ 370 ਨੂੰ ਪਹਿਲਾਂ ਹੀ ਖੋਖਲਾ ਕੀਤਾ ਹੋਇਆ ਸੀਗਾ ਸਾਰਾ ਸਿਸਟਮ। ਪ੍ਰਾਈਵੇਟ ਕੰਟਰੈਕਟ ਹੁੰਦੇ ਸੀਗੇ, ਪ੍ਰਾਈਵੇਟ ਅਦਾਰੇ ਟਮਾਟਰ ਜਾਂ ਉਹ ਚੀਜ਼ਾਂ ਲੈ ਲੈਂਦੇ ਸੀਗੇ ਬਾਹਰ ਮਾਰਕੀਟ 'ਚੋਂ। ਤਾਂ ਹੁਣ ਜਦੋਂ ਤੁਸੀਂ ਕਰਜ਼ਾਈ ਹੋ ਗਏ, ਤੁਹਾਡੇ ਤੋਂ MSP ਜਾਂ ਗਰੰਟੀਡ ਇਨਕਮ ਖੋਹ ਲਈ ਉਹਨਾਂ ਨੇ, ਤਾਂ ਤੁਹਾਡੇ ਕੋਲੇ ਚਾਰਾ ਹੀ ਕੋਈ ਨਹੀਂ ਰਹਿ ਗਿਆ। ਇਹਦਾ ਟੀਚਾ ਇਸ ਤਰੀਕੇ ਦਾ ਰੱਖਣਾ ਪਊਗਾ ਜੀ ਕਿ ਪਹਿਲੀ ਗੱਲ ਤਾਂ ਲੋਨ ਜਿਹੜੇ ਹੈਗੇ ਆ ਉਹ ਜ਼ਿਮੀਦਾਰ ਦੇ ਮਾਫ ਨਹੀਂ ਕਰੋਗੇ ਪੁਰਾਣੇ, ਤਾਂ ਚਾਹੇ ਕੁਝ ਵੀ ਉਹਦੇ ਵਾਸਤੇ ਲੈ ਦੋ ਤੁਸੀਂ, MSP ਛੱਡ, ਸਵਾਮੀਨਾਥਨ ਕਮਿਸ਼ਨ, ਕੋਈ ਕਮਿਸ਼ਨ ਲੈ ਦੋ, ਉਹ ਨਹੀਂ ਖੜਾ ਹੋ ਸਕਦਾ ਕਿਉਂਕਿ ਉਹ ਪਿਛਲਾ ਭਾਰ ਹੀ ਨਹੀਂ ਉਹਦੇ ਤੋਂ ਚੱਲਿਆ ਜਾਣਾ। ਦੂਸਰੀ ਗੱਲ, ਲੋਨ ਵੀ ਜਿਹੜੇ ਦਿੱਤੇ ਗਏ ਉਹ ਕਾਰਪੋਰੇਟ ਬੈਂਕਸ ਦੇ ਦਿੱਤੇ ਗਏ। ਉਹ ਨਬਾਰਡ ਦੀਆਂ ਜਿਹੜੀਆਂ ਸਕੀਮਾਂ ਸੀ 3, 3.5 ਜਾਂ 4% ਵਾਲੀਆਂ, ਉਹਦੇ ਚ ਦੱਸੋ ਕਿਹੜੇ ਜ਼ਿਮੀਦਾਰ ਨੂੰ ਲਿਮਿਟ ਮਿਲੀ ਆ? ਉਹ ਸਾਰੀਆਂ ਸਕੀਮਾਂ ਖਾ ਗਏ ਵੇਅਰ ਹਾਊਸਿੰਗ ਵਾਸਤੇ ਜਾਂ ਹੋਰ ਚੀਜ਼ਾਂ ਵਾਸਤੇ ਜਿਹੜੇ ਕਾਰਪੋਰੇਟ ਅਦਾਰੇ ਸੀਗੇ। ਤੇ ਦੂਜੇ ਪਾਸੇ ਕਿਸਾਨ ਨੂੰ ਜਿਹੜਾ ਲੋਨ ਮਿਲਿਆ ਉਹ 10%, 11%, 10, 11%, 12% ਦਾ ਤਾਂ ਕਿਸਾਨ ਲੋਨ ਉਤਾਰ ਹੀ ਨਹੀਂ ਸਕਦਾ ਕਿਸੇ ਢੰਗ ਨਾਲ। ਤਾਂ ਇਹ ਜਿਹੜੀ ਮਾਰ ਆ ਇਹ ਪੈਣੀ ਬਹੁਤ ਪਹਿਲਾਂ ਸ਼ੁਰੂ ਹੋ ਗਈ ਸੀ, ਤੇ ਇਹ ਡਿਲੂਟ ਵੀ ਕਰਦੀ ਸੀ, MSP ਤੋਂ ਖਰੀਦ ਬੰਦ ਕਰਦੀ ਸੀ। ਜਿਹੜਾ ਆਪਾਂ ਕਹਿੰਦੇ ਆ ਫਸਲੀ ਚੱਕਰ ਆ, ਜੇ ਸਾਰੇ 23 ਦੇ 23 ਤੇ ਆਪਾਂ ਨੂੰ MSP ਮਿਲਦੀ ਹੋਵੇ ਤਾਂ ਪੰਜਾਬ ਦਾ ਕਿਸਾਨ ਆਪੇ ਹੀ ਝੋਨੇ ਤੋਂ ਸ਼ਿਫਟ ਹੋ ਕੇ ਮੱਕੀ ਤੇ ਜਾਂ ਕਿਸੇ ਤੇ ਚਲਾ ਜਾਊਗਾ, ਉਹ ਰਿਸਕ ਖਤਮ ਹੋ ਜਾਣਗੇ ਉਹਦੇ। ਤਾਂ ਇਹ ਸਾਰਾ ਜਿਹੜਾ ਤਾਮ ਝਾਮ ਆ ਇਹ 10 ਸਾਲ ਪਹਿਲਾਂ ਹੀ ਜਾਂ 12 ਸਾਲ ਪਹਿਲਾਂ ਹੀ ਸ਼ੁਰੂ ਹੋ ਗਿਆ ਸੀਗਾ। ਇਹ ਹੁਣ ਆਪਾਂ ਜਿਹੜਾ ਰਿਐਕਸ਼ਨ ਸ਼ੋ ਕਰ ਰਹੇ ਤਾਂ ਉਵੇਂ ਆ ਜਿਵੇਂ ਨਾਦਰ ਸ਼ਾਹ ਦੀਆਂ ਫੌਜਾਂ ਕਰਨਾਲ ਪਹੁੰਚ ਗਈਆਂ ਸੀ ਤੇ ਸ਼ਾਹ ਆਲਮ ਨੇ ਫੌਜ ਇਕੱਠੀ ਕਰਨੀ ਸ਼ੁਰੂ ਕੀਤੀ ਸੀ ਤੇ ਉਹ ਸੋਚ ਰਿਹਾ ਸੀ ਮੈਂ ਲੜਾਂ ਕਿਵੇਂ। ਇਹ ਹਾਲਾਤ ਆ। ਅੱਜ ਤੋਂ ਇਹ ਟੀਚਾ ਵੀ ਕਲੀਅਰ ਨਹੀਂਗਾ ਤੇ ਫੌਜ ਵੀ ਤਿਆਰ ਨਹੀਂ ਤੇ ਪਤਾ ਵੀ ਨਹੀਂ ਅਸੀਂ ਕਿਵੇਂ ਲੜਨਾ। ਇਹ ਇਸ ਸਮੇਂ ਤਾਂ ਬਹੁਤ ਹੀ ਐਮਰਜੈਂਸੀ 'ਚ ਇਹਨਾਂ ਨੂੰ ਤੇ ਬਹੁਤ ਹੀ ਰੈਡੀਕਲ ਡਿਮਾਂਡਸ ਰੱਖਣੀਆਂ ਪੈਣੀਆਂ। ਰੈਡੀਕਲ ਡਿਮਾਂਡਸ ਤੋਂ ਮੇਰਾ ਭਾਵ ਆ ਕਿ ਇਹਨਾਂ ਨੂੰ ਕਰਜ਼ਾ ਮੁਕਤੀ ਮੰਗਣੀ ਪੈਣੀ ਆ, ਇਹਨਾਂ ਨੂੰ ਆਪਦੇ ਲੋਕਾਂ ਤੇ ਸੇਫਟੀ ਨੈਟਸ ਮੰਗਣੇ ਪੈਣੇ ਆ ਕਿ ਸਾਨੂੰ ਕੋਈ ਮਿਨੀਮਮ ਗਾਰੰਟੀ ਹੋਵੇ ਇਨਕਮ ਦੀ। ਪਲੱਸ ਸਾਡੇ ਜਿਵੇਂ
ਬਿਜਲੀ ਦੇ ਸਾਡੇ ਬੱਚਿਆਂ ਦੀ ਐਜੂਕੇਸ਼ਨ ਸਾਨੂੰ ਫ੍ਰੀ ਮਿਲੇ ਚੰਗੇ ਸਕੂਲਾਂ 'ਚ, ਸਾਨੂੰ ਹੈਲਥ ਕੇਅਰ ਚੰਗੀ ਮਿਲੇ, ਤਾਂ ਜਾ ਕੇ ਕਿਸਾਨੀ ਕਿਤੇ ਬਚੂ। ਤੇ ਕਿਸਾਨੀ ਕਿਤੇ ਵੀ ਦੁਨੀਆ 'ਚ ਵੀ ਸਬਸਿਡੀਜ਼ ਤੋਂ ਬਗੈਰ ਨਹੀਂ ਬਚਦੀ। ਤੇ ਇਹ ਕੱਲੀ ਕਿਸਾਨ ਦਾ ਮਸਲਾ ਨਹੀਂ, ਇਹ ਭਾਰਤ ਦੇ ਸਾਰੀ ਫੂਡ ਸਿਕਿਉਰਿਟੀ ਦਾ ਮਸਲਾ ਹੈ। ਇਹ ਭਾਰਤ 1965-66 ਦੇ ਵਿੱਚ ਠੂਠਾ ਲੈ ਕੇ ਖੜਾ ਹੁੰਦਾ ਸੀ ਅਮਰੀਕਾ ਦੇ ਦਰਵਾਜ਼ੇ ਦੇ ਉੱਤੇ। ਪੰਨੂ ਸਾਹਿਬ ਨੂੰ ਤਾਂ ਪਤਾ ਹੀ ਹੋਊਗਾ ਜਦੋਂ PL 480 ਆਈ ਸੀਗੀ। ਸੋ ਇਹ ਕੱਲਾ ਜਿਹੜਾ ਮੋਦੀ ਜੋ ਐਕਸ਼ਨ ਕਰ ਰਿਹਾ ਹੈ, ਇਹ ਕੱਲਾ ਇਹ ਦੱਖਣ ਏਸ਼ੀਆ ਦੇ ਬਹੁਤ ਵੱਡੇ ਖਿੱਤੇ ਨੂੰ ਭੁੱਖਮਰੀ ਵੱਲ ਧੱਕ ਰਿਹਾ ਹੈ। ਤੇ ਇਹ ਸਾਰਿਆਂ ਨੂੰ ਸਮਝਣਾ ਪਊਗਾ ਤੇ ਇਹ ਐਕਸ਼ਨ ਕਰਨਾ ਪਊਗਾ ਜੀ। ਮੈਂ ਸਤਨਾਮ ਸਿੰਘ ਬਹਿਰੂ ਸਾਡੇ ਨਾਲ ਜੁੜੇ ਨੇ। ਬਹਿਰੂ ਸਾਹਿਬ ਨੇ ਵੀ ਜ਼ਿਕਰ ਕੀਤਾ। ਦੇਖੋ, ਆਪਾਂ ਇੱਕ ਗੱਲ ਸਮਝਦੇ ਹਾਂ ਕਿ ਕਿਸਾਨੀ ਅੱਜ ਤੋਂ ਨਹੀਂ, ਦਹਾਕਿਆਂ ਤੋਂ ਸੰਕਟ ਦੇ ਵਿੱਚ ਹੈ। ਪੰਨੂ ਸਾਹਿਬ ਵੀ ਕਹਿ ਰਹੇ ਨੇ ਇਸ ਗੱਲ ਨੂੰ ਕਿ ਕਿਸਾਨੀ ਪੱਖੀ ਜਿਹੜੀ ਨੀਤੀ ਹੈ ਉਹ ਸਾਹਮਣੇ ਆਉਣੀ ਚਾਹੀਦੀ ਹੈ। ਕਿਸਾਨ ਜਥੇਬੰਦੀਆਂ ਦਾ ਜਿੰਨਾ ਵੀ ਆਪਾਂ ਪਿਛਲੇ ਸਾਰੇ ਸਮੇਂ ਦੇ ਨਾਲ ਦੇਖਿਆ ਆ, ਉਹ 2-3 ਸਰਕਾਰ ਵੱਲੋਂ ਬਣਾਏ ਹੋਏ ਕਮਿਸ਼ਨਾਂ ਦੇ ਹਵਾਲੇ ਦੇ ਨਾਲ ਕੁਝ ਨੁਕਤੇ ਜਿਹੜੇ ਨੇ ਉਹਨਾਂ ਦੀ ਗੱਲ ਆਉਂਦੀ ਰਹੀ ਹੈ। ਖਾਸ ਕਰਕੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਜਿਹੜੀ ਆ ਆਉਂਦੀ ਰਹੀ ਹੈ। ਸੋ ਬਹਿਰੂ ਸਾਹਿਬ, ਤੁਸੀਂ ਕੀ ਸਮਝਦੇ ਆ ਕਿ ਇਸ ਸਾਰੇ ਸਮੇਂ ਦੇ ਦੌਰਾਨ ਕਿਸਾਨ ਪੱਖੀ ਨੀਤੀ ਕਿਸ ਤਰ੍ਹਾਂ ਦੀ ਹੋਵੇ ਇਸ ਸਾਰੇ ਖੇਤਰ ਦੀ, ਵੀ ਉਹ ਕਿਸਾਨਾਂ ਦੀਆਂ ਜਿਹੜੀਆਂ ਨੁਮਾਇੰਦਾ ਉਹਨਾਂ ਦੇ ਬਿਹਾਫ ਤੇ ਸੰਘਰਸ਼ ਕਰਦੀਆਂ ਧਿਰਾਂ ਰਹੀਆਂ ਨੇ ਉਹ ਲੈ ਕੇ ਆਏ ਨੇ, ਔਰ ਕੀ ਉਸ ਨੀਤੀ ਦੇ ਉੱਪਰ ਸੰਘਰਸ਼ ਕਿਉਂ ਨਹੀਂ ਹੁੰਦਾ, ਜਾਂ ਉਹ ਨੀਤੀ ਹੋਣ ਦੇ ਵਿੱਚ ਕਿਉਂ ਨਹੀਂ ਆਉਂਦੀ ਜਿਹਦੇ ਵਿੱਚੋਂ ਇਸ ਸਾਰੇ ਹਾਲਾਤ ਦੇ ਵਿੱਚੋਂ ਸਮਝਦਿਆਂ ਹੋਇਆਂ ਉਹ ਨੁਕਤੇ ਸਾਹਮਣੇ ਆ ਸਕਣ ਕਿ ਜਿਨ੍ਹਾਂ ਦੇ ਵਿੱਚੋਂ ਰਾਹ ਅੱਗੇ ਨਿਕਲ ਸਕਦਾ ਆ। ਸੋ ਤੁਹਾਡਾ ਬਹੁਤ ਜ਼ਿਆਦਾ ਤਜਰਬਾ ਇਸ ਮਾਮਲੇ ਦੇ ਵਿੱਚ ਹੈਗਾ, ਤੁਸੀਂ ਕੀ ਸਮਝਦੇ ਹੋ? ਕੀ ਤੁਸੀਂ ਇਤਫਾਕ ਰੱਖਦੇ ਆ ਇਸ ਗੱਲ ਦੇ ਨਾਲ? ਅੱਜ ਦੀ ਜਿਹੜੀ ਚਰਚਾ ਦੇ ਵਿੱਚੋਂ ਉੱਭਰ ਕੇ ਗੱਲ ਸਾਹਮਣੇ ਆ ਰਹੀ ਹੈ ਨਾ, ਇਹ ਕੋਈ ਅੱਜ ਦਾ ਕਿਸਾਨ ਅੰਦੋਲਨ ਨਹੀਂ। ਜਿਹੜੇ ਆਰਡੀਨੈਂਸ ਆਏ ਤੇ ਅਸੀਂ ਹੁਣ ਗੁੱਸੇ 'ਚ ਆ ਕੇ ਸੜਕਾਂ ਤੇ ਆ ਕੇ ਜਾਂ ਕਿਸਾਨ ਅੰਦੋਲਨ ਦੇ ਰਾਹ ਪੈ ਗਏ, ਇਹ ਅਸੀਂ ਲੰਮੇ ਸਮੇਂ ਤੋਂ ਵਿਗਿਆਨਕ ਢੰਗ ਨਾਲ ਖੇਤੀ ਨੀਤੀ ਭਾਰਤ ਸਰਕਾਰ ਦੀ ਨਹੀਂ ਬਣੀ। ਇਹਦੇ ਉੱਤੇ ਅਸੀਂ ਲੰਮੇ ਸਮੇਂ ਤੇ ਮਾਰ ਵੀ ਖਾ ਰਹੇ ਹਾਂ, ਮੰਗਾਂ ਵੀ ਆ। ਵਿਗਿਆਨਕ ਢੰਗ ਨਾਲ ਜਿਹੜੀਆਂ ਯੂਨੀਵਰਸਿਟੀਆਂ, ਤੁਸੀਂ ਐਗਰੀਕਲਚਰ ਯੂਨੀਵਰਸਿਟੀਆਂ ਤੁਸੀਂ ਕਾਇਮ ਕੀਤੀਆਂ ਦੇਸ਼ ਵਿੱਚ ਜਾਂ ਸੂਬਿਆਂ ਵਿੱਚ, ਤੁਸੀਂ ਘੱਟੋ ਘੱਟ ਸਾਡੀ ਗੱਲ ਨਹੀਂ ਮੰਨਣੀ ਤੇ ਉਹਨਾਂ ਦੀ ਮੰਨ ਲਓ। ਸੋ ਅਸੀਂ ਇਹ 2004 ਵਿੱਚ ਬਹੁਤ ਵੱਡਾ ਇਸੇ ਤਰ੍ਹਾਂ ਦਾ ਗੁੱਸਾ ਲੈ ਕੇ ਵਿਗਿਆਨਕ ਢੰਗ ਨਾਲ ਖੇਤੀ ਨੀਤੀ ਨੂੰ ਲੈ ਕੇ ਆਉਣ ਵਾਸਤੇ ਭਾਰਤ ਸਰਕਾਰ ਨੂੰ ਮਜਬੂਰ ਕੀਤਾ। ਵੱਡਾ ਅੰਦੋਲਨ ਹੋਇਆ ਤੇ ਫਿਰ ਸਵਾਮੀਨਾਥਨ ਕਮਿਸ਼ਨ ਕਾਇਮ ਕੀਤਾ ਡਾਕਟਰ ਮਨਮੋਹਨ ਸਿੰਘ ਨੇ, ਪ੍ਰਧਾਨ ਮੰਤਰੀ ਜੀ ਨੇ। ਉਹ ਅਸੀਂ ਸਮਝਦੇ ਹਾਂ ਵੀ ਸਰ ਛੋਟੂ ਆਉਣ ਤੋਂ ਬਾਅਦ ਜੇ ਕਿਸੇ ਨੇ ਗੱਲ ਕੀਤੀ ਇਹ ਕਿਸਾਨ ਦੀ ਮਿਹਨਤ ਕਰਕੇ ਖੇਤਾਂ ਜਾ ਕੇ ਯੂਨੀਵਰਸਿਟੀ ਦੇ ਮਾਹਿਰਾਂ ਕੋਲੋਂ ਇਹ ਐਂਟਰੀ ਇਕੱਠੇ ਕਰਕੇ ਕਿਉਂ ਇਹ ਘਾਟਾ ਪੈ ਰਿਹਾ, ਵਿਗਿਆਨਕ ਢੰਗ ਨਾਲ ਕਿਉਂ ਖੇਤੀ ਨੀਤੀ ਨਹੀਂ ਆ ਰਹੀ, ਉਸ ਬੰਦੇ ਨੇ 2 ਸਾਲ ਮਿਹਨਤ ਕਰਕੇ 5 ਜਿਲਦਾਂ ਵਿੱਚ ਰਿਪੋਰਟ ਦੇ ਦਿੱਤੀ। ਔਰ ਰਿਪੋਰਟ ਦੇ ਵਿੱਚ ਉਹ ਲਿਖਦਾ ਹੈ ਵੀ ਜੇ ਦੇਸ਼ ਦੇ ਕਿਸਾਨ ਨੂੰ ਬਚਾਉਣਾ ਤਾਂ ਕਿਰਪਾ ਕਰਕੇ ਬਹੁਤ ਲੇਟ ਹੋ ਗਿਆ, ਇਹਨੂੰ ਲਾਗੂ ਕਰੋ। ਔਰ ਉਹ ਇਹ ਵੀ ਲਿਖਦਾ ਹੈ ਵੀ ਜਿੰਨਾ ਤੁਸੀਂ ਇਹਨਾਂ ਦਾ ਖੂਨ ਨਿਚੋੜ ਲਿਆ ਲੰਮੇ ਸਮੇਂ ਵਿੱਚ, ਇਹ ਤੁਸੀਂ ਇਕੱਠਾ ਪੂਰਾ ਨਹੀਂ ਕਰ ਸਕਦੇ। ਕਿਰਪਾ ਕਰਕੇ ਵਿਗਿਆਨਕ ਢੰਗ ਨਾਲ ਖੇਤੀ ਸ਼ੁਰੂ ਕਰੋ ਨੀਤੀ ਤੇ 50% ਲਾਗਤ ਖਰਚਿਆਂ ਦੇ ਉੱਤੇ ਇਹਨਾਂ ਨੂੰ ਪਾ ਦਿਓ। ਅਸੀਂ ਜਦੋਂ ਰਿਪੋਰਟ 2006 ਵਿੱਚ ਆਈ, ਦੇਸ਼ ਦੇ ਕਿਸਾਨਾਂ ਨੂੰ ਪਤਾ ਲੱਗਿਆ ਵੀ ਸਾਡੇ ਹੱਥ 'ਚ ਕੋਈ ਰਿਪੋਰਟ ਆਈ ਹੈ, ਅਸੀਂ ਜਦੋਜਹਿਦ ਕੀਤੀ, ਪਾਰਲੀਮੈਂਟ ਵਿੱਚ ਕੁਝ ਮੈਂਬਰਾਂ ਤੋਂ ਰੌਲਾ ਪਵਾਇਆ। ਸਾਡੀ ਗੱਲ ਬਣਨ ਦੀ ਬਜਾਏ ਪ੍ਰਧਾਨ ਮੰਤਰੀ ਉਦੋਂ ਦੇ ਨੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਪੰਚਾਇਤ ਵੱਡੀ 'ਚ ਵਾਅਦਾ ਕੀਤਾ ਵੀ 6 ਮਹੀਨੇ ਦਾ ਮੈਨੂੰ ਮੌਕਾ ਦਿਓ, ਅਸੀਂ ਇਹਨੂੰ ਲਾਗੂ ਕਰਾਂਗੇ। ਪ੍ਰਣਾਲਾ ਉੱਥੇ ਦਾ ਉੱਥੇ ਆ। ਅਸੀਂ ਫਿਰ ਲੜਦੇ ਰਹੇ। ਫਿਰ ਮੈਂ 2018 ਵਿੱਚ ਸੁਪਰੀਮ ਕੋਰਟ ਚਲਾ ਗਿਆ। ਖੁਦਕੁਸ਼ੀਆਂ ਦਾ ਮਾਮਲਾ ਵਿਗਿਆਨਕ ਢੰਗ ਨਾਲ ਦੀ ਨੀਤੀ ਸਵਾਮੀਨਾਥਨ ਬਣਿਆ ਹੈ, ਐਡੇ ਵੱਡੇ ਰੁਤਬੇ ਵਾਲੇ ਬੰਦੇ ਦੀ ਰਿਪੋਰਟ ਕਿਉਂ ਦੱਬੀ ਗਈ? ਤੇ ਫਿਰ ਸੁਪਰੀਮ ਕੋਰਟ ਨੇ ਕਾਂਗਰਸ ਨੂੰ ਕਟਹਿਰੇ ਵਿੱਚ ਖੜਾ ਕਰਿਆ। ਤੇ 2014 ਵਿੱਚ ਜਦੋਂ ਪਾਰਲੀਮੈਂਟ ਚੋਣਾਂ ਆਈਆਂ ਤਾਂ ਬੀਜੇਪੀ ਨੇ ਰਾਜਨੀਤਿਕ ਪੱਤਾ ਖੇਡਿਆ ਵੀ ਕਾਂਗਰਸ ਇਸ ਵੱਡੇ ਮੁੱਦੇ ਤੇ ਬਦਨਾਮ ਹੋ ਗਈ, ਕਿਸਾਨਾਂ ਦੀਆਂ ਵੋਟੀਆਂ ਲੁੱਟੀਆਂ ਜਾ ਸਕਦੀਆਂ ਨੇ, ਆਪਾਂ ਚੋਣ ਮਨੋਰਥ ਪੱਤਰ 'ਚ ਵਾਅਦਾ ਕਰ ਲਓ। ਭਾਰਤੀ ਜਨਤਾ ਪਾਰਟੀ 2014 ਵਿੱਚ ਵਾਅਦਾ ਕਰਦਿਆ ਵੀ ਸਾਨੂੰ ਲੈ ਕੇ ਆਓ, ਅਸੀਂ ਇਹਨੂੰ ਲਾਗੂ ਕਰਾਂਗੇ। ਤੇ ਅਸੀਂ ਉਹਨਾਂ ਦੇ ਜਾਲ ਵਿੱਚ ਫਸ ਗਏ। ਤੇ ਜਦੋਂ ਉਹ ਪ੍ਰਧਾਨ ਮੰਤਰੀ ਬਣ ਗਿਆ ਭਾਰਤੀ ਜਨਤਾ ਪਾਰਟੀ ਦਾ, ਮੇਰੀ ਪਟੀਸ਼ਨ ਕਰ ਰਹੀ ਸੀ, ਮੈਂ ਆਪਣੇ ਵਕੀਲਾਂ ਨੂੰ ਕਿਹਾ ਵੀ ਹੁਣ ਤਾਂ ਮੌਕਾ ਆ ਗਿਆ ਕਿ ਇਹਨਾਂ ਦਾ ਚੋਣ ਵਾਅਦਾ ਹੈ, ਬੀਜੇਪੀ ਦਾ ਇਹਨਾਂ ਦਾ ਪ੍ਰਧਾਨ ਮੰਤਰੀ ਹੈ, ਮੈਂ ਉਹ ਇਹਨਾਂ ਦਾ ਚੋਣ ਵਾਅਦਾ ਆਪਣੇ ਕਾਨੂੰਨ ਦੇ ਵਿੱਚ ਰਹਿ ਕੇ ਆਪਣੀ ਪਟੀਸ਼ਨ ਦੇ ਉੱਤੇ ਲਾਤਾ। ਤੇ ਫਿਰ ਜੱਜਾਂ ਨੇ ਇਹਨਾਂ ਨੂੰ ਇੱਕ ਨੋਟਿਸ ਕਰਕੇ ਇਹ ਪੁੱਛ ਲਿਆ ਭਾਰਤ ਸਰਕਾਰ ਨੂੰ, ਤੁਸੀਂ ਇਹਨੂੰ ਹੁਣ ਜੈਸੀ ਨਹੀਂ ਤੁਹਾਡਾ ਆਪ ਚੋਣ ਵਾਅਦਾ ਬੋਲ ਰਿਹਾ, ਤੁਸੀਂ ਇਹਨੂੰ ਲਾਗੂ ਕਿਉਂ ਨਹੀਂ ਕਰਦੇ?
2-4 ਪੇਸ਼ੀਆਂ ਦਾ ਝਟਕਾ ਲੈਂਦੇ ਨੇ ਤੇ ਫਿਰ ਇਹਨਾਂ ਨੇ ਹਲਕਾ ਦੇ ਕੇ ਦੇਸ਼ ਵਿੱਚ ਰਾਜਨੀਤਿਕ ਘਟਨਾ। ਹਾਂਜੀ ਮਲਕੀਤ ਸਿੰਘ, ਮੇਰੇ ਖਿਆਲ ਉਹਨਾਂ ਦੀ ਆਵਾਜ਼ ਇੰਟਰਨੈਟ ਕਨੈਕਸ਼ਨ ਕਮਜ਼ੋਰ ਹੈ। ਜੀ ਅਜੇਪਾਲ ਸਿੰਘ ਜੀ, ਤੁਹਾਡੇ ਤੇ ਆਉਂਦੇ ਆ ਕਿ ਜਿੱਦਾਂ ਆਪਣਾ ਇੱਕ ਇਹ ਸਾਰੀ ਗੱਲਬਾਤ ਚੋਂ ਵੀ ਗੱਲ ਆਈ ਹੈ, ਉਦਾਂ ਵੀ ਮੋਟੇ ਰੂਪ 'ਚ ਗੱਲ ਆ ਰਹੀ ਕਿ ਕਾਰਪੋਰੇਟ ਘਰਾਣੇ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਖਦਸ਼ਾ ਆਇਆ ਕਿ ਉਹ ਕਾਬਜ਼ ਹੋ ਜਾਣੇ ਆ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ, ਤੇ ਸਰਕਾਰ ਵੀ ਉਹਨਾਂ ਦਾ ਪੱਖ ਪੂਰ ਰਹੀ ਹੈ। ਕੀ ਜਿਹੜਾ ਹੈਗਾ ਇਹ ਇਸ ਤਰ੍ਹਾਂ ਦੇ ਢਾਂਚੇ ਕਿਸਾਨ ਜਾਂ ਆਪਾਂ ਖੁਦ ਨਹੀਂ ਉਸਾਰ ਸਕਦੇ ਕਿ ਜੇ ਇਮਾਨਦਾਰੀ ਨਾਲ ਇਸ ਤਰ੍ਹਾਂ ਦੇ ਢਾਂਚੇ ਉਸਾਰੇ ਜਾਂਦੇ ਆ ਤਾਂ ਕੀ ਇਹ ਚੀਜ਼ ਜਿਹੜੀ ਆ ਆਪਾਂ ਓਵਰਕਮ ਨਹੀਂ ਕਰ ਸਕਦੇ? ਤੁਹਾਡੀ ਕੀ ਟਿੱਪਣੀ ਇਸ ਗੱਲ ਤੇ? ਜੀ ਬਿਲਕੁਲ, ਆਪਾਂ ਇਹ ਜਿਹੇ ਢਾਂਚੇ ਉਸਾਰ ਸਕਦੇ ਹਾਂ। ਹਾਲਾਂਕਿ ਇਹ ਕੋਈ ਐਡਾ ਸੌਖਾ ਕੰਮ ਨਹੀਂ, ਪਰ ਬਹੁਤ ਹੱਦ ਤੱਕ ਆਪਾਂ ਸੇਫ ਕਰ ਸਕਦੇ ਹਾਂ ਆਪਦੇ ਕਿਸਾਨ ਨੂੰ। ਜਿਵੇਂ ਕੋਆਪਰੇਟਿਵਸ ਵੀ ਇੱਕ ਮੈਥਡ ਹੈ ਜਿਹਦੇ ਵਿੱਚ ਆਪਣੇ ਪੰਜਾਬੀ ਕਿਸਾਨਾਂ ਨੇ ਹੀ ਆਸਟ੍ਰੇਲੀਆ ਦੇ ਵਿੱਚ ਇੱਕ ਓਸਬੇਰੀ ਨਾਂ ਦੀ ਕੰਪਨੀ ਬਣਾਈ ਆ, ਤੇ ਉਹਨੇ ਵੱਡੇ ਵੱਡੇ ਮਲਟੀਨੈਸ਼ਨਲ ਉੱਥੋਂ ਭਾਜੜ ਪਾ ਦਿੱਤੀ ਉਹਨਾਂ ਨੂੰ। ਹਾਲਾਂਕਿ ਉੱਥੇ ਕਾਨੂੰਨ ਇਸੇ ਤਰ੍ਹਾਂ ਦੇ ਆਰਡੀਨੈਂਸਸ, ਇਸੇ ਆਪਣੇ ਇਹ ਭਾਰਤ ਦੇ ਆਰਡੀਨੈਂਸਸ ਵਰਗੇ ਹੀ ਕਾਨੂੰਨ ਸੀਗੇ, ਤੇ ਉਹਨਾਂ ਨੂੰ ਤਾਂ ਉੱਥੇ ਸਰਕਾਰ ਓਪਨਲੀ ਮਦਦ ਵੀ ਕਰ ਰਹੀ ਸੀ ਕਾਰਪੋਰੇਟਸ ਨੂੰ ਤੇ ਐਮਐਨਸੀਜ਼ ਨੂੰ। ਤੇ ਮੈਂ ਉਹ ਫਾਰਮਰਸ ਦੀ ਸੁਣ ਰਿਹਾ ਸੀਗਾ, ਕੁਝ ਆਪਣੇ ਜਾਣ ਪਛਾਣ 'ਚ ਲੋਕ ਹੈਗੇ ਆ, ਆਪਣੇ ਮਤਲਬ ਪੰਜਾਬੀ ਹੀ ਹੈਗੇ ਆ ਜਿਨ੍ਹਾਂ ਨੇ ਓਸਬੇਰੀ ਨਾਂ ਦੀ, ਤੇ ਉਸ ਖਿੱਤੇ 'ਚ ਐਮਐਨਸੀਜ਼ ਨੂੰ ਜਾਂ ਉਹਨਾਂ ਕਾਰਪੋਰੇਟਸ ਨੂੰ ਆਪਦੀਆਂ ਖਰੀਦੀਆਂ ਹੋਈਆਂ ਜ਼ਮੀਨਾਂ ਵੇਚਣ ਵਾਸਤੇ ਮਜਬੂਰ ਕਰਤਾ। ਤਾਂ ਇਹ ਤਾਂ ਉਹਨਾਂ ਦਾ ਇੱਕ ਸਾਂਝ ਬਣਾਈ ਆ ਜਿਹਦੇ ਤਹਿਤ ਇਹ ਹੋ ਗਿਆ। ਤੇ ਦੂਸਰਾ ਤਰੀਕਾ ਜਿਹੜਾ ਹਾਲੇ ਘੱਟ ਐਕਸਪੈਰੀਮੈਂਟਡ ਹੈ, ਕਿਉਂਕਿ ਕੋਆਪਰੇਟਿਵਸ ਦੇ ਵਿੱਚ ਇੱਕ ਪ੍ਰੋਬਲਮ ਆਉਂਦੀ ਹੈਗੀ ਆ ਕਿ ਵੀ ਐਫੀਸ਼ੀਐਂਸੀਜ਼ ਲੋ ਹੋ ਜਾਂਦੀਆਂ, ਬਹੁਤ ਜਗ੍ਹਾ ਕਈ ਜਗ੍ਹਾ ਦਿੱਕਤ ਆ ਜਾਂਦੀ ਹੈਗੀ ਆ। ਤਾਂ ਇੱਕ ਹੋਰ ਮੈਥਡ ਅੱਜ ਕੱਲ੍ਹ ਨਵਾਂ ਇਮਰਜ ਹੋ ਰਿਹਾ, ਉਹਨੂੰ ਅਸੀਂ ਡੈਮੋਕ੍ਰੇਟਾਈਜੇਸ਼ਨ ਆਫ ਕੈਪੀਟਲ ਕਹਿੰਦੇ ਆ। ਉਹ ਬਹੁਤ ਹੀ ਪ੍ਰੋਮੀਨੈਂਟ ਹੁੰਦਾ ਜਾ ਰਿਹਾ ਹੈ। ਡੈਮੋਕ੍ਰੇਟਾਈਜੇਸ਼ਨ ਆਫ ਕੈਪੀਟਲ 'ਚ ਆਏ ਆ ਕਿ ਹਰ ਬੰਦੇ ਦੀ ਇੱਕ ਹਿੱਸੇਦਾਰੀ ਹੁੰਦੀ ਹੈ, ਪਰ ਜਿਹੜੀ ਮੈਨੇਜਮੈਂਟ ਹੈਗੀ ਆ ਉਸ ਦਾ ਪ੍ਰਬੰਧਕੀ ਢਾਂਚਾ ਉਸ ਆਰਗੇਨਾਈਜੇਸ਼ਨ ਦਾ, ਉਹ ਪ੍ਰੋਫੈਸ਼ਨਲਸ ਹੀ ਚਲਾਉਂਦੇ ਆ। ਉਹਦੇ ਨਾਲ ਕੋਆਪਰੇਟਿਵ ਮਾਡਲ ਵਾਲੇ ਵੀ ਕੰਮ ਪੂਰੇ ਹੋ ਜਾਂਦੇ ਆ, ਤੇ ਉਧਰੋਂ ਦੂਸਰਾ ਉਹ ਵੀ ਹੋ ਜਾਂਦਾ। ਤਾਂ ਇਹ ਦੋ ਢਾਂਚੇ ਹੈਗੇ ਆ, ਤੇ ਇਹ ਢਾਂਚੇ ਸਕਸੈਸਫੁਲੀ ਚਲਾਏ ਵੀ ਹੈ ਲੋਕਾਂ ਨੇ। ਇਹ ਨਹੀਂ ਕਿ ਵੀ ਚੱਲੇ ਨਹੀਂ ਭਾਰਤ ਕਿਤੇ ਵੀ ਦੁਨੀਆ ਦੇ ਵਿੱਚ, ਤੇ ਭਾਰਤ 'ਚ ਵੀ ਕਈ ਥਾਂ ਚੱਲੇ ਹੈਗੇ ਆ, ਤੇ ਇਹ ਚਲਾਏ ਜਾ ਸਕਦੇ ਆ। ਗਵਰਨਮੈਂਟ ਦੀ ਸਪੋਰਟ ਗਵਰਨਮੈਂਟ ਦੀ ਵੀ ਸਪੋਰਟ ਦੇਣੀ ਪੈਂਦੀ ਹੈ। ਇੱਕ ਤਰੀਕਾ ਤਾਂ ਇਹ ਹੈਗਾ ਜੀ। ਦੂਸਰਾ ਤਰੀਕਾ ਇਹ ਹੈਗਾ ਕਿ ਰਾਜ ਸਰਕਾਰਾਂ ਤੇ ਵੀ ਦਬਾਅ ਬਣਾਇਆ ਜਾ ਸਕਦਾ ਹੈ। ਜਿਵੇਂ ਪੰਜਾਬ ਐਗਰੋ ਆ ਜਾਂ ਮਾਰਕਫੈਡ ਆ, ਉਹਨਾਂ ਦਾ ਕੰਮ ਆ ਕਿ ਇਹ ਮੰਡੀਕਰਨ ਕਰਨਾ। ਤਾਂ ਇੱਕ ਤਰ੍ਹਾਂ ਚਾਹੇ ਉਹ ਸਾਰਾ ਪ੍ਰੋਡਕਟ ਨਾ ਖਰੀਦਣ, ਉਹਨੂੰ 10% ਹੀ ਖਰੀਦਣ ਵਿੱਚੋਂ ਜਾਂ 10% ਹੀ ਇੰਟਰਵੈਂਸ਼ਨ ਕਰਨ, ਪਰ ਉਹ ਪ੍ਰਾਈਸ ਹੋਲਡਿੰਗ ਵਾਸਤੇ ਬਹੁਤ ਕੈਟਲਿਸਟ ਦੇ ਤੌਰ ਤੇ ਕੰਮ ਕਰ ਸਕਦੀ ਹੈ। ਕਿ ਜਿੱਥੇ ਪ੍ਰਾਈਸ ਡਿੱਗਦੀ ਨਜ਼ਰ ਆਊਗੀ ਤਾਂ ਕੰਪੀਟੀਸ਼ਨ 'ਚ ਆ ਜਾਣ। ਤੇ ਉਹ ਕਿਉਂ ਨਹੀਂ ਮਾਰਕੀਟ ਕਰ ਸਕਦੇ? ਵੀ ਜਦੋਂ ਸਟੇਟ ਐਡੀ ਵੱਡੀ ਸਟੇਟ ਜੇ ਆਪਦਾ ਬ੍ਰਾਂਡ ਡਿਵੈਲਪ ਕਰਕੇ ਸਮਾਨ ਮਾਰਕੀਟ ਕਰੇ ਤਾਂ ਕਿਉਂ ਨਹੀਂ ਕਰ ਸਕਦੀ? ਇੱਥੇ ਸਿਰਫ ਨੀਅਤ ਦਾ ਮਸਲਾ ਹੈ ਜੀ, ਕਿ ਇਹ ਨਹੀਂ ਕਿ ਨਹੀਂ ਹੋ ਸਕਦਾ। ਇਹੀ ਪੰਜਾਬ ਆ ਜਿਹੜਾ ਅਬਦਾਲੀ ਦੇ ਉਲਟ ਸਾਰਾ ਇਕੱਠਾ ਹੋ ਕੇ ਲੜ ਲੈਂਦਾ ਸੀ, ਤੇ ਅੱਜ ਅਸੀਂ ਕੀ ਇਹ ਸਮਝ ਲਓ ਅਬਦਾਲੀ ਹੀ ਆ ਗਿਆ ਸਾਡੇ ਤੇ ਇੱਕ ਤਰ੍ਹਾਂ ਦਾ, ਸਾਨੂੰ ਮਾਰਨਾ। ਸਾਡੀ ਪਛਾਣ ਕਿਸਾਨੀ ਇਕੱਲੀ ਰੁਜ਼ਗਾਰ ਨਹੀਂ ਖਤਮ ਕਰ ਰਹੀ, ਸਾਡੀ ਪਛਾਣ ਵੀ ਖਤਮ ਕਰ ਰਹੀ ਆ, ਸਾਡਾ ਸੱਭਿਆਚਾਰ ਵੀ ਖਤਮ ਕਰ ਰਹੀ ਆ। ਤੇ ਸਾਨੂੰ ਉਹਦੇ ਵਾਸਤੇ ਇੱਕ ਓਪਰਚੁਨਿਟੀ ਵਾਂਗੂ ਵੀ ਵੇਖਣਾ ਚਾਹੀਦਾ ਕਿ ਅਸੀਂ ਉਹਨੂੰ ਕੋਆਪਰੇਟਿਵਸ ਦੇ ਤੌਰ ਤੇ ਲੜੀਏ, ਤੇ ਉਹ ਜਿਹੜੇ ਪ੍ਰੋਫਿਟਸ ਹੈਗੇ ਆ ਜਾਂ ਉਹ ਜਿਹੜੇ ਲਾਭ ਹੋਣੇ ਆ ਉਹ ਆਪਦੀ ਸੁਸਾਇਟੀ 'ਚ ਖਿੱਚ ਕੇ ਵਾਪਸ ਲਿਆਈਏ। ਪਰ ਹਾਂ, ਉਹਦੇ ਵਾਸਤੇ ਸਾਨੂੰ ਆਪਦੇ ਜਿਹੜੇ ਬੁਨਿਆਦੀ ਇੱਕ ਦੂਜੇ ਨਾਲ ਖਿੱਚੋਤਾਣ ਆ ਜਾਂ ਆਪਣੇ ਵੈਰ ਦਵੇਸ਼ ਆ, ਉਹ ਛੋਟੇ ਛੋਟੇ ਜਿਹੜੇ ਉਹ ਖਤਮ ਕਰਨੀਆਂ ਪੈਣਗੀਆਂ। ਨੀਅਤ ਸਾਫ਼ ਨਾਲ ਲੜਨਾ ਪਊ ਤੇ ਸਮਝਣਾ ਪਊ ਕਿ ਸਾਡਾ ਇੱਕ ਬਹੁਤ ਵੱਡਾ ਦੁਸ਼ਮਣ ਸਾਨੂੰ ਖਤਮ ਕਰਨਾ ਚਾਹੁੰਦਾ ਹੈ। ਜੀ ਪੰਨੂ ਸਾਹਿਬ, ਤੁਹਾਡੀ ਕੀ ਰਾਏ ਹੈਗੀ ਇਹਦੇ ਤੇ? ਹਾਂਜੀ, ਇਹ ਬਿਲਕੁਲੋਂ ਆ। ਮੈਂ ਪਹਿਲਾਂ ਕਿਹਾ ਵੀ ਜਿਹੜਾ ਕਿਸਾਨੀ ਨੂੰ ਕੋਆਪਰੇਟਿਵ ਅਦਾਰੇ ਦੇ ਵਿੱਚ ਲਿਆਉਣਾ ਪਊਗਾ, ਉਹਦੇ ਵਿੱਚ ਉਹਨਾਂ ਦੇ ਕੋਆਪਰੇਟਿਵ ਗਰੁੱਪ ਬਣਾ ਕੇ ਉਹ ਬੜੀ ਸਫਲਤਾ ਨਾਲ ਚੱਲ ਸਕਦੇ ਆ। ਉਹਦੇ ਤੇ ਕਿਸਾਨਾਂ ਨੂੰ ਗਿਆਨਵਾਨ ਵੀ ਹੋਣਾ ਪਊਗਾ, ਤੇ ਨਾਲ ਸਰਕਾਰਾਂ ਨਾਲ ਲੜ ਕੇ ਜਿਹੜੀ ਸਬਸਿਡੀ ਦੀ ਗੱਲ ਆ, ਕਰਜ਼ੇ ਖਤਮ ਕਰਨ ਦੀ ਗੱਲ ਆ, ਜਾਂ ਜਿਹੜੀ ਸਿਕਿਉਰਿਟੀ ਲੈਣ ਦੀ ਗੱਲ ਆ, ਸਮਾਜਿਕ ਸੁਰੱਖਿਆ ਲੈਣ ਦੀ ਗੱਲ ਆ, ਉਧਰ ਨੂੰ ਸਾਨੂੰ ਜਥੇਬੰਦ ਹੋ ਕੇ ਲੜਨਾ ਪਊਗਾ। ਅਸਲ ਜਥੇਬੰਦ ਘੋਲ ਹੀ ਸਾਰੇ ਰਿਜ਼ਲਟ ਕੱਢ ਸਕਦਾ। ਕੋਈ ਵੀ ਜਿਹੜਾ ਕੰਮ ਕਰਨਾ, ਜਿੰਨਾ ਚਿਰ ਸਾਡੇ ਕੋਈ ਜਥੇਬੰਦ ਘੋਲ ਵਾਸਤੇ ਸ਼ਕਤੀ ਨਹੀਂ ਹੈਗੀ, ਉਹ ਜਿਸ ਤਰ੍ਹਾਂ ਬਹੁਤ ਵੱਡੀ ਗਿਣਤੀ ਜਿਹੜੀ ਕਿਸਾਨੀ ਘੋਲ ਚੋਂ ਬਾਹਰ ਰਹੀ ਆ, ਜੋ ਹੁਣ ਥੋੜੀ ਥੋੜੀ ਪਰਤ ਰਹੀ ਵਾਪਸ, ਇਹ ਹੁਣ ਤੇ ਇੱਕ ਹਮਲਾ ਹੋ ਗਿਆ। ਜਿਸ ਤਰ੍ਹਾਂ ਨਾ ਕਹੇ ਵੀ ਅਬਦਾਲੀ ਜੇ ਰੋਕਿਆ ਜਾ ਸਕਦਾ ਤੇ ਮੋਦੀ ਕਿਉਂ ਨਹੀਂ ਰੋਕਿਆ ਜਾ ਸਕਦਾ? ਅਸੀਂ ਬਾਦਸ਼ਾਹ ਨੇ ਰੋਕਿਆ ਜਾ ਸਕਦਾ। ਅੱਜ ਵੀ ਲੋਕ ਬਾਹਰ ਆ ਜਾਣ, ਤੇ ਮੋਦੀ ਵੀ ਰੋਕਿਆ ਜਾ ਸਕਦਾ, ਤੇ ਕਿਸਾਨ ਪੱਖੀ ਨੀਤੀ ਵੀ ਜਿਹੜੀ ਆ ਉਹ ਬਣਵਾਈ ਜਾ ਸਕਦੀ ਹੈ। ਮੈਂ ਦਵਿੰਦਰ ਸਿੰਘ ਹੋਣਾ ਕੋਲ ਜਾਣ ਤੋਂ ਪਹਿਲਾਂ ਪੰਨੂ ਸਾਹਿਬ ਤੁਹਾਨੂੰ ਅਗਲਾ ਸਵਾਲ ਕਰ ਦੇਣਾ
ਕਿ ਜਿਸ ਤਰ੍ਹਾਂ ਹੁਣ ਤੁਸੀਂ ਕਿਹਾ ਕਿ ਅਬਦਾਲੀ ਰੋਕਿਆ ਜਾ ਸਕਦਾ ਤਾਂ ਮੋਦੀ ਕੀ ਚੀਜ਼ ਆਪਾਂ ਰੋਕੀ ਜਾ ਸਕਦੀ ਹੈ, ਪਰ ਜੇਕਰ ਆਪਾਂ ਇਹਦਾ ਰਵੱਈਆ ਦੇਖੀਏ ਪਿਛਲੇ ਸਮੇਂ ਦੇ ਵਿੱਚ ਮੋਦੀ ਸਰਕਾਰ ਦਾ ਜੋ ਰਿਹਾ ਕਿ ਇਹ ਜੋ ਕਾਨੂੰਨ ਬਣਾਉਂਦੇ ਆ ਉਹ ਪੱਕੀ ਇੱਕ ਹੰਕਾਰੀ ਰਵੱਈਆ ਇਹਨਾਂ ਦਾ ਹੈਗਾ ਤੇ ਇੰਨੇ ਜਿੱਦੀ ਆ ਕਿ ਉਹ ਤੋਂ ਪਾਸੇ ਨਹੀਂ ਮੁੜਦੇ। ਵੱਡੇ ਵੱਡੇ ਸੰਘਰਸ਼ ਹੋਏ, NRC ਦਾ ਮਸਲਾ ਹੈਗਾ, ਕਸ਼ਮੀਰ ਦੇ ਸੰਬੰਧ ਚ ਆਪਾਂ ਲੈ ਲਈਏ ਕਿ ਉਹ ਵਾਪਸ ਨਹੀਂ ਹੁੰਦੇ। ਤਾਂ ਹੁਣ ਤੁਸੀਂ ਕੀ ਵੇਖਦੇ ਹੋ ਕਿ ਇਸ ਮਸਲੇ ਦੇ ਉੱਤੇ ਉਹ ਆਪਣੀ ਜ਼ਿੱਦ ਜਾਂ ਇਹ ਹੰਕਾਰ ਛੱਡ ਦੇਣਗੇ? ਹਾਂ, ਜਿਸ ਤੋਂ ਵੀ ਇਹ ਸਰਕਾਰ ਬਣੀ ਆ, ਦੁਬਾਰਾ ਬਣੀ ਜੀ 14 ਤੋਂ ਬਣੀ ਆ, ਮਤਲਬ ਜਿਹੜੇ ਵੀ ਇਹ ਸਟੈਪ ਪੁੱਟਦੇ ਰਹੇ ਆ ਜਾਂ ਲੋਕਾਂ ਦਾ ਵਿਰੋਧ ਉਹ ਮਤਲਬ ਹੁੰਦਾ ਰਿਹਾ ਵਾ, ਉਹਨੂੰ ਨਜ਼ਰਅੰਦਾਜ਼ ਕਰਦੇ ਰਹੇ। ਹੁਣ ਵੀ ਉਹਨਾਂ ਨਜ਼ਰਅੰਦਾਜ਼ ਕੀਤਾ ਰਾਜ ਸਭਾ ਦੇ ਵਿੱਚ, ਜੋ ਵੀ ਬਿੱਲ ਪਾਸ ਕਰਾਏ, ਲੋਕ ਸਭਾ 'ਚ ਕਰਾਏ ਆ। ਇਹਦੇ ਤਹਿਤ ਅਸੀਂ ਇੱਕ ਪੱਕਾ ਗੱਲ ਆ, ਆਪਣੇ ਸੰਘਰਸ਼ ਤੇ ਲੋਕਾਂ ਨੂੰ ਵਿਸ਼ਵਾਸ ਹੁੰਦਾ ਵਾ। ਇਹ ਜਿਸ ਤਰ੍ਹਾਂ ਦੀ ਲਹਿਰ ਬਣ ਰਹੀ ਆ, ਜਿਸ ਤਰ੍ਹਾਂ ਲੋਕ ਉੱਠ ਰਹੇ ਆ, ਲੋਕ ਉੱਠ ਕੇ ਮੈਦਾਨ ਦੇ ਵਿੱਚ ਆਏ ਨੇ, ਤੇ ਮੋਦੀ ਸਰਕਾਰ ਨੂੰ ਜਿਹੜਾ ਐਂਕੜਬਾਜ਼ੀ ਰਵੱਈਆ ਵਾ ਉਹ ਛੱਡਣਾ ਪਊਗਾ। ਉਹਦਾ ਐਂਕੜ ਜਿਹੜੀ ਤੋੜੀ ਜਾ ਸਕਦੀ ਆ, ਇਹੋ ਜਿਹੀ ਗੱਲ ਨਹੀਂ ਵੀ ਨਹੀਂ ਤੋੜੀ ਜਾ ਸਕਦੀ। ਇਹ ਨਹੀਂ ਗੱਲ ਵੀ ਉਹ ਕਦੀ ਮੁੜਿਆ ਨਹੀਂ ਪਿੱਛੇ। ਅਸਲ ਦੇ ਵਿੱਚ ਹੁਣ ਤਾਂ ਆਪਾਂ ਦੇਖੀਏ ਆਪਣਾ ਪਰਮਜੀਤ ਜੀ, ਪਿਛਲੇ ਦਿਨਾਂ 'ਚ ਰੋਜ਼ ਜਿਹੜਾ ਵਾ ਪ੍ਰਧਾਨ ਮੰਤਰੀ ਉਹ ਪ੍ਰੈਸ ਕਾਨਫਰੰਸ ਕਰ ਰਿਹਾ, ਉਹ ਆਪਣੀ ਦੇ ਰਿਹਾ ਵਾ ਵੀ MSP ਅਸੀਂ ਜਾਰੀ ਰਹੇਗੀ, ਉਹ ਜੇ ਰਹੇਗਾ ਉਹ ਰਹੇਗਾ। ਇਸ ਤਰ੍ਹਾਂ ਉਹਦੇ 6 ਮੰਤਰੀ ਪ੍ਰੈਸ ਕਾਨਫਰੰਸ ਕਰ ਰਹੇ ਆ। ਅਸਲ ਡਰੀ ਹੋਈ ਆ ਸਰਕਾਰ, ਅਸਲੋਂ ਅੰਦਰੋਂ ਡਰੀ ਹੋਈ ਆ, ਇਹ ਘਬਰਾਹਟ ਦੇ ਵਿੱਚ ਆ। ਕਈ ਤਰ੍ਹਾਂ ਦੇ ਇਲਜ਼ਾਮ ਕਿਸਾਨਾਂ ਦੇ ਲਾਏ ਜਾ ਰਹੇ ਆ ਵੀ ਇਹ ਸ਼ਾਂਤੀ ਫੈਲਾ ਰਿਹਾ। ਦੂਜਾ ਅਸਲ ਅਸੀਂ ਤਾਂ ਕਹਾਂਗੇ ਮੋਦੀ ਸਰਕਾਰ ਸ਼ਾਂਤੀ ਫੈਲਾ ਰਹੀ ਆ, ਜਿਹੜੀਆਂ ਉਹ ਨੀਤੀਆਂ ਪਾਸ ਕਰ ਰਹੀ ਆ ਜਾਂ ਨੀਤੀਆਂ ਲਿਆ ਰਹੀ ਆ, ਜਾਂ ਜਿਹੜਾ ਪਿਛਲੇ ਸਮੇਂ 'ਚ ਉਹਨੇ ਕਸ਼ਮੀਰ 'ਚ ਜਿਸ ਤਰ੍ਹਾਂ ਕੀਤਾ ਵਾ, ਜਿਸ ਤਰ੍ਹਾਂ ਨਾਗਰਿਕਤਾ ਸੋਧ ਬਿੱਲ ਪਾਸ ਕਰਕੇ ਕੀਤਾ ਵਾ, ਜਾਂ ਜਿਸ ਤਰ੍ਹਾਂ ਨਿੱਜੀਕਰਨ ਹਰ ਇੱਕ ਚੀਜ਼ ਦਾ ਕੀਤਾ ਜਾ ਰਿਹਾ, ਅਸਲ 'ਚ ਉਹ ਸ਼ਾਂਤੀ ਫੈਲਾ ਰਹੀ ਆ। ਕਿਸਾਨ ਸ਼ਾਂਤੀ ਨਹੀਂ ਫੈਲਾ ਰਹੇ। ਕਿਸਾਨ ਬਿਲਕੁਲ ਸ਼ਾਂਤੀਪੂਰਵਕ ਜਿਹੜੇ ਆ, ਬਿਲਕੁਲੋਂ ਸ਼ਾਂਤੀ ਦੇ ਨਾਲ ਆਪਣਾ ਸੰਘਰਸ਼ ਲੜ ਰਹੇ ਆ, ਆਪਣੇ ਹੱਕ ਦਾ ਸੰਘਰਸ਼ ਲੜ ਰਹੇ ਆ। ਜਦੋਂ ਲੋਕਾਂ ਨੂੰ ਇਹ ਪਤਾ ਹੋਵੇ ਵੀ ਅਸੀਂ ਆਪਣੇ ਹੱਕ ਦਾ ਸੰਘਰਸ਼ ਲੜ ਰਹੇ ਆ, ਐਦੋਂ ਸੰਘਰਸ਼ ਤੋਂ ਬਗੈਰ ਸਾਡੇ ਕੋਲ ਕੋਈ ਗੁਜ਼ਾਰਾ ਨਹੀਂ, ਤੇ ਸਰਕਾਰਾਂ ਕਦੀ ਠਹਿਰਦੀਆਂ ਨਹੀਂ ਹੁੰਦੀਆਂ। ਜੀ ਦਵਿੰਦਰ ਸਿੰਘ, ਤੁਹਾਡੀ ਕੀ ਟਿੱਪਣੀ ਇਹਦੇ ਤੇ? ਮੋਦੀ ਜੀ ਬਾਰੇ ਵਾਰ-ਵਾਰ ਜ਼ਿਕਰ ਆ ਰਿਹਾ ਵੀ ਮੋਦੀ ਇਹ ਕਰ ਰਹੇ ਆ। ਅਸਲ ਵਿੱਚ ਇਹ ਮੋਦੀ ਬਿਮਾਰੀ ਨਹੀਂ ਆ। ਬਿਮਾਰੀ ਤਾਂ ਬਹੁਤ ਚਿਰ ਦੀ ਭਾਰਤ ਦੇ ਵਿੱਚ ਚੱਲ ਰਹੀ ਆ, 47 ਤੋਂ ਹੀ ਸੈਂਟਰਲਾਈਜੇਸ਼ਨ ਦੀ ਬਿਮਾਰੀ ਚੱਲ ਰਹੀ ਆ। ਇਹ ਤਾਂ ਉਹ ਅੰਦਰ ਜਿਹੜਾ ਫੋੜਾ ਸੀ ਨਾ, ਹੁਣ ਬਾਹਰ ਨਿਕਲ ਕੇ ਆ ਗਿਆ, ਨਸੂਰ ਬਣ ਗਿਆ, ਮੋਦੀ ਸਾਨੂੰ ਦਿਖ ਰਿਹਾ। ਤਾਂ ਇੱਥੇ ਪਹਿਲਾਂ ਵੀ ਵੀਰ ਹੋਣਾ ਨੇ ਇਹਨਾਂ ਨੇ ਥੋੜੀ ਜਿਹਾ ਜ਼ਿਕਰ ਕੀਤਾ ਸਰ ਛੋਟੂ ਰਾਮ ਹੋਣਾ ਦਾ, ਤਾਂ ਮੈਂ ਲੈ ਕੇ ਜਾਊਂਗਾ ਤੁਹਾਨੂੰ 47 ਤੋਂ ਪਹਿਲਾਂ ਜਦੋਂ ਸਰਕਾਰ ਬਣੀ ਹੈ, ਇੱਥੇ ਯੂਨੀਅਨਿਸਟ ਦੀ ਸਰਕਾਰ ਬਣੀ ਆ, ਜਿਹਨੂੰ ਅਸੀਂ ਹੁਣ ਤਾਂ ਇਹ ਕਹਿ ਰਹੇ ਹਾਂ ਵੀ ਅਸੀਂ ਗੁਲਾਮ ਸੀ ਉਸ ਟਾਈਮ ਅੰਗਰੇਜ਼ਾਂ ਦੇ। ਤਾਂ ਗੁਲਾਮੀ ਦੇ ਵਿੱਚ ਜਿਹੜੇ ਬਿੱਲ ਉਹਨਾਂ ਨੇ ਪਾਸ ਕੀਤੇ ਆ, ਕਾਨੂੰਨ ਲਿਆਂਦੇ ਆ ਕਿਸਾਨਾਂ ਦੇ, ਜਮਾਂ ਉਹੀ ਹਾਲ ਹੋਣਾ। ਉਦੋਂ ਇੱਕ ਵੱਡਾ ਸ਼ਾਹੂਕਾਰ ਜਿਹੜਾ ਹੁੰਦਾ ਸੀ, ਸੇਠ ਹੁੰਦਾ ਸੀ, ਉਹਦੇ ਕਰਜ਼ੇ ਨਾਲ ਕਿਸਾਨ ਕਰਜ਼ਾਈ ਹੋ ਰਿਹਾ ਸੀਗਾ, ਉਹਦੀ ਜ਼ਮੀਨ ਦੀ ਕੁਰਕੀ ਹੋ ਰਹੀ ਸੀ ਲਗਾਤਾਰ। ਉਹ ਜ਼ਮੀਨਾਂ ਤੋਂ ਜੇ ਆਪਾਂ ਕਹੀਏ ਕਿ ਜ਼ਮੀਨਾਂ ਤੋਂ ਕਿਸਾਨ ਪਾਸੇ ਕੀਤਾ ਜਾ ਰਿਹਾ ਸੀਗਾ, ਬੇਜ਼ਮੀਨੇ ਹੋ ਰਹੇ ਸੀਗੇ। ਤਾਂ ਹੁਣ ਵੀ ਜੇ ਤੁਸੀਂ ਪਿਛਲੇ 25-30 ਸਾਲਾਂ 'ਚ ਵੇਖੋ ਜਾਂ ਉਦੋਂ ਪੁਰਾਣਾ ਵੀ ਵੇਖੋ, ਤਾਂ ਲਗਾਤਾਰ ਤੁਹਾਨੂੰ ਪਿੰਡਾਂ ਦੇ ਵਿੱਚ ਨਿਗਾਹ ਮਾਰੋਗੇ ਤਾਂ ਤੁਹਾਨੂੰ ਦਿਖਣਗੇ ਵੀ ਬਹੁਤ ਕਿਸਾਨ ਜਿਹੜੇ ਆ ਬੇਜ਼ਮੀਨੇ ਹੋ ਗਏ, ਸ਼ਹਿਰਾਂ ਦੇ ਆਲੇ ਦੁਆਲੇ ਹੋ ਗਏ ਆ। ਜੇ ਸੰਘਰਸ਼ ਕਰਨ ਦੀਆਂ ਤਰ੍ਹਾਂ ਜੇ ਸੁਹਿਰਦਤਾ ਨਾਲ ਕਰਨਾ ਚਾਹੁੰਦੀਆਂ, ਕੱਲਾ ਆਮਦਨ ਦਾ ਮਸਲਾ ਨਹੀਂ ਗਾ। ਮੇਰੀ ਅੱਜ ਆਮਦਨ ਮੰਨ ਲਓ 50,000 ਰੁਪਈਆ ਏਕੜ ਦੀ, ਤੁਸੀਂ ਇਹਨੂੰ 2 ਲੱਖ ਵੀ ਕਰ ਦਿਓ, ਪਰ ਜਦੋਂ ਜਿਹੜੀਆਂ ਬੈਂਕਾਂ ਜਾਂ ਜਿਹੜੇ ਸ਼ਾਹੂਕਾਰ ਆ, ਜੇ ਉਹ ਕਾਰਪੋਰੇਟ ਨੇ ਉਹ ਥਾਂ ਲੈ ਲਈ ਆ, ਉਹ ਉਹਨਾਂ ਹੀ ਲੋਨ ਐਡਵਾਂਸ ਕਰ ਦਿੰਦਾ। ਰੌਲਾ ਤਾਂ ਲੋਨ ਐਡਵਾਂਸ ਇੰਨਾ ਜ਼ਿਆਦਾ ਹੋ ਜਾਂਦਾ ਕਿ ਜਿਹੜੀ ਆਮਦਨ ਇਨਕਮ ਵਧੂ ਕਿਵੇਂ? ਜਿਹੜੀ ਵੱਧਦੀ ਆ ਉਹ ਵਿਆਜ ਦੇ ਵਿੱਚ ਹੀ ਖਾਈ ਜਾਂਦੇ ਆ। ਅੱਜ ਸਾਰਾ ਜਿਹੜਾ ਮੈਨੂੰ ਲੱਗਦਾ ਬੈਂਕਿੰਗ ਸਿਸਟਮ ਦਾ ਟੋਟਲ ਦਾ ਭਾਰ ਇਹ ਕਿਸਾਨਾਂ ਦੇ ਸਿਰ ਦੇ ਪਾ ਦਿੱਤਾ, ਜਾਂ ਪਿਛਲੇ 10-15 ਸਾਲਾਂ ਤੋਂ ਤਾਂ ਬਹੁਤ ਜ਼ਿਆਦਾ ਵੱਧ ਗਿਆ। ਸੋ ਇਹਨਾਂ ਨੂੰ ਸਰ ਛੋਟੂ ਰਾਮ ਵਾਲੇ ਜਿਹੜੇ ਕਾਨੂੰਨ ਸੀ ਉਸ ਟਾਈਮ ਕਿ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਹੋ ਸਕਦੀ, ਤੇ ਨਾਲ ਕਾਰਪੋਰੇਟ ਨੇ ਜੇ ਇਹ ਕਾਨੂੰਨ ਵਾਪਸ ਵੀ ਚਲੇ ਜਾਣ ਤਾਂ MSP ਤੇ ਖਰੀਦੀ ਵੀ ਜਾਣ, ਕੀ ਕਰਨਗੇ? MSP ਦਾ ਰੇਟ ਹੀ ਬਹੁਤ ਥੋੜਾ ਵਧਾਉਣਗੇ, ਕਿਸਾਨ ਘਾਟੇ ਚਲਾ ਜਾਣਾ ਲਗਾਤਾਰ। ਉਹਦੇ ਕਰਕੇ ਜ਼ਮੀਨਾਂ ਵਿਕ ਜਾਣੀਆਂ, ਇਹ ਫੇਰ ਵੀ ਵਿਕ ਜਾਣੀਆਂ। ਕਾਨੂੰਨ ਭਾਵਾਂ ਦੀ ਇਹ ਤਿੰਨੇ ਆਰਡੀਨੈਂਸ ਵਾਪਸ ਲੈ ਲਵੇ ਸਰਕਾਰ ਤਾਂ ਆਉਂਦੇ 15-20 ਸਾਲਾਂ ਕਰ ਬਹੁਤਾਤ ਕਿਸਾਨ ਕੋਲੇ ਜ਼ਮੀਨ ਨਹੀਂ ਰਹਿਣੀ, ਇਹ ਕਾਰਪੋਰੇਟ ਕੋਲੇ ਜਾਣੀ ਹੈ। ਇਸ ਨੂੰ ਰੋਕਣ ਲਈ ਇੱਕ ਬਿੱਲ ਪਾਸ ਹੋਣਾ ਚਾਹੀਦਾ, ਦਬਾਅ ਪਾ ਕੇ ਪਾਸ ਕਰਵਾਉਣ ਕਿ ਜਿਹੜਾ ਗੈਰ ਕਾਸ਼ਤਕਾਰ, ਵੈਸੇ ਤਾਂ ਕਾਨੂੰਨ ਹੈਗਾ ਪਰ ਇੰਪਲੀਮੈਂਟੇਸ਼ਨ ਨਹੀਂ, ਗੈਰ ਕਾਸ਼ਤਕਾਰ ਨਾ ਤਾਂ ਖੇਤੀ ਵਾਸਤੇ ਜ਼ਮੀਨ ਖਰੀਦ ਸਕਦਾ ਤੇ ਨਾ ਹੀ ਗੈਰ ਕਾਸ਼ਤਕਾਰ ਲੀਜ਼ ਤੇ ਲਵੇ। ਇਹਦੇ ਨਾਲ ਕੰਮੀ ਤੇ ਮਜ਼ਦੂਰ ਜਿਹੜੇ ਖੇਤੀ ਕਰਦੇ ਆ ਉਹਨਾਂ ਕੋਲੇ ਜ਼ਮੀਨ ਰਹਿ ਜਾਏਗੀ। ਨਹੀਂ ਤਾਂ ਹਾਲਾਤ ਇਹ ਹੋਣਗੇ, ਇਹ ਜਿਹੜਾ ਅਮਰੀਕਾ ਦਾ ਮਾਡਲ
ਬਣਾਉਣ ਨੂੰ ਫਿਰਦੇ ਆ ਮੋਦੀ ਹੋਣੀ, ਉਹ ਤਾਂ ਬਣਨਾ ਨਹੀਂ ਗਾ ਇੱਥੇ। ਕੋਈ ਪ੍ਰੋਪਰ ਇੰਡਸਟਰੀਲਾਈਜੇਸ਼ਨ ਉਸ ਟਾਈਪ ਦੀ ਹੋਣੀ ਨਹੀਂ। ਫਿਰ ਉਹੀ ਦੁਹਰਾ ਰਹੇ ਆ ਜੀ, ਜਿਹੜੇ ਉਸ ਟਾਈਮ ਜਿਹੜੇ ਬਿੱਲ ਸਰ ਛੋਟੂ ਰਾਮ ਨੇ ਪਾਸ ਕੀਤੇ ਸੀਗੇ, ਜਿਹਦੇ ਕਰਕੇ ਅੱਜ ਤਾਈਂ ਲੰਮੇ ਸਮੇਂ ਜ਼ਮੀਨ ਕਿਸਾਨਾਂ ਕੋਲ ਰਹਿ ਗਈ ਆ, ਉਹਨਾਂ ਤੇ ਦੁਬਾਰਾ ਤੋਂ ਸੰਘਰਸ਼ ਕਰਨ ਦੀ ਲੋੜ ਆ। ਨਾਲ ਬਿੱਲ ਪਾਸ ਕਰਾਓ ਕਿ ਗੈਰ ਕਾਸ਼ਤਕਾਰ ਜਿਹੜਾ ਹੈਗਾ ਉਹ ਜ਼ਮੀਨ ਖੇਤੀ ਵਾਹੀ ਵਾਸਤੇ ਨਾ ਲੈ ਸਕੇ। ਚਲੋ ਜੇ ਇੰਡਸਟਰੀ ਵਾਸਤੇ ਲੈਣੀ ਆ, ਉਹਦਾ ਬਿੱਲ ਪਾਸ ਕਰਾਉਣ ਵੀ ਉਹ ਲੀਜ਼ ਤੇ ਜ਼ਮੀਨ ਨਹੀਂ ਲਊਗਾ। ਨਹੀਂ ਤਾਂ ਜ਼ਮੀਨ ਜ਼ਿਆਦਾ ਚਿਰ ਪਾਉਂਦੀ ਹੈ। ਜਿਹੜੇ ਮੌਜੂਦਾ ਬਿੱਲ ਤਿੰਨੇ ਆਰਡੀਨੈਂਸ ਮੈਂ ਤੁਹਾਨੂੰ ਕਹਿਣਾ ਮੋਦੀ ਸਰਕਾਰ ਵਾਪਸ ਲੈ ਲਵੇ, ਜ਼ਮੀਨ ਕਿਸਾਨ ਕੋਲੇ ਨਹੀਂ ਰਹਿਣੀ ਲੰਮੇ ਸਮੇਂ। ਹਾਂਜੀ, ਠੀਕ ਹੈ, ਤੁਹਾਡਾ ਨੁਕਤਾ ਆ ਗਿਆ। ਸੋ ਜਿਹੜਾ ਜ਼ਮੀਨ ਕਾਰਪੋਰੇਟਸ ਕੋਲ ਅਲਟੀਮੇਟਲੀ ਜਾਣ ਵਾਲਾ ਮਸਲਾ ਸੀ, ਉਹਦੇ ਉੱਪਰ ਦੋ ਅਹਿਮ ਨੁਕਤੇ ਜਿਹੜੇ ਨੇ ਉਹ ਦਵਿੰਦਰ ਸਿੰਘ ਸੇਖੋਂ ਹੋਣਾ ਨੇ ਰੱਖੇ ਆ। ਇੱਕ ਤਾਂ ਇਹ ਸੀਗਾ ਕਿ ਜਿਹੜੇ ਗੈਰ ਕਾਸ਼ਤਕਾਰ ਆ ਉਹ ਜ਼ਮੀਨ ਖਰੀਦ ਨਾ ਸਕੇ, ਔਰ ਦੂਸਰਾ ਕਿ ਉਹਨੂੰ ਲੀਜ਼ ਦੇ ਉੱਪਰ ਨਾ ਲੈ ਸਕੇ। ਸੋ ਮੇਰਾ ਇਸੇ ਸੰਬੰਧ ਦੇ ਵਿੱਚ ਹੀ ਅਗਲਾ ਸਵਾਲ ਸੀਗਾ, ਪਰ ਆਪਣੇ ਜਿਹੜੇ ਸਾਡੇ ਕਿਸਾਨੀ ਸੰਘਰਸ਼ ਦੇ ਨੇਤਾ ਸਾਡੇ ਨਾਲ ਜੁੜੇ ਹੋਏ ਸਨ, ਉਹ ਇੰਟਰਨੈਟ ਦੀ ਸਮੱਸਿਆ ਕਰਕੇ ਹੁਣ ਸਾਡੇ ਇਸ ਵਿਚਾਰ ਦੇ ਵਿੱਚ ਸ਼ਾਮਲ ਨਹੀਂ ਹੈਗੇ। ਸੋ ਦੋ ਸੱਜਣ ਸਾਡੇ ਨਾਲ ਹਨ, ਸਰਦਾਰ ਅਜੇਪਾਲ ਸਿੰਘ ਔਰ ਦਵਿੰਦਰ ਸਿੰਘ ਸੇਖੋਂ। ਮੈਂ ਤੁਹਾਨੂੰ ਮੁਖਾਤਿਬ ਹੋ ਕੇ ਕਹਿਣਾ, ਜਾਂ ਇਹ ਇੱਕ ਨੁਕਤਾ ਆ ਕਿ ਆਮ ਤੌਰ ਦੇ ਉੱਪਰ ਕੋਈ ਵੀ ਵਿਅਕਤੀ ਜਿਹੜਾ ਕਿਸੇ ਵੀ ਤਰ੍ਹਾਂ ਦੀ ਉਪਜ ਪੈਦਾ ਕਰ ਰਿਹਾ, ਤਾਂ ਇਹ ਗੱਲ ਉਹਦੇ ਅਖਤਿਆਰ ਦੇ ਵਿੱਚ ਹੁੰਦੀ ਹੈ ਕਿ ਉਹਨੇ ਆਪਣੀ ਉਪਜ ਕਿਸ ਭਾਅ ਦੇ ਉੱਪਰ ਦੇਣੀ ਹੈ। ਔਰ ਇਸ ਸੰਬੰਧ ਦੇ ਵਿੱਚ ਵੀ ਸੰਘਰਸ਼ ਦਾ ਇੱਕ ਜਿਹੜਾ ਵੱਡਾ ਨੁਕਤਾ ਆ ਉਹ MSP ਜਾਂ ਕਹਿ ਲਓ ਕਿ ਭਾਅ ਦੇ ਨਾਲ ਸੰਬੰਧਿਤ ਹੈ। ਔਰ ਦੂਸਰੀ ਇਸ ਮਾਮਲੇ ਦੇ ਵਿੱਚ ਜਿਹੜੀ ਗੱਲ ਹੋਈ ਹੈ ਉਹ ਫੈਡਰਲਿਜ਼ਮ ਦੀ ਵੀ ਗੱਲ ਹੋਈ ਹੈ, ਜਾਂ ਕੇਂਦਰੀਕਰਨ ਦੀ ਗੱਲ ਹੁਣ ਅਖੀਰ ਦੇ ਵਿੱਚ ਦਵਿੰਦਰ ਸਿੰਘ ਸੇਖੋਂ ਹੋਣਾ ਨੇ ਵੀ ਕੀਤੀ ਹੈ। ਕੀ ਤੁਹਾਨੂੰ ਲੱਗਦਾ ਕਿ ਇੱਕ ਕਿਸਾਨੀ ਦੀ ਜਿਸ ਤਰ੍ਹਾਂ ਦੀ ਹਾਲਤ ਜਾਂ ਜਿਸ ਪੜਾਅ ਦੇ ਉੱਪਰ ਸੰਘਰਸ਼ ਪਹੁੰਚ ਰਿਹਾ ਕਿ ਜਿਹੜੀ ਫਸਲ ਦਾ ਭਾਅ ਮਿੱਥਿਆ ਜਾਣਾ ਆ ਉਹ ਕੇਂਦਰੀਕ੍ਰਿਤ ਹੋਣ ਦੀ ਬਜਾਏ ਸੂਬਾ ਪੱਧਰ ਦੇ ਉੱਪਰ ਜਾਂ ਕਿਸਾਨਾਂ ਦੀ ਸ਼ਮੂਲੀਅਤ ਵਾਲੇ ਪ੍ਰਬੰਧ ਦੇ ਤਹਿਤ ਹੋਣਾ ਚਾਹੀਦਾ? ਤੁਹਾਨੂੰ ਲੱਗਦਾ ਕਿ ਇਹ ਇੱਕ ਕਿਸਾਨੀ ਸੰਘਰਸ਼ ਦਾ ਨੁਕਤਾ ਹੋਣਾ ਚਾਹੀਦਾ? ਤੁਹਾਡੀ ਕੀ ਰਾਏ ਹੈ ਇਹਦੇ ਬਾਰੇ ਦੇ ਵਿੱਚ? ਪਰਮਜੀਤ ਜੀ, ਵੈਸੇ ਜਦੋਂ ਇਹਨੂੰ ਐਗਰੀਕਲਚਰ ਨੂੰ ਇੱਕ ਸਟੇਟ ਸਬਜੈਕਟ ਪਾਇਆ ਸੀ ਤਾਂ ਉਦੋਂ ਇਹ ਚੀਜ਼ ਕੰਸੀਡਰੇਸ਼ਨ ਚ ਲਈ ਸੀਗੀ ਕਿ ਭਾਰਤ ਇੱਕ ਬਹੁਤ ਵੱਡਾ ਮਤਲਬ ਇੱਕ ਦੱਖਣੀ ਏਸ਼ੀਆ, ਜਿਵੇਂ ਆਪਾਂ ਇਹਨੂੰ ਇੱਕ ਮੁਲਕ ਇਹਨੂੰ ਇੱਕ ਕੰਟੀਨੈਂਟ ਜਿੰਨਾ ਇੱਕ ਜਾਂ ਇੱਕ ਕੰਟੀਨੈਂਟ ਜਿੰਨਾ ਹੀ ਹੈ, ਤੇ ਇੱਥੇ ਅੱਡ ਅੱਡ ਇਹਦੀਆਂ ਡਾਇਵਰਸਿਟੀ ਇੰਨਾ ਕਿ ਇੱਕ ਇਲਾਜ ਜਿਹੜਾ ਸੈਂਟਰ ਤੋਂ ਬੈਠ ਕੇ ਕਿਸੇ ਚੀਜ਼ ਦਾ ਹੀ ਨਹੀਂ ਹੋ ਸਕਦਾ, ਖੇਤੀਬਾੜੀ ਦਾ ਤਾਂ ਬਿਲਕੁਲ ਹੀ ਨਹੀਂ ਹੋ ਸਕਦਾ। ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਇਹ ਜਿਹੜਾ ਕਾਨੂੰਨ ਬਣਾਉਣਾ ਇਹ ਆਪਦੇ ਆਪ ਚ ਇਸੇ ਕਰਕੇ ਗਲਤ ਹੈ ਕਿ ਜਿਹੜਾ ਸਟੇਟ ਸਬਜੈਕਟ ਸੀ ਉਹ ਬਹੁਤ ਹੀ ਐਮਰਜੈਂਸੀ ਚ ਤਾਂ ਚਲੋ ਕਿਸੇ ਫੂਡ ਸਿਕਿਉਰਿਟੀ ਚ ਜਾਂ ਕਿਸੇ ਬਹੁਤ ਹੀ ਜੰਗ ਵਾਲੇ ਹਾਲਾਤਾਂ ਚ ਤਾਂ ਚਲੋ ਸੈਂਟਰ ਆਪਦੇ ਹੱਥ ਚ ਲੈਂਦੀ, ਪਰ ਨਾਰਮਲ ਹਾਲਾਤਾਂ ਚ ਨਹੀਂ ਉਹਨੂੰ ਲੈਣਾ ਚਾਹੀਦਾ ਸੀ। ਤਾਂ ਉਹਦੇ ਵਿੱਚ ਬੁਨਿਆਦੀ ਪ੍ਰੋਬਲਮਸ ਤਾਂ ਡਿਸਟੋਰਸ਼ਨਸ ਤਾਂ ਉੱਥੇ ਆ ਜਾਂਦੀਆਂ। ਜੋ ਚੀਜ਼ ਪੰਜਾਬ ਦੇ ਵਿੱਚ ਆ ਉਹ ਉੜੀਸਾ ਚ ਨਹੀਂ ਵਾਜਬ ਹੋ ਸਕਦੀ ਜਾਂ ਮੱਧ ਪ੍ਰਦੇਸ਼ ਚ ਨਹੀਂ ਹੋ ਸਕਦੀ। ਸਾਰੇ ਖਿੱਤਿਆਂ ਦੀਆਂ ਅੱਡ ਅੱਡ ਸਟਰੈਂਥਸ ਹੈਗੀਆਂ, ਅੱਡ ਅੱਡ ਵੀਕਨੈਸਿਸ ਆ, ਅੱਡ ਅੱਡ ਉਹਨਾਂ ਦੀਆਂ ਦਿੱਕਤਾਂ ਹੈਗੀਆਂ। ਦੂਸਰੀ ਗੱਲ ਜਿਹੜੀ ਆਪਣੀ ਆਉਂਦੀ ਆ ਉਹ ਇਹ ਹੈ ਕਿ ਵੀ ਕੀ ਕਿਸਾਨ ਦਾ ਹੱਕ ਹੋਣਾ ਚਾਹੀਦਾ ਉਹਦੇ ਵਿੱਚ? ਇਹ ਤਾਂ ਹੋਣਾ ਹੀ ਚਾਹੀਦਾ ਜੀ। ਇਹ ਤਾਂ ਵੈਸੇ ਪਹਿਲਾਂ ਹੀ ਗੱਲ ਤਾਂ ਵੇਖੋ, ਆਪਾਂ ਜਦੋਂ ਜਿੰਨੀਆਂ ਗੱਲਾਂ ਕਰ ਰਹੇ ਹੋ ਰਿਪੋਰਟਾਂ ਵਾਸਤੇ ਵੀ ਜਿਹੜੀਆਂ ਵਾਸਤੇ ਲੜ ਰਹੇ ਹੋ, ਕੋਈ ਵੀ ਕਿਸਾਨ ਨੇ ਨਹੀਂ ਬਣਾਈਆਂ, ਵੀ ਕਿਸੇ ਕਿਸਾਨ ਜਥੇਬੰਦੀ ਨੇ ਕੋਈ ਰਿਪੋਰਟ ਨਹੀਂ ਤਿਆਰ ਕੀਤੀ ਅੱਜ ਤੱਕ। ਉਹ ਵੀ ਸਰਕਾਰ ਹੀ ਬਣਾ ਕੇ ਦਿੰਦੀ ਆ ਕਿ ਵੀ ਆਹ ਤੁਹਾਡੇ ਤੇ ਅਸੀਂ ਲਾਗੂ ਕਰ ਦਈਏ, ਆਹ ਬਿਹਤਰ ਆ ਕਿ ਉਹ ਬਿਹਤਰ ਆ। ਮਤਲਬ ਜਿਸ ਨੂੰ ਆਪਾਂ ਪਹਿਲਾਂ ਹੀ ਕਹਿ ਰਹੇ ਜਿਸ ਦੀ ਨੀਅਤ ਸਾਫ਼ ਨਹੀਂ ਤੁਹਾਡੇ ਵਾਸਤੇ, ਉਹੀ ਤੁਹਾਡੇ ਵਾਸਤੇ ਰਿਪੋਰਟਾਂ ਉਹਨੇ ਦੋ ਆਪਸ਼ਨਸ ਦੇਤੀਆਂ, ਦੋਵਾਂ ਚੋਂ ਹੀ ਉਹਨੇ ਮਾੜੀ ਵਾਲੀ ਤੁਹਾਡੇ ਤੇ ਲਾਗੂ ਕਰਤੀ। ਤਾਂ ਇਹ ਰਿਪੋਰਟਾਂ ਵੀ ਕਿਸਾਨਾਂ ਦੀਆਂ ਆਪਦੀਆਂ ਹੋਣੀਆਂ ਚਾਹੀਦੀਆਂ। ਭਾਅ ਜਦੋਂ ਸੈਟਲ ਹੁੰਦਾ ਤਾਂ ਸਰਕਾਰ ਨੂੰ ਲੈਣ ਦੀ ਕੀ ਲੋੜ ਆ, ਉਹ ਆਪ ਹੀ ਭਾਅ ਮਿੱਥ ਦੇਣ ਕਿ ਵੀ ਸਾਡਾ ਭਾਅ ਆਹੀ, ਟ੍ਰੇਡ ਯੂਨੀਅਨਸ ਇਕੱਠੀਆਂ ਹੋ ਕੇ ਕਹਿ ਦੇਣ ਵੀ ਸਾਡਾ ਭਾਅ ਆ ਹੈਗਾ ਇਸ ਚੀਜ਼ ਦਾ, ਵੀ ਖਰੀਦਣੀ ਹੈ ਖਰੀਦੋ, ਨਹੀਂ ਖਰੀਦਣੀ ਨਾ ਖਰੀਦੋ। ਪਰ ਉਹਦੇ ਵਾਸਤੇ ਸਾਨੂੰ ਇਹ ਬਹੁਤ ਸਟਰੈਂਥ ਹੋਣੀ ਚਾਹੀਦੀ ਹੈ। ਜਿਵੇਂ ਕੋਆਪਰੇਟਿਵਸ ਦੀ ਗੱਲ ਹੋਈ, ਮਤਲਬ ਇੱਕ ਬਿਲਕੁਲ ਹੀ ਅਲੱਗ ਤਰ੍ਹਾਂ ਦਾ ਸਿਸਟਮ ਬਣਾਉਣਾ ਪਊ ਜਿਹੜਾ ਕਿ ਸਟੇਟ ਸੈਂਟਰਿਕ ਹੀ ਹੋ ਸਕਦਾ। ਰਾਜ ਦੇ ਜਿਵੇਂ ਪੰਜਾਬ ਦਾ ਆਪਦਾ ਹੋ ਸਕਦਾ, ਹਰਿਆਣੇ ਦਾ ਆਪਦਾ ਹੋ ਸਕਦਾ। ਜੇ ਸੈਂਟਰ ਇੰਟਰਫੇਰੈਂਸ ਕਰੂਗਾ ਜਾਂ ਕੇਂਦਰੀਕਰਨ ਹੋਊਗਾ ਤਾਂ ਇਹ ਬਿਲਕੁਲ ਹੱਲ ਨਹੀਂ ਹੋ ਸਕਦਾ। ਦੂਜੀ ਗੱਲ, ਪਹਿਲਾਂ ਆਪਾਂ ਇੱਥੇ ਹੁਣੇ ਗੱਲ ਕਰ ਰਹੇ ਸੀ, ਸਰਦਾਰ ਸਤਨਾਮ ਸਿੰਘ ਨੇ ਗੱਲ ਆਖੀ ਕਿ ਵੀ ਮੋਦੀ ਪ੍ਰੈਸ਼ਰ ਚ ਬਿਲਕੁਲ ਠੀਕ ਆ। ਉਹ ਜੇ ਤੁਸੀਂ ਹੁਣ ਪਿਛਲੇ ਕੁਝ ਦਿਨਾਂ ਤੋਂ ਵੇਖੋ ਤਾਂ ਕੇਂਦਰ ਸਰਕਾਰ ਬਹੁਤ ਦਬਾਅ 'ਚ ਚੱਲ ਰਹੀ ਹੈ, ਇੱਥੋਂ ਤੱਕ ਕਿ ਪੰਜਾਬੀ ਦੇ ਵਿੱਚ ਵੀ ਟਵੀਟਸ ਆਉਣੇ ਸ਼ੁਰੂ ਹੋ ਗਏ ਜਿਹੜੇ ਪਹਿਲਾਂ ਕਦੀ ਨਹੀਂ ਆਏ ਸੀ। ਉਹਦੇ ਇਲਾਵਾ
ਅੱਜ ਜਿਹੜੀ ਉਹਨਾਂ ਨੇ ਗੱਲ ਕੀਤੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਅੱਜ ਮੈਂ ਸੁਣਦਾ ਪਿਆ ਸੀਗਾ ਕਿ ਅੱਜ ਦਾ ਉਹਨਾਂ ਦਾ ਕਹਿਣਾ ਇਹ ਸੀਗਾ ਕਿ 85% ਲੋਕਾਂ ਵਾਸਤੇ ਆਰਡੀਨੈਂਸ ਠੀਕ ਹੈ, ਇਹਦਾ ਮਤਲਬ 15 ਵਾਸਤੇ ਠੀਕ ਨਹੀਂਗਾ, ਇੰਨਾ ਦਾ ਮੰਨਦੇ ਆ ਨਾ, ਕੰਸੀਡ ਕਰਦੇ ਆ। ਤੇ ਜੋ ਇਸ ਟਾਈਮ ਭੂ ਰਾਜਨੀਤਿਕ ਹਾਲਾਤ ਹੈਗੇ ਆ ਇਸ ਏਰੀਏ ਦੀ, ਜੋ ਮਤਲਬ ਕਮਾਂਤਰੀ ਲੈਵਲ ਤੇ ਜੋ ਚੇਂਜਸ ਹੋ ਰਹੀਆਂ, ਤੇ ਇਹ ਵੀ ਸਮਝਣਾ ਬਹੁਤ ਇੰਪੋਰਟੈਂਟ ਆ ਕਿ ਜਿਹੜੀਆਂ 2 ਸਟੇਟਸ ਜਾਂ ਮਤਲਬ ਪੰਜਾਬ, ਹਰਿਆਣਾ ਤੇ ਵੈਸਟਰਨ ਯੂਪੀ ਜਿਹੜਾ ਇੰਪੈਕਟਡ ਆ, ਉਹਦੇ ਵਿੱਚੋਂ ਬਹੁਤ ਜ਼ਿਆਦਾ ਸੋਲਜਰ ਜਾਂਦਾ ਹੈਗਾ। ਅੰਗਰੇਜ਼ ਨੂੰ ਵੀ ਉਸੇ ਕਰਕੇ ਹੀ ਇਹ ਕਈ ਕਦਮ ਚੱਕਣੇ ਪਏ ਸੀਗੇ, ਜਿਹੜੇ ਆਪਣਾ ਸੇਖੋ ਸਾਹਿਬ ਨੇ ਦੱਸੇ ਹੈਗੇ ਆ ਕਿ ਵੀ ਜਿਹੜਾ ਲੈਂਡ ਐਲੀਨੀਏਸ਼ਨ ਐਕਟ ਆਇਆ ਸੀਗਾ ਵੀ ਕਿ ਕਾਸ਼ਤਕਾਰ ਤੋਂ ਇਲਾਵਾ ਕੋਈ ਜ਼ਮੀਨ ਨਹੀਂ ਖਰੀਦ ਸਕਦਾ ਸੀ। ਤੇ ਸਾਨੂੰ ਹੁਣ ਵੀ ਉਹ ਜਿਹੇ ਕਾਨੂੰਨ ਚਾਹੀਦੇ ਆ ਕਿ ਕਰਜ਼ਾ ਚਾਹੇ ਜਿੰਨਾ ਮਰਜ਼ੀ ਹੋਵੇ ਕਿਸਾਨ ਤੇ, ਉਹਦੇ ਸੰਦ, ਉਹਦੇ ਇੰਸਟਰੂਮੈਂਟਸ ਤੇ ਉਹਦੀ ਲੈਂਡ ਇਹ ਨਹੀਂ ਜ਼ਬਤ ਹੋ ਸਕਦੀ। ਇਹ ਉਹ ਆਪੇ ਦੇਣ ਵਾਲਾ ਸੋਚੇ ਕਿ ਮੈਂ ਕਿਸ ਤਰੀਕੇ ਨਾਲ ਦੇਣਾ ਹੈ। ਇਹ ਤਾਂ ਨਹੀਂ ਨਾ ਅੰਨੇਵਾਹ ਜ਼ਮੀਨਾਂ ਲਿਖੀ ਜਾਂਦੇ ਹੈਗੇ ਆ। ਮੈਂ ਐਸੇ ਫਾਰਮਰਸ ਨੂੰ ਜਾਣਦਾ ਜਿਨ੍ਹਾਂ ਨੇ 1.5 ਕਰੋੜ ਰੁਪਏ ਦੀਆਂ ਲਿਮਿਟ ਲਈ ਹੈ। ਕਿਹੜੀ ਲੌਜਿਕ ਨਾਲ ਉਹਨਾਂ ਨੂੰ 1.5 ਕਰੋੜ ਰੁਪਏ ਵਾਪਸ ਕਰ ਦੇਣਗੇ? ਕੋਈ ਇੰਜ ਮੈਨੂੰ ਤਾਂ ਖੇਤੀ ਚੋਂ ਲੱਗਦਾ ਨਹੀਂ ਹੋ ਸਕਦਾ ਵਾਪਸ। ਉਹਦਾ ਵੱਡੀਆਂ ਇੰਡਸਟਰੀਆਂ ਨਹੀਂ ਵਾਪਸ ਕਰ ਸਕਦੀਆਂ ਉਹਦੀਆਂ ਇੰਨੇ ਹਾਈ ਰੇਟ ਆਫ ਇੰਟਰਸਟ ਤੇ। ਸੋ ਇਹ ਲਾਜ਼ ਚਾਹੀਦੇ ਆ ਤੇ ਇਹ ਰੈਡੀਕਲ ਰਿਫਾਰਮਸ ਚਾਹੀਦੇ ਆ, ਬਹੁਤ ਸਟਰੋਂਗ ਰਿਫਾਰਮਸ ਚਾਹੀਦੇ ਆ, ਤਾਂ ਜਾ ਕੇ ਕਿਸਾਨੀ ਬਚੂਗੀ। ਤੇ ਕਿਸਾਨੀ ਬਚਾਉਣੀ ਪੰਜਾਬ ਵਾਸਤੇ ਬਹੁਤ ਇੰਪੋਰਟੈਂਟ ਹੈ, ਕਿਉਂਕਿ ਕਿਸਾਨੀ ਨਾਲ ਹੀ ਰਿਲੇਟਡ ਸਾਡਾ ਸੱਭਿਆਚਾਰ ਆ, ਸਾਡਾ ਧਰਮ ਆ, ਬਹੁਤ ਕੁਝ ਰਿਲੇਟਡ ਆ ਸਾਡਾ ਉਹਦੇ ਨਾਲ। ਜੀ ਮੈਂ ਦਵਿੰਦਰ ਸਿੰਘ ਸੇਖੋਂ ਹੋਣਾ ਨੂੰ ਉਹੀ ਸਵਾਲ ਪੁੱਛਦਾ ਹੈ ਕਿ ਜਦੋਂ ਕਿ ਗੱਲ ਭਾਅ ਦੀ ਤੇ ਫੈਡਰਲਿਜ਼ਮ ਦੀ ਹੋ ਰਹੀ ਹੈ, ਕੀ ਉਹਦੇ ਤਹਿਤ ਕਿਸਾਨੀ ਸੰਘਰਸ਼ ਦਾ ਇਹ ਨੁਕਤਾ ਹੋਣਾ ਚਾਹੀਦਾ ਆ ਕਿ ਭਾਅ ਸਟੇਟ ਲੈਵਲ ਦੇ ਉੱਪਰ ਮਿੱਥੇ ਜਾਣ, ਕਿਸਾਨਾਂ ਵੱਲੋਂ ਮਿੱਥੇ ਜਾਣ, ਜਾਂ ਘੱਟੋ ਘੱਟ ਉਹਨਾਂ ਦੀ ਸ਼ਮੂਲੀਅਤ ਦੇ ਨਾਲ ਹੀ ਮਿੱਥੇ ਜਾਣ? ਤੁਹਾਡੀ ਇਹਦੇ ਬਾਰੇ ਦੇ ਵਿੱਚ ਕੀ ਰਾਏ ਹੈ? ਬਿਲਕੁਲ ਜੀ, ਸ਼ਮੂਲੀਅਤ ਹੋਣੀ ਚਾਹੀਦੀ ਹੈ। ਜਦੋਂ ਇਹ ਭਾਅ ਮਿੱਥਦੇ ਆ ਤਾਂ ਹਿੰਦੁਸਤਾਨ ਦੇ ਵਿੱਚ ਇੱਕ ਜਗ੍ਹਾ ਇੱਕ ਏਜੰਸੀ ਮਿੱਥ ਦਿੰਦੀ ਆ, ਸਾਰਾ ਭਾਰਤ ਜਿਹੜਾ ਉੱਥੇ ਖਰਚੇ ਅੱਡੋ ਅੱਡ ਹਨ। ਹੁਣ ਤੁਸੀਂ ਜੇ ਯੂਪੀ 'ਚ ਵੇਖੋਗੇ, ਯੂਪੀ 'ਚ ਸਾਡੇ ਨਾਲ ਲੇਬਰ ਦਾ ਹੀ ਬਹੁਤ ਫਰਕ ਆ। ਐਤਕੀ ਸਾਡੇ ਇੱਥੇ 4000 ਤੋਂ 4500 ਲਵਾਈ ਚੱਲੀ ਆ ਤੇ ਯੂਪੀ 'ਚੋਂ 2000 ਰੁਪਈਆ। ਪੰਜਾਬ ਦੇ ਖਰਚੇ ਉਹਨਾਂ ਨਾਲ ਨਹੀਂ ਰਲਦੇ ਹਰੇਕ ਫਸਲ ਦੇ। ਕਈਆਂ ਚੀਜ਼ਾਂ 'ਚ ਅਸੀਂ ਅੱਗੇ ਆ, ਕਈਆਂ 'ਚ ਉਹ ਅੱਗੇ ਆ। ਉਹ ਸਟੇਟ ਦੀ ਮਿਥਨ ਦੀ ਜਿਹੜੀ ਹੈਗੀ ਆ, ਉਹ ਸਟੇਟ ਕੋਲ ਤਾਕਤ ਹੋਣੀ ਚਾਹੀਦੀ ਆ, ਉਹ ਗਾ ਸਟੇਟ ਕੰਸੀਡਰ ਕਰੇ। ਦੂਜਾ ਜਿਹੜਾ ਹੈਗਾ ਜੀ, ਇਹਨਾਂ ਹਾਲਾਤਾਂ ਵਿੱਚ ਸਟੇਟ ਦੇ ਵਿੱਚ ਸਾਡੇ ਕੋਆਪਰੇਟਿਵ ਦਾ ਬੜਾ ਚੰਗਾ ਨੈਟਵਰਕ ਬਣਿਆ ਹੋਇਆ। ਹਰੇਕ 2-3 ਪਿੰਡਾਂ ਦੇ ਮਗਰ ਇੱਕ ਕੋਆਪਰੇਟਿਵ ਸਭਾਵਾਂ ਹੈਗੀਆਂ, ਪਰ ਉਹਨਾਂ ਦੀ ਪ੍ਰੋਪਰ ਯੂਟੀਲਾਈਜੇਸ਼ਨ ਨਹੀਂ ਹੁੰਦੀ। ਉੱਥੇ ਸਿਰਫ ਸਿਆਸਤ ਹੋ ਰਹੀ ਆ ਜਾਂ ਸਰਕਾਰ ਉਸ ਪਾਸੇ ਧਿਆਨ ਹੀ ਨਹੀਂ ਦਿੰਦੀ ਗੀ। ਕਿਸਾਨ ਨੂੰ ਬਚਾਉਣ ਲਈ ਉਹ ਕਾਫੀ ਹੱਦ ਤਾਈਂ ਸਾਡੇ ਕੰਮ ਆ ਸਕਦੀਆਂ। ਇਹਦੋਂ ਅੱਗੇ ਜਿਹੜੀਆਂ ਪੰਜਾਬ ਦੀਆਂ ਏਜੰਸੀ ਆ ਜਿਵੇਂ ਹਾਂਜੀ ਦਵਿੰਦਰ ਸਿੰਘ, ਤੁਹਾਡੀ ਆਵਾਜ਼ ਜਿਹੜੀ ਆ ਉਹ ਆਉਣੀ ਬੰਦ ਹੋ ਗਈ। ਮੈਂ ਇੱਕ ਤਾਂ ਇਹੀ ਸਵਾਲ ਜਿਹੜਾ ਭਾਅ ਦੇ ਬਾਰੇ ਦੇ ਵਿੱਚ ਸੀਗਾ, ਔਰ ਦੂਸਰਾ ਸਵਾਲ ਵੀ ਮੈਂ ਚਾਹੁੰਦਾ ਸੀਗਾ ਕਿ ਜਿਹੜੇ ਕਿਸਾਨੀ ਸੰਘਰਸ਼ ਦੇ ਵਿੱਚੋਂ ਸ਼ਖਸੀਅਤਾਂ ਸਾਡੇ ਨਾਲ ਜੁੜੀਆਂ ਸੀ, ਉਹਨਾਂ ਦੀ ਸ਼ਮੂਲੀਅਤ ਦੇ ਦੌਰਾਨ ਹੀ ਕੀਤਾ ਜਾਂਦਾ। ਪਰ ਸਾਡੇ ਨਾਲ ਅਜੇਪਾਲ ਸਿੰਘ ਬਰਾੜ ਇਸ ਵੇਲੇ ਹੈਗੇ ਆ। ਅਜੇਪਾਲ ਸਿੰਘ ਜੀ, ਮੈਂ ਦੂਸਰਾ ਸਵਾਲ ਜਿਹੜਾ ਆ ਇਹਨਾਂ ਸੰਘਰਸ਼ ਦੇ ਨੁਕਤਿਆਂ ਤੋਂ ਹੀ, ਕਿ ਜਿਸ ਤਰ੍ਹਾਂ ਹੁਣ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਕਿ ਇਹ ਗੱਲ ਅਸੀਂ ਕਿਸਾਨੀ ਦੇ ਹੱਕ ਦੇ ਵਿੱਚ ਕਰ ਰਹੇ ਹਾਂ ਕਿ ਅਸੀਂ ਮੰਡੀ ਖੋਲ੍ਹ ਰਹੇ ਹਾਂ, ਕਿਸਾਨ ਆਪਣੀ ਫਸਲ ਜਿਹੜੀ ਆ ਉਹ ਬਿਨਾਂ ਵਿਚੋਲਿਆਂ ਦੀ ਸ਼ਮੂਲੀਅਤ ਤੋਂ ਕਿਤੇ ਵੀ ਜਾ ਕੇ ਜਿਹੜੀ ਆ ਉਹ ਵੇਚ ਸਕਦਾ ਆ, ਤਾਂ ਕੀ ਅਜਿਹੇ ਵਿੱਚ ਇਹ ਗੱਲ ਕਿਸਾਨੀ ਦੇ ਹੱਕ ਦੇ ਵਿੱਚ ਹੋ ਸਕਦੀ ਹੈ ਕਿ ਜੇਕਰ ਇਹ ਮੰਡੀ ਖੋਲ੍ਹਣ ਵਾਲੀ ਜਿਹੜੀ ਗੱਲ ਆ ਇਹ ਇਸ ਖਿੱਤੇ ਦੀਆਂ ਹੱਦਾਂ ਦੀ ਬਜਾਏ ਕੌਮਾਂਤਰੀ ਹੱਦਾਂ ਤੇ ਪਾਰ ਹੋਵੇ, ਕਿ ਇੰਟਰਨੈਸ਼ਨਲੀ ਪੰਜਾਬ ਦਾ ਜਿਹੜਾ ਕਿਸਾਨ ਹੈ ਜਾਂ ਸੂਬੇ ਜਿਹੜੇ ਨੇ ਉਹ ਆਪਣੇ ਤੌਰ ਦੇ ਉੱਪਰ ਇੰਟਰਨੈਸ਼ਨਲੀ ਆਪਣੀ ਜਿਹੜੀ ਫਸਲ ਹੈਗੀ ਹੈ ਉਹਨੂੰ ਵੇਚ ਸਕਣ? ਕਿ ਕੀ ਇਹ ਗੱਲ ਨੰਬਰ 1 ਕਿਸਾਨੀ ਦਾ ਫਾਇਦਾ ਕਰ ਸਕਦੀ ਹੈ? ਜੇ ਕਰ ਸਕਦੀ ਹੈ ਤੇ ਕੀ ਇਹ ਕਿਸਾਨੀ ਸੰਘਰਸ਼ ਦਾ ਨੁਕਤਾ ਹੋਣਾ ਚਾਹੀਦਾ? ਤੁਹਾਡੀ ਕੀ ਰਾਏ ਹੈ ਇਹਦੇ ਬਾਰੇ ਦੇ ਵਿੱਚ? ਵੈਸੇ ਤਾਂ ਜੀ ਜਿਹੜਾ ਇਹ ਆਰਡੀਨੈਂਸ ਆਇਆ ਇਹਦੇ ਨਾਲ ਜੋ ਤੁਸੀਂ ਗੱਲ ਕਰ ਰਹੇ ਹੋ ਇਹ ਵੀ ਮਤਲਬ ਪੋਸੀਬਲ ਹੈਗੀ ਹੈ ਕਿ ਵੀ ਜੇ ਕੋਈ ਐਸੀ ਆਰਗੇਨਾਈਜੇਸ਼ਨ ਬਣੇ ਜਿਹੜੀ ਕਿ ਜਿਵੇਂ ਪੰਜਾਬ ਦੇ ਕਿਸਾਨ ਜਾਂ ਹਰਿਆਣੇ ਦੇ ਕਿਸਾਨ ਜਾਂ ਪੰਜਾਬ ਦੇ ਕਿਸਾਨ ਹੀ ਲੋਕ ਪੰਜਾਬ ਦੇ ਕਿਸਾਨ ਕੋਈ ਕੋਆਪਰੇਟਿਵ ਬਣਾਉਂਦੇ ਆ ਤਾਂ ਉਹ ਵਰਲਡ ਮਾਰਕੀਟ ਐਕਸੈਸ ਕਰ ਸਕਣਗੇ ਆਪਦੇ ਰੇਟਾਂ ਦੇ ਉੱਤੇ, ਆਪਦੇ ਸਿਸਟਮ ਦੇ ਉੱਤੇ। ਇਹ ਪੋਸੀਬਲ ਹੈ ਕਿ ਜਿਸ ਤਰੀਕੇ ਨਾਲ ਉਹ ਕਾਰਪੋਰੇਸ਼ਨ ਕਰ ਸਕੂਗੀ ਇਹ ਵੀ ਕਰ ਸਕਣਗੇ। ਹਾਂ, ਇਹਨਾਂ ਦੇ ਸਕੇਲ ਜਾਂ ਇਹਨਾਂ ਦੇ ਫਾਈਨੈਂਸਿਸ ਉਹਨੇ ਨਹੀਂ ਹੁੰਦੇ, ਉਹ ਜੇ ਸਟੇਟ ਗਵਰਨਮੈਂਟ ਮਦਦ ਕਰਨ ਜਿਵੇਂ ਪੰਜਾਬ ਐਗਰੋ ਆ ਜਾਂ ਉਹ ਕਰਨ ਮਦਦ ਤਾਂ ਉਹ ਪੋਸੀਬਲ ਹੈ, ਉਹਦੇ ਵਿੱਚ ਕੋਈ ਦਿੱਕਤ ਨਹੀਂ
ਗੀ। ਤਾਂ ਇਹ ਹੈ, ਇਹ ਕੁਆਇਟ ਪੋਸੀਬਲ ਆ, ਬਟ ਇਹਦੇ ਚ ਇਹਦੀ ਇੰਪਲੀਮੈਂਟੇਸ਼ਨ ਵਾਸਤੇ ਜਿਵੇਂ ਆਪਾਂ ਸਾਰਿਆਂ ਨੇ ਪਹਿਲਾਂ ਵੀ ਇੱਥੇ ਗੱਲ ਕੀਤੀ ਹੈ ਕਿ ਸਾਨੂੰ ਆਪ ਨੂੰ ਜਥੇਬੰਦੀਆਂ ਜਾਂ ਆਪ ਨੂੰ ਉਸ ਤਰੀਕੇ ਨਾਲ ਕੋਆਪਰੇਟਿਵਸ ਨਾਲ ਜਾਂ ਉਸ ਤਰੀਕੇ ਨਾਲ ਆਪਦੇ ਤਰੀਕੇ ਨਾਲ ਜਾਂ ਰਾਜ ਪੰਜਾਬ ਸਟੇਟ ਨੂੰ ਇਹ ਸਾਰਾ ਕੁਝ ਕਰਨਾ ਪਊਗਾ ਜੀ। ਮੇਰੇ ਖਿਆਲ ਦੇ ਵਿੱਚ ਕਾਫੀ ਸਾਰੇ ਨੁਕਤੇ ਆਪਾਂ ਅੱਜ ਦੀ ਇਸ ਗੱਲਬਾਤ ਦੇ ਵਿੱਚ ਵਿਚਾਰੇ ਨੇ, ਔਰ ਜਿਹੜਾ ਕਿਸਾਨੀ ਸੰਘਰਸ਼ ਦੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਸੀ, ਬੇਸ਼ੱਕ ਆਪਾਂ ਸਮਝਦੇ ਹਾਂ ਕਿ ਇੱਕਦਮ ਇੰਨੇ ਵੱਡੇ ਬੰਦ ਦੇ ਦਿਨ ਦੇ ਦੌਰਾਨ ਤੋਂ ਬਾਅਦ ਵੀ ਫੌਰਨ ਬਾਅਦ ਉਹਨਾਂ ਨੇ ਸਮਾਂ ਕੱਢਿਆ, ਔਰ ਤਕਨੀਕੀ ਦਿੱਕਤ ਜ਼ਰੂਰ ਆਪਾਂ ਨੂੰ ਆਈ, ਪਰ ਆਪਾਂ ਕੋਸ਼ਿਸ਼ ਕੀਤੀ ਕਿ ਇਸ ਸੰਬੰਧ ਦੇ ਵਿੱਚ ਸਮੁੱਚੀ ਗੱਲਬਾਤ ਜਿਹੜੀ ਹੈ ਉਹ ਕੀਤੀ। ਅਖੀਰ ਦੇ ਵਿੱਚ ਮੈਂ ਮਲਕੀਤ ਸਿੰਘ ਹੁਣਾਂ ਨੂੰ ਅੱਜ ਦੀ ਗੱਲਬਾਤ ਸੌਂਪਦਾ ਹਾਂ। ਬਹੁਤ ਸ਼ੁਕਰੀਆ ਪਰਮਜੀਤ ਸਿੰਘ ਹੋਣਾ ਦਾ, ਪਹਿਲਾਂ ਤਾਂ ਇਹਨਾਂ ਦਾ ਹੀ ਬਹੁਤ ਧੰਨਵਾਦ। ਤੇ ਦੂਸਰਾ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਹੀ ਕਿ ਕਾਫੀ ਅਹਿਮ ਗੱਲਾਂ ਤੇ ਅਹਿਮ ਨੁਕਤੇ ਨਿਕਲ ਕੇ ਸਾਹਮਣੇ ਆਏ ਆ, ਤੇ ਮੈਂ ਬਿਲਕੁਲ ਅਖੀਰ 'ਚ ਇੱਕੋ ਹੀ ਗੱਲ ਜ਼ਰੂਰ ਕਹੂੰਗਾ ਕਿ ਜਿਸ ਤਰ੍ਹਾਂ ਜਦੋਂ ਆਪਣੀ ਕਿਸਾਨ ਪੱਖੀ ਨੀਤੀ ਦੇ ਉੱਤੇ ਗੱਲ ਚੱਲ ਰਹੀ ਸੀ ਤਾਂ ਪੰਨੂ ਸਾਹਿਬ ਹੋਣਾ ਵੱਲੋਂ ਵੀ ਇਹ ਗੱਲ ਆਈ ਕਿ ਅਸੀਂ ਹਵਾ 'ਚ ਸੰਘਰਸ਼ ਨਹੀਂ ਕਰ ਰਹੇ, ਸਾਡੇ ਕੋਲ ਪ੍ਰੋਪਰ ਅੱਗੇ ਪਲਾਨ ਹੈਗੇ ਆ, ਹਨਾ। ਤਾਂ ਮੈਂ ਇੱਕ ਗੱਲ ਜ਼ਰੂਰ ਦੁਹਰਾਊਂਗਾ ਵੀ ਔਰ ਇਹ ਭਾਵਨਾ ਜ਼ਰੂਰ ਜ਼ਾਹਰ ਕਰੂੰਗਾ ਕਿ ਜਿਸ ਪੱਧਰ ਤੇ ਸੰਘਰਸ਼ ਹੁਣ ਪਹੁੰਚ ਚੁੱਕਿਆ ਹੈ ਤੇ ਇਹਨਾਂ ਦਾ ਸਾਰੀ ਆਗੂਆਂ ਦਾ ਤਕਰੀਬਨ, ਜਿਸ ਤਰ੍ਹਾਂ ਅੱਜ ਆਪਣੇ ਕੋਲ 2 ਆਗੂ ਜਿਹੜੇ ਸੀਗੇ ਵੱਖ-ਵੱਖ ਜਥੇਬੰਦੀਆਂ ਤੋਂ, ਇਸੇ ਤਰ੍ਹਾਂ ਜਿਹੜੇ ਬਾਕੀ ਆਗੂ ਨੇ ਉਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਜਦੋਂ ਇਹ ਗੱਲਬਾਤ ਸੁਣ ਰਹੇ ਹੋਣਗੇ ਕਿ ਜਿਸ ਪੱਧਰ ਤੇ ਸੰਘਰਸ਼ ਪਹੁੰਚ ਗਿਆ ਹੈ, ਤੁਸੀਂ ਇੱਕ ਆਗੂ ਹੋ, ਤੁਸੀਂ ਕੋਈ ਤੁਹਾਡੇ ਕੋਲ ਇੱਕ ਤਜਰਬਾ ਹੈ ਸਾਰੇ ਕਾਸੇ ਦਾ, ਤਾਂ ਸਾਰਿਆਂ ਦੀ ਭਾਵਨਾ ਇਹ ਹੀ ਹੈ ਕਿ ਜਿਹੜੀਆਂ ਮੰਗਾਂ ਆ ਉਹ ਸਿਰਫ MSP ਜਾਂ ਬਿੱਲ ਰੱਦ ਕਰਾਉਣ ਨਾਲ ਇਹ ਮਸਲਾ ਹੱਲ ਨਹੀਂ ਹੋਣਾ। ਸਾਨੂੰ ਇੱਕ ਠੋਸ ਜਿਹੜੀ ਨੀਤੀ ਆ ਕਿਸਾਨੀ ਪੱਖ ਦੀ, ਜਿਹੜੀ ਆਪਾਂ ਗੱਲ ਕਰਦੇ ਹਾਂ, ਉਹਦੀ ਠੋਸ ਨੀਤੀ ਅੱਗੇ ਲੈ ਕੇ ਆਉਣੀ ਪੈਣੀ ਹੈ, ਤਾਂ ਹੀ ਇਹ ਮਸਲੇ ਦੇ ਹੱਲ ਵੱਲ ਜਾਇਆ ਜਾਣਾ। ਤਾਂ ਮੈਂ ਅਖੀਰ ਦੇ ਵਿੱਚ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਜਿਹੜਾ ਸੰਵਾਦ ਵੱਲੋਂ ਅੱਜ ਇਹ ਗੱਲਬਾਤ ਕੀਤੀ ਗਈ ਹੈ, ਤਾਂ ਭਵਿੱਖ ਦੇ ਵਿੱਚ ਵੀ ਸਾਡਾ ਯਤਨ ਹੈ ਕਿ ਛੇਤੀ ਇਹਨਾਂ ਦਿਨਾਂ ਦੇ ਵਿੱਚ ਹੀ ਇੱਕ ਲੜੀਵਾਰ ਅਸੀਂ ਚਰਚਾ ਤੇ ਜਾਰੀ ਰੱਖਾਂਗੇ। ਜਿਸ ਤਰ੍ਹਾਂ ਅੱਜ ਆਪਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਯਤਨ ਹੈ ਕਿ ਅਸੀਂ ਖੇਤੀਬਾੜੀ ਮਾਹਰਾਂ ਦੇ ਨਾਲ ਤੇ ਅਰਥ ਸ਼ਾਸਤਰੀਆਂ ਦੇ ਨਾਲ ਵੀ ਇਸ ਮਸਲੇ ਦੇ ਉੱਤੇ ਗੱਲਬਾਤ ਕਰੀਏ। ਤਾਂ ਉਹ ਜਿਸ ਤਰ੍ਹਾਂ ਦਾ ਵੀ ਪ੍ਰੋਗਰਾਮ ਬਣੂਗਾ ਅਸੀਂ ਆਪਣੇ ਸੰਵਾਦ ਦੇ ਫੇਸਬੁੱਕ ਪੰਨੇ ਰਾਹੀਂ ਆਪ ਸਭ ਨੂੰ ਜਿਹੜਾ ਹੈ ਉਹ ਅਨਾਉਂਸ ਕਰ ਦੇਵਾਂਗੇ ਇਸ ਮਸਲੇ ਦੇ ਬਾਬਤ। ਤੇ ਮੇਰਾ ਹੁਣ ਜਾਂਦੀ ਵਾਰ ਫਿਰ ਸਾਰਿਆਂ ਦਾ ਧੰਨਵਾਦ ਕਰਦਾ, ਸਰਦਾਰ ਪਰਮਜੀਤ ਸਿੰਘ ਹੋਣਾ ਦਾ, ਅਜੇਪਾਲ ਸਿੰਘ ਹੋਣਾ ਦਾ ਤੇ ਦਵਿੰਦਰ ਸਿੰਘ ਹੋਣਾ ਦਾ ਸਾਡੇ ਨਾਲ ਨੇ, ਤੇ ਸਤਨਾਮ ਸਿੰਘ ਪੰਨੂ ਹੋਣੀ ਤੇ ਸਤਨਾਮ ਸਿੰਘ ਬਹਿਰੂ ਹੋਣੀ ਜਿਹੜੇ ਇੰਟਰਨੈਟ ਕਨੈਕਸ਼ਨ ਕੱਟ ਜਾਣ ਕਰਕੇ ਉਹ ਨਹੀਂ ਜੁੜ ਪਾਏ, ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ। ਤੇ ਕੁਝ ਸਰੋਤੇ ਸਾਡੇ ਨਾਲ ਆਨਲਾਈਨ ਜੁੜੇ ਸੀ ਜਿਨ੍ਹਾਂ ਦੇ ਕਾਫੀ ਸਵਾਲ ਵੀ ਆਏ, ਕੁਝ ਸਵਾਲ ਅਸੀਂ ਲੈ ਸਕੇ ਤੇ ਕੁਝ ਸਮੇਂ ਦੇ ਵੱਧ ਜਾਣ ਕਰਕੇ ਅਸੀਂ ਸਵਾਲ ਨਹੀਂ ਲੈ ਸਕੇ। ਤਾਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਜੇ ਉਹਨਾਂ ਦੇ ਕੁਝ ਹੋਰ ਵੀ ਜਨਰਲ ਸਵਾਲ ਹੋਣਗੇ ਇਸ ਮਸਲੇ ਦੇ ਉੱਤੇ, ਉਹ ਸਾਨੂੰ contact@sambaadblog.com ਦੇ ਉੱਤੇ ਈਮੇਲ ਰਾਹੀਂ ਆਪਣੇ ਸਵਾਲ ਭੇਜ ਸਕਦੇ, ਤਾਂ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਗੱਲਬਾਤ ਕਰਨੀ ਹੈ ਉਹਦੇ ਵਿੱਚ ਵੀ ਉਹਨਾਂ ਦੇ ਸਵਾਲਾਂ ਨੂੰ ਮੁਖਾਤਬ ਹੋ ਸਕੀਏ। ਤੇ ਤੁਹਾਨੂੰ ਇਹ ਸਾਰੀ ਗੱਲਬਾਤ ਸਾਡੀ ਕਿੱਦਾਂ ਦੀ ਲੱਗੀ, ਇਸ ਬਾਬਤ ਵੀ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਦੇ ਰਹਿਣਾ, ਤਾਂ ਕਿ ਭਵਿੱਖ ਵਿੱਚ ਅਸੀਂ ਤੁਹਾਡੇ ਸੁਝਾਵਾਂ ਅਨੁਸਾਰ ਤਬਦੀਲੀਆਂ ਤੇ ਸੋਧਾਂ ਇਹ ਸਾਰੇ ਕਾਸੇ ਦੇ ਵਿੱਚ ਕਰ ਸਕੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।